ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ। ਸਤਿਪੁਰਖ ਜਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰਿ ਗੁਣ ਗਾਉ। ਸਤਿਪੁਰਖ ਜਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜੋਤ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਮਿਤ ਮਿਹਰ ਦਾ ਸਦਕਾ ਤੇ ਗੁਰੂ ਸੰਗਤ ਦੀ ਅਸੀਸ ਦੁਆਰਾ ਜੋ ਹਜ਼ੂਰ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਧੁਰ ਕੀ ਬਾਣੀ ਦੀ, ਅਕਾਲੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਰੰਭ ਹੋਈ ਹੈ। ਗੁਰੂ ਕਿਰਪਾ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 286 ਉੱਪਰ ਪਹੁੰਚੀ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ, ਜਿਸ ਨੂੰ ਕਥਾ ਦਾ ਸਮੁੰਦਰ ਕਿਹਾ ਜਾਂਦਾ, ਸੁਖਮਨੀ ਸਾਹਿਬ, ਇਸ ਦੀਆਂ 17 ਅਸ਼ਟਪਦੀਆਂ ਦੀ ਵਿਚਾਰ ਹੁਣ ਤੱਕ ਹੋ ਚੁੱਕੀ ਹੈ। ਇਸ ਤੋਂ ਅੱਗੇ ਜੋ ਸਤਿਗੁਰੂ ਉਪਦੇਸ਼ ਦੇ ਰਹੇ ਹਨ, ਵਿਚਾਰੀਏ ਤੇ ਸੁਣੀਏ। 18ਵੀਂ ਅਸ਼ਟਪਦੀ ਦੇ ਆਰੰਭ ਵਿੱਚ ਜੋ ਸ਼ਲੋਕ ਹੈ, ਹਜ਼ੂਰ ਫਰਮਾਉਂਦੇ ਨੇ, ਸਤਿਪੁਰਖ ਜਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਸਤਿਪੁਰਖ ਕਹੀਏ ਅਕਾਲ ਪੁਰਖ ਪਰਮਾਤਮਾ। ਸਤਿਪੁਰਖ ਜਾ ਕੋ ਹੈ ਨਾਉ, ਮਿਟਹਿ ਕੋਟ ਅਗ ਨਿਮਖ ਜਸ ਗਾਓ। ਵੈਸੇ ਅਕਾਲ ਪੁਰਖ ਪਰਮਾਤਮਾ ਨਾ ਇਸਤਰੀ ਲਿੰਗ ਤੇ ਨਾ ਪੁਲਿੰਗ ਕਿਹਾ ਜਾਂਦਾ। ਆਤਮਾ ਨੂੰ ਨਾ ਲਿੰਗ ਨਾ ਪੁਲਿੰਗ ਕਿਹਾ ਜਾ ਸਕਦਾ, ਪਰ ਦੋਵਾਂ ਦੇ ਵਾਸਤੇ ਵਰਤਿਆ ਜਾਂਦਾ। ਦੋਵੇਂ ਅੱਖਰ ਪੁਲਿੰਗ ਵੀ ਤੇ ਇਸਤਰੀ ਲਿੰਗ ਵੀ ਆਤਮਾ ਵਾਸਤੇ ਵਰਤ ਲਏ ਜਾਂਦੇ ਨੇ। ਇਸੇ ਤਰ੍ਹਾਂ ਪਰਮਾਤਮਾ ਨਾਰ ਨਾ ਪੁਰਖ ਨਾ ਪੰਖਣੂ, ਸਾਚੋ ਚਤੁਰ ਸਰੂਪ। ਪਰ ਪੁਰਖ ਸ਼ਬਦ ਜਾਂ ਸਤਿਪੁਰਖ ਉਹਦੇ ਲਈ ਤਾਂ ਵਰਤਿਆ ਜਾਂਦਾ ਜਿਵੇਂ ਕਰਤਾ ਪੁਰਖ ਕਿਹਾ ਹੈ। ਇੱਕ ਤਾਂ ਪੁਰਖ ਦਾ ਅਰਥ ਹੈ ਵੀ ਜਿਹੜਾ ਪੁਰੀਆਂ ਪੁਰੀਆਂ ਜਿਖੇ ਆਕਾਸ਼ ਦੀ ਨਿਆਈ ਵਿਆਪਕ ਹੈ, ਪੁਰਖ ਪੂਰਨ ਹੈ। ਇਸੇ ਪ੍ਰਕਾਰ ਪੁਰਸ਼ਾਰਥ ਦੇਣ ਵਾਲਾ। ਇਸੇ ਤਰ੍ਹਾਂ ਪੁਰਖ ਨਾਮ ਪਤੀ ਦਾ ਹੈ, ਮਰਦ ਪਤੀ ਹੁੰਦਾ ਤੇ ਏਕਾ ਪੁਰਖ ਸਬਾਈ ਨਾਰ। ਸਾਰੀ ਸ੍ਰਿਸ਼ਟੀ ਦੇ ਜੀਵ ਨਾਰਾਂ ਇਸਤਰੀਆਂ ਦੀ ਨਿਆਈ, ਕਿਉਂਕਿ ਪਰਤੰਤਰ ਹਨ, ਪਰਾਧੀਨ ਹਨ, ਸੁਤੰਤਰ ਨਹੀਂ। ਪਰਮਾਤਮਾ ਸੁਤੰਤਰ ਹੈ, ਆਜ਼ਾਦ ਹਸਤੀ ਹੈ। ਉਸ ਦੇ ਉੱਪਰ ਕਿਸੇ ਦਾ ਹੁਕਮ ਨਹੀਂ ਚੱਲਦਾ ਤੇ ਉਸ ਦਾ ਹੁਕਮ ਸਾਰੀ ਸ੍ਰਿਸ਼ਟੀ ਉੱਪਰ ਚੱਲਦਾ ਹੈ। ਇਸ ਕਰਕੇ ਉਹਨੂੰ ਪੁਰਖ ਕਿਹਾ ਗਿਆ ਹੈ। ਔਰ ਇਹ ਵੀ ਨਾਲ ਹਜ਼ੂਰ ਨੇ ਕਿਹਾ ਸਤਿਪੁਰਖ। ਸਤ ਤ੍ਰੈਈ ਕਾਲ ਆਬਾਦ ਹਸਤੀ, ਤਿੰਨਾਂ ਸਮਿਆਂ ਜੋ ਕਦੇ ਨਾਸ ਨਾ ਹੋਣ ਵਾਲਾ ਹੋਵੇ। ਐਸਾ ਜੋ ਸਤਿਪੁਰਖ ਹੈ ਵਾਹਿਗੁਰੂ ਜਿਨ ਜਾਣਿਆ, ਜਿਨ੍ਹਾਂ ਸਤਿਗੁਰਾਂ ਨੇ ਭਾਵ ਜਾਣ ਲਿਆ, ਜਿਨ੍ਹਾਂ ਨੇ ਐਸੇ ਸਤਿਪੁਰਖ ਪਰਮਾਤਮਾ ਨੂੰ ਜਾਣਿਆ ਹੋਇਆ। ਵਾਹਿਗੁਰੂ ਦਾ ਗਿਆਨ ਜਿਨ੍ਹਾਂ ਦੇ ਪਾਸ ਹੈ। ਸਤਿਗੁਰ ਤਿਸ ਕਾ ਨਾਮ, ਉਸ ਦਾ ਨਾਮ ਹੈ ਸੱਚਾ ਗੁਰੂ। ਉਹ ਵੀ ਨਾਸ ਤੋਂ ਰਹਿਤ ਹੈ ਤੇ ਗੋ ਅਗਿਆਨ ਨੂੰ ਮੇਟ ਕੇ ਰੂਹ ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਉਸ ਦਾ ਨਾਮ ਹੈ। ਭਾਵ ਉਹਨੂੰ ਸਤਿਗੁਰੂ ਕਿਹਾ ਜਾਏਗਾ ਜਿਸ ਨੇ ਸਤਿਪੁਰਖ ਪਰਮਾਤਮਾ ਨੂੰ ਜਾਣ ਲਿਆ ਹੋਇਆ। ਤਿਸ ਕੈ ਸੰਗ ਸਿੱਖ ਉਧਰੈ, ਤੇ ਜਿਸ ਨੇ ਵਾਹਿਗੁਰੂ ਨੂੰ ਜਾਣਿਆ ਹੋਇਆ ਉਹਦੀ ਸੰਗਤ ਕਰਨ ਨਾਲ ਜਿਹੜਾ ਉਸ ਦਾ ਸਿੱਖ ਹੈ। ਸਿੱਖ ਦਾ ਅਰਥ ਹੈ ਸ਼ਿਸ਼, ਪਿਊਪਿਲ, ਸਟੂਡੈਂਟ, ਸ਼ਾਗਿਰਦ, ਵਿਦਿਆਰਥੀ, ਸਿਖਿਆਰਥੀ।
ਉਹਦੀ ਸਿੱਖਿਆ ਨੂੰ ਧਾਰਨ ਕਰਨ ਵਾਲਾ ਉਸ ਦਾ ਅਨੁਯਾਈ। ਉਸ ਦੇ ਸੰਗ ਸਾਥ ਸੇਵਕ ਉਧਰ ਜਾਂਦਾ, ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਭਾਵ ਸਾਰੀ ਜਿਹੜੀ ਸੰਸਾਰ ਦੀ ਮਾਇਆ ਰਚਨਾ ਹੈ, ਵਿਕਾਰ ਆਦਿਕ ਹਨ, ਇਹਨਾਂ ਤੋਂ ਬਚ ਨਿਕਲਦਾ ਉਸ ਗੁਰੂ ਦੇ ਸੰਗ ਰਹਿ ਕੇ ਜਿਹੜਾ ਸੇਵਕ ਹੈ। ਨਾਨਕ ਹਰ ਗੁਣ ਗਾਓ, ਕਿਉਂਕਿ ਗੁਰੂ ਦੀ ਸੰਗਤ ਵਿੱਚ ਉਹ ਸਿੱਖ, ਉਹ ਸੇਵਕ, ਉਹ ਅਨੁਯਾਈ ਹਰੀ ਅਕਾਲ ਪੁਰਖ ਦੇ ਗੁਣ ਗਾਉਂਦਾ ਹੈ। ਇਸੇ ਤਰ੍ਹਾਂ ਸਾਨੂੰ ਵੀ ਸਿੱਖਿਆ ਹਜ਼ੂਰ ਬਖਸ਼ਦੇ ਨੇ ਕਿ ਸਤਿਗੁਰਾਂ ਦੇ ਸੰਗ ਰਹਿ ਕੇ, ਚਰਨਾਂ 'ਚ ਰਹਿ ਕੇ ਹਰੀ ਦੇ ਭਾਈ ਗੁਣ ਗਾਓ। ਜਿਹੜਾ ਗੁਣ ਗਾਉਂਦਾ ਉਹ ਸਿੱਖ ਉਧਰ ਜਾਂਦਾ, ਤਰ ਜਾਂਦਾ, ਤੁਸੀਂ ਵੀ ਤਰ ਜਾਓਗੇ। ਅਸ਼ਟਪਦੀ ਵਿੱਚ ਹੁਣ ਗੁਰੂ ਤੇ ਸਿੱਖ ਦੀ ਵਿਆਖਿਆ ਹੋਰ ਕਰ ਰਹੇ ਨੇ ਸੱਚੇ ਪਾਤਸ਼ਾਹ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਜੋ ਸੱਚਾ ਗੁਰੂ ਹੁੰਦਾ ਉਹ ਆਪਣੇ ਸਿੱਖ ਦੀ, ਆਪਣੇ ਸੇਵਕ ਦੀ ਪ੍ਰਤਪਾਲਾ ਕਰਦਾ। ਪ੍ਰਤਪਾਲਾ ਤੋਂ ਮਤਲਬ ਰੱਖਿਆ ਕਰਦਾ ਹੈ। ਜਿਵੇਂ ਮਾਤਾ ਪਿਤਾ ਪ੍ਰਤਪਾਲਾ ਕਰਦੇ ਨੇ, ਬਚਾ ਬਚਾ ਕੇ ਰੱਖਦੇ ਨੇ, ਕਈ ਤਰ੍ਹਾਂ ਦੀ ਵਿਪਤਾ ਤੋਂ, ਦੁੱਖਾਂ ਤੋਂ ਯਤਨ ਤਾਂ ਕਰਦੇ ਨੇ ਨਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰੈ ਪ੍ਰਤਪਾਲ ਬਾਰਕ ਕੀ ਨਿਆਈ। ਹਰ ਜੀ ਮਾਤਾ, ਹਰ ਜੀ ਪਿਤਾ ਵੀ ਕਿਹਾ ਵਾਹਿਗੁਰੂ ਨੂੰ, ਉਹ ਪਿਤਾ ਮਾਤਾ ਹੈ। ਅਤੇ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਨੂੰ ਵੀ ਮਾਤਾ ਪਿਤਾ ਦੀ ਨਿਆਈ ਗੁਰਬਾਣੀ ਵਿੱਚ ਕਥਨ ਕੀਤਾ ਗਿਆ। ਭਾਈ ਗੁਰਦਾਸ ਨੇ ਵੀ ਕਿਹਾ ਹੈ। ਇਸ ਪ੍ਰਕਾਰ ਸਤਿਗੁਰੂ ਮਾਤਾ ਪਿਤਾ ਦੀ ਨਿਆਈ ਸਿੱਖ ਦੀ ਪ੍ਰਤਪਾਲਾ ਕਰਦੇ ਨੇ। ਹਰ ਸਮੇਂ ਵਿਕਾਰਾਂ ਤੋਂ, ਐਬਾਂ ਤੋਂ, ਦੋਸ਼ਾਂ ਤੋਂ, ਭੈੜਿਆਂ ਕਰਮਾਂ ਤੋਂ ਬਚਾ ਕੇ ਰੱਖਦੇ ਨੇ। ਜਿਹੜਾ ਸਿੱਖ ਸਤਿਗੁਰੂ 'ਤੇ ਸ਼ਰਧਾ ਰੱਖਦਾ, ਭਰੋਸਾ ਰੱਖਦਾ, ਟੇਕ ਰੱਖਦਾ, ਤਾਂ ਸਤਿਗੁਰੂ ਮਹਾਰਾਜ ਉਸ ਦੀ ਪ੍ਰਤਪਾਲਾ ਜ਼ਰੂਰ ਕਰਦੇ ਨੇ। ਸੇਵਕ ਕਉ ਗੁਰ ਸਦਾ ਦਇਆਲ। ਜਿਹੜਾ ਗੁਰੂ ਹੈ, ਜਿਸ ਨੇ ਸਤਿਪੁਰਖ ਨੂੰ ਜਾਣਿਆ ਆ, ਵੈਸੇ ਅਖਾਉਣ ਨੂੰ ਅਖੌਤੀ ਗੁਰੂ ਤੇ ਬੜੇ ਹੋਏ ਹੁਣ ਤੱਕ, ਹੁਣ ਵੀ ਹਨ, ਅੱਗੇ ਨੂੰ ਵੀ ਹੋਣਗੇ। ਉਹ ਆਪ ਵਾਹਿਗੁਰੂ ਦੇ ਗਿਆਤਾ ਨਹੀਂ ਹਨ, ਪਰਮਾਤਮਾ ਵਿੱਚ ਅਭੇਦ ਪੁਰਸ਼ ਨਹੀਂ, ਬ੍ਰਹਮ ਨਿਸ਼ਟੀ, ਬ੍ਰਹਮ ਸਰੋਤਰੀ ਨਹੀਂ ਹਨ। ਅਤੇ ਉਹ ਆਪਣੇ ਸੇਵਕ ਦੀ ਵੀ ਕਿਵੇਂ ਰੱਖਿਆ ਕਰਨਗੇ, ਕਿਵੇਂ ਉਹਦਾ ਬਚਾਅ ਕਰਨਗੇ। ਮਹਾਰਾਜ ਕਹਿੰਦੇ ਨੇ ਕਿ ਸੇਵਕ ਕਉ ਗੁਰ ਸਦਾ ਦਇਆਲ। ਜੋ ਸੇਵਕੀ ਭਾਵਨਾ ਰੱਖਦਾ ਹੈ ਨਾ ਸੇਵਕ ਸਿੱਖ, ਉਹਦੇ ਤਾਈਂ ਸਤਿਗੁਰੂ ਮਹਾਰਾਜ ਜੀ ਸਦਾ ਦਇਆਲੂ ਕਿਰਪਾਲੂ ਹੋਏ ਰਹਿੰਦੇ ਹਨ। ਉਸ ਦੇ ਉੱਪਰ ਹਮੇਸ਼ਾ ਸਤਿਗੁਰੂ ਦਇਆ ਕਰਦਾ। ਇੱਕ ਵਾਰੀ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ ਕਿ ਗੁਰੂ ਮਹਾਰਾਜ, ਸਾਨੂੰ ਤੁਹਾਡੇ ਕੋਲੋਂ ਡਰ ਬਹੁਤ ਆਉਂਦਾ ਹੈ ਕਿ ਤੁਹਾਡੇ ਮੁਖ ਤੋਂ ਕਿਤੇ ਵੀਰ ਰਸ ਵਿੱਚ ਆ ਕੇ ਕੋਈ ਐਸਾ ਵਚਨ ਨਾ ਸਾਡੇ ਬਾਰੇ ਨਿਕਲ ਜਾਏ ਜਿਸ ਕਰਕੇ ਸਾਨੂੰ ਉਹ ਫਲ ਫਿਰ ਭੋਗਣਾ ਹੀ ਪਵੇਗਾ, ਅਤੇ ਅਸੀਂ ਡਰਦੇ ਰਹਿੰਦੇ ਹਾਂ। ਤਾਂ ਗੁਰੂ ਮਹਾਰਾਜ ਨੇ ਕਿਹਾ ਸੀ ਕਿ ਜਿਹੜੀ ਸ਼ੇਰ ਅਤੇ ਸ਼ੇਰਨੀ ਹਨ ਨਾ, ਉਹਨਾਂ ਦੇ ਦੰਦ ਵੱਜਣ ਕਿਸੇ ਮਨੁੱਖ ਨੂੰ ਅਤੇ ਉਹ ਉਹਨਾਂ ਦੇ ਵਿੱਚ ਜ਼ਹਿਰ ਹੁੰਦੀ ਆ, ਬੰਦਾ ਮਰ ਜਾਂਦਾ ਹੈ। ਉਹ ਬੜੇ ਦੰਦ ਦੁਖਦਾਈ ਨੇ, ਪਰ ਆਪਣੇ ਬੱਚਿਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਥਾਂ ਲਿਜਾਣ ਵਾਸਤੇ ਉਹਨਾਂ ਦੰਦਾਂ ਦੀ ਵਰਤੋਂ ਕਰਦਾ ਸ਼ੇਰ ਅਤੇ ਸ਼ੇਰਨੀ। ਉਹਨਾਂ ਬੱਚਿਆਂ ਦੇ ਉੱਪਰ ਸ਼ੇਰ ਅਤੇ ਸ਼ੇਰਨੀ ਦੇ ਦੰਦਾਂ ਦਾ ਕੋਈ ਭੈੜਾ ਪ੍ਰਭਾਵ ਨਹੀਂ ਪੈਂਦਾ, ਕੋਈ ਦੁਖਦਾਈ ਨਹੀਂ ਹਨ ਉਹ ਦੰਦ, ਕਿਉਂਕਿ ਸ਼ੇਰ ਅਤੇ ਸ਼ੇਰਨੀ ਦੇ ਅੰਦਰ ਭਾਵਨਾ ਗਲਤ ਨਹੀਂ ਹੈ ਬੱਚਿਆਂ ਦੇ ਪ੍ਰਤੀ। ਇਸੇ ਤਰ੍ਹਾਂ ਸਿੱਖੋ, ਜੋ ਗੁਰੂ ਸਾਹਿਬ ਹਨ ਉਹ ਆਪਣੇ ਸਿੱਖਾਂ ਵਾਸਤੇ ਐਸੀ ਭਾਵਨਾ ਨਹੀਂ ਰੱਖਦੇ ਕਿ ਇਹਨਾਂ ਦਾ ਬੁਰਾ ਕਰੀਏ। ਅਤੇ ਜਦੋਂ ਤੱਕ ਅੰਦਰੋਂ ਭਾਵਨਾ ਨਾ ਹੋਵੇ, ਉਦੋਂ ਤੱਕ ਮੁੱਖ ਤੋਂ ਬੋਲੇ ਬਚਨਾਂ ਦਾ ਨਹੀਂ ਐਸਾ ਅਸਰ ਪੈਂਦਾ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਸਮਝਾਇਆ ਸੀ ਕਿ ਅਸੀਂ ਕਦੇ ਵੀ ਆਪਣੇ ਸਿੱਖਾਂ ਦਾ ਕੋਈ ਬੁਰਾ ਨਹੀਂ ਕਰਨਾ ਚਾਹੁੰਦੇ, ਕੋਈ ਸਰਾਪ ਨਹੀਂ ਦਿੰਦੇ, ਕੋਈ ਉਹਨਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਗੁਰੂ ਮਹਾਰਾਜ। ਇਸ ਪ੍ਰਕਾਰ ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਸਿੱਖ ਸ਼ਰਧਾਵਾਨ ਹੋਵੇ ਸਹੀ, ਫਿਰ ਸਤਿਗੁਰੂ ਮਹਾਰਾਜ ਜੀ ਆਪਣੇ ਸਿੱਖ ਦੇ ਅੰਦਰੋਂ ਜਿਹੜੀ ਖੋਟੀ ਮੱਤ ਹੈ ਅਤੇ ਮੈਲ ਹੈ, ਜਿਹੜੀ ਖੋਟੀ ਮੱਤ ਕਰਕੇ ਮੈਲਾਂ ਅੰਦਰ ਵਸੀਆਂ ਹੋਈਆਂ ਨੇ, ਉਹ ਹਿਰੈ ਨਾਸ ਕਰਦਾ ਹੈ। ਗੁਰ ਬਚਨੀ ਹਰ ਨਾਮ ਉਚਰੈ। ਅਤੇ ਫਿਰ ਜਿਹੜਾ ਉਹ ਸਿੱਖ ਹੈ ਨਾ, ਜਦੋਂ ਉਹਦੀ ਦੁਰਮਤ ਨਾ ਰਹੀ, ਖੋਟੀ ਮੱਤ ਨਾ ਰਹੀ, ਮੈਲ ਅੰਦਰ ਨਾ ਰਹੀ, ਅਤੇ ਗੁਰੂ ਦੇ ਬਚਨਾਂ ਰਾਹੀਂ ਉਹ ਫਿਰ ਹਰੀ ਦਾ ਨਾਮ ਉਚਾਰਨ ਕਰਦਾ ਹੈ। ਸਤਿਗੁਰ ਸਿੱਖ ਕੇ ਬੰਧਨ ਕੱਟ। ਫਿਰ ਐਸੇ ਸਿੱਖ ਦੇ ਸਤਿਗੁਰੂ ਮਹਾਰਾਜ ਜੀ ਬੰਧਨ ਕੱਟ ਦਿੰਦੇ ਹਨ। ਕਰਤਾ ਭੋਗਤਾ ਹੰਗਤਾ ਮਮਤਾ ਦੇ, ਵਿਕਾਰਾਂ ਦੇ, ਜੰਮਣ ਮਰਨ ਦੇ, ਜਮਾਂ ਦੇ ਬੰਧਨ ਕੱਟ ਦਿੰਦੇ ਨੇ। ਗੁਰ ਕਾ ਸਿੱਖ ਬੇਕਾਰ ਤੇ ਹਟ ਹੈ। ਇੱਕ ਵਾਰ ਇੱਕ ਮਹਾਤਮਾ ਸਨ ਅਨੰਦਪੁਰ ਸਾਹਿਬ, ਉਹਨਾਂ ਦਾ ਮਿਲਾਪ ਹੋਇਆ ਅਤੇ ਉਹਨਾਂ ਨੇ ਕਿਹਾ ਸੀ ਵੀ ਵੇਖੋ ਗੁਰੂ ਮਹਾਰਾਜ ਦੇ ਬਚਨ ਨੇ ਕਿ ਸਤਿਗੁਰ ਸਿੱਖ ਕੇ ਬੰਧਨ ਕੱਟ ਹੈ। ਅਤੇ ਬੰਧਨ ਸਤਿਗੁਰੂ ਤਾਂ ਹੀ ਕੱਟਦੇ ਨੇ ਜੇ ਗੁਰ ਕਾ ਸਿੱਖ ਬੇਕਾਰ ਤੇ ਹਟ। ਗੁਰੂ ਦਾ ਸਿੱਖ ਵੀ ਆਪਣਾ ਫਰਜ਼ ਅਦਾ ਕਰਦਾ ਹੋਵੇ ਨਾ,
ਗੁਰੂ ਦਾ ਸਿੱਖ ਵਿਕਾਰਾਂ ਤੋਂ, ਭੈੜਿਆਂ ਕਰਮਾਂ ਤੋਂ ਹਟ ਜਾਂਦਾ, ਹਟ ਕੇ ਰਹਿੰਦਾ, ਪਾਸੇ ਰਹਿੰਦਾ, ਉਹਨਾਂ ਦਾ ਤਿਆਗ ਕਰਦਾ, ਤਾਂ ਸਤਿਗੁਰੂ ਮਹਾਰਾਜ ਬੰਧਨ ਕੱਢਦੇ ਨੇ। ਜੇ ਗੁਰੂ ਦੀ ਸਿੱਖ ਕੋਈ ਲਵੇ ਹੀ ਨਾ, ਸਿੱਖਿਆ ਲਵੇ ਹੀ ਨਾ, ਧਾਰਨ ਨਾ ਕਰੇ, ਵਿਖਾਵੇ ਦਾ ਹੀ ਸਿੱਖ ਹੋਵੇ, ਤੇ ਫਿਰ ਬੰਧਨ ਨਹੀਂ ਕੱਟੇ ਜਾਂਦੇ। ਸਤਿਗੁਰ ਸਿੱਖ ਕਉ ਨਾਮ ਧਨ ਦੇ। ਸਤਿਗੁਰੂ ਮਹਾਰਾਜ ਆਪਣੇ ਸਿੱਖ ਦੇ ਤਾਈਂ ਇੱਕ ਬਹੁਤ ਉੱਚਾ ਧਨ ਹੈ ਸਤਿਗੁਰੂ ਦੇ ਪਾਸ ਜੋ ਬਖਸ਼ਦੇ ਨੇ, ਉਹ ਹੈ ਹਰੀ ਦਾ ਨਾਮ। ਸਤਿਗੁਰੂ ਮਹਾਰਾਜ ਸਿੱਖ ਦੇ ਤਾਈਂ ਨਾਮ ਰੂਪੀ ਧਨ, ਨਾਮ ਰੂਪੀ ਖਜ਼ਾਨਾ ਬਖਸ਼ਦੇ ਹਨ। ਗੁਰ ਕਾ ਸਿੱਖ ਵਡ ਭਾਗੀ ਹੈ। ਆਮ ਤੌਰ 'ਤੇ ਸੰਸਾਰੀ ਨਿਗਾਹ ਵਿੱਚ ਜੋ ਅਮੀਰ ਲੋਕ ਹੋਣ, ਧਨ ਪਦਾਰਥ, ਜ਼ਮੀਨਾਂ ਜਾਇਦਾਦਾਂ, ਘਰ-ਬਾਰ, ਕੋਠੀਆਂ, ਮਹਿਲ, ਮਾੜੀਆਂ, ਗੱਡੀਆਂ ਸਵਾਰੀਆਂ ਹੋਣ, ਉਹਨਾਂ ਨੂੰ ਵਡਭਾਗੀ ਕਿਹਾ ਜਾਂਦਾ। ਪਰ ਨਹੀਂ, ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਗੁਰੂ ਅਰਜਨ ਦੇਵ ਜੀ, ਕਿ ਗੁਰੂ ਦਾ ਸਿੱਖ ਹੋਵੇ ਜਿਹੜਾ ਬਣਿਆ, ਭਾਵੇਂ ਗਰੀਬ ਹੀ ਹੋਵੇ, ਉਹ ਵਡਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ। ਜਿਹੜਾ ਸ਼ਰਧਾਵਾਨ ਸਿੱਖ ਹੈ ਸਤਿਗੁਰੂ ਦਾ, ਸਤਿਗੁਰੂ ਮਹਾਰਾਜ ਉਸ ਦਾ ਲੋਕ ਪਰਲੋਕ ਸਵਾਰ ਦਿੰਦੇ ਹਨ ਦਾਤਾ ਜੀ। ਇਸ ਲੋਕ ਵਿੱਚ ਵੀ ਮੁੱਖ ਉਜਲਾ ਕਰਦੇ ਨੇ ਅਤੇ ਪਲਤ ਪਰਲੋਕ ਵੀ ਸਵਾਰ ਦਿੰਦੇ। ਜਿਵੇਂ ਜਿਹੜਾ ਦੁਰਗਾ ਪੰਡਤ ਸੀ, ਜਿਹਨੇ ਗੁਰੂ ਅਮਰਦਾਸ ਮਹਾਰਾਜ ਦੇ ਚਰਨ ਵਿੱਚ ਪਦਮ ਰੇਖਾ ਵੇਖੀ ਸੀ, ਜਦੋਂ ਉਹਨੇ ਹਜ਼ੂਰ ਤੋਂ ਬਚਨ ਲੈ ਲਿਆ ਸੀ ਕਿ ਜਦੋਂ ਮੈਂ ਮੰਗਾਂਗਾ ਉਦੋਂ ਇਹ ਦਾਤ ਤੁਸੀਂ ਬਖਸ਼ਿਓ, ਜੋ ਮੰਗਾਂਗਾ ਮੇਰੇ ਨਾਲ ਬਚਨ ਕਰੋ, ਤੁਸੀਂ ਬਹੁਤ ਉੱਚੀ ਪਦਵੀ 'ਤੇ ਪਹੁੰਚੋਗੇ, ਜਦੋਂ ਉਸ ਪਦਵੀ ਦੇ ਉੱਪਰ ਤੁਸੀਂ ਹੋਵੋਗੇ ਉਦੋਂ ਮੈਂ ਜੋ ਮੰਗਾਂ ਤੁਸੀਂ ਬਖਸ਼ੋਗੇ। ਤਾਂ ਸਤਿਗੁਰੂ ਮਹਾਰਾਜ ਉਹਦੇ ਪਿੰਡ, ਮਿਹੜਾ ਪਿੰਡ ਸੀ, ਉਸ ਮਿਹੜੇ ਪਿੰਡ ਦੇ ਬਾਹਰ ਸਿੱਖ ਸੰਗਤਾਂ ਸਮੇਤ ਬਰਾਜੇ ਸੀ, ਅਤੇ ਉਹਨੇ ਆ ਕੇ ਫਿਰ ਬੇਨਤੀ ਕੀਤੀ। ਤਾਂ ਹਜ਼ੂਰ ਕਹਿਣ ਲੱਗੇ, ਦੱਸ ਭਾਈ, ਇਸ ਲੋਕ ਦਾ ਸੁੱਖ ਚਾਹੀਦਾ, ਪਰਲੋਕ ਦਾ ਸੁੱਖ ਚਾਹੀਦਾ? ਤਾਂ ਉਸ ਨੇ ਬੇਨਤੀ ਕੀਤੀ, ਮਹਾਰਾਜ ਜੋ ਧਨ ਦੇਵੋ ਤਾਂ ਨਾਮ ਨਾ ਦੇਵੋ, ਨਾਮ ਬਿਨਾ ਨਰ ਜੰਮਪੁਰ ਜਾਏ, ਜੋ ਨਾਮ ਦੇਵੋ ਤੋ ਧਨ ਨਾ ਦੇਵੋ, ਧਨ ਬਿਨਾ ਨਰ ਜਗ ਨਾ ਸੁਹਾਏ। ਮਹਾਰਾਜ ਤੁਹਾਡੇ ਘਰ ਘਾਟਾ ਕੋਈ ਨਹੀਂ, ਪਰ ਤੁਸੀਂ ਕਹਿ ਰਹੇ ਹੋ ਇੱਕ ਜਹਾਨ ਦੇ ਸੁੱਖ ਜਾਂ ਇੱਥੋਂ ਦੇ ਜਾਂ ਉੱਥੋਂ ਦੇ। ਜੇ ਇੱਥੋਂ ਦੇ ਮੰਗ ਲਵਾਂ ਤੇ ਮੈਂ ਪੜ੍ਹਿਆ ਸ਼ਾਸਤਰਾਂ 'ਚੋਂ, ਗ੍ਰੰਥਾਂ 'ਚੋਂ, ਜਿਹੜੇ ਇਸ ਦੁਨੀਆ 'ਚ ਬਹੁਤੇ ਸੁੱਖ ਭੋਗਦੇ ਨੇ, ਫਿਰ ਪਰਲੋਕ ਵਿੱਚ ਦੁਰਗਤੀ ਹੁੰਦੀ ਆ। ਜੇ ਇਕੱਲਾ ਨਾਮ ਧਨ ਮੰਗ ਲਵਾਂ ਤੇ ਅਗਲੇ ਜਹਾਨ ਦੇ ਸੁੱਖ ਮਿਲ ਜਾਣ, ਤੇ ਫਿਰ ਇਸ ਜਹਾਨ ਦੇ ਚਲੇ ਗਏ। ਫਿਰ ਮੈਨੂੰ ਡਰ ਹੈ ਵੀ ਮੈਂ ਗਰੀਬ ਰਹਾਂਗਾ, ਭੁੱਖਾ ਮਰਦਾ ਰਹਾਂਗਾ, ਧੱਕੇ ਖਾਵਾਂਗਾ। ਅਤੇ ਦੂਜੀ ਗੱਲ ਵੀ ਲੋਕਾਂ ਦੇ ਵਿੱਚ ਤੁਹਾਡੀ ਦਾਤ ਪ੍ਰਗਟ ਨਹੀਂ ਹੋਣੀ। ਲੋਕਾਂ ਕਹਿਣਾ ਵੀ ਗੁਰੂ ਅਮਰਦਾਸ ਨੇ ਕੀ ਬਖਸ਼ਿਸ਼ ਕੀਤੀ ਹੈ। ਦੁਨੀਆ ਨੂੰ ਤਾਂ ਇਸ ਜਹਾਨ ਹੀ ਦਿਸਦਾ ਨਾ, ਅਗਲਾ ਜਹਾਨ ਤਾਂ ਲੋਕਾਂ ਨੂੰ ਦਿਸਦਾ ਨਹੀਂ। ਤਾਂ ਇਸ ਵਾਸਤੇ ਮਹਾਰਾਜ ਜੇ ਤੁੱਠੇ ਹੋ ਤੇ ਦੋਵਾਂ ਜਹਾਨਾਂ ਦੇ ਸੁੱਖਾਂ ਦੀ ਦਾਤ ਬਖਸ਼ੋ। ਤਾਂ ਹਜ਼ੂਰ ਹੱਸ ਪਏ, ਕਹਿਣ ਲੱਗੇ, ਪੰਡਤ ਜੀ ਬੜੇ ਤੁਸੀਂ ਤੇਜ਼ ਹੋ, ਬੜੇ ਚਲਾਕ ਨਿਕਲੇ, ਬੜੇ ਸਿਆਣੇ ਨਿਕਲੇ। ਤਾਂ ਕਹਿਣ ਲੱਗਾ, ਜੀ ਇਹ ਵੀ ਤੁਹਾਡੀ ਬਖਸ਼ਿਸ਼ ਹੈ, ਇਹ ਵੀ ਬੁੱਧੀ 'ਚ ਤੁਸਾਂ ਹੀ ਚਾਨਣ ਬਖਸ਼ਿਆ। ਤਾਂ ਮਹਾਰਾਜ ਕਹਿੰਦੇ, ਪੰਡਤ ਜੀ ਫਿਰ ਜਦੋਂ ਤੱਕ ਜਿਉਂਦੇ ਹੋ ਇਸ ਦੁਨੀਆ ਵਿੱਚ ਵੀ ਸੁੱਖਾਂ ਦੀ ਥੁੜ ਨਹੀਂ ਰਹੇਗੀ, ਪਦਾਰਥਾਂ ਦੀ, ਅਤੇ ਅਗਲੇ ਜਹਾਨ 'ਚ ਵੀ ਮੁੱਖ ਉਜਲਾ ਹੋਵੇਗਾ। ਅਸੀਂ ਤੁਹਾਨੂੰ ਇਸ ਦੁਨੀਆ ਦਾ ਧਨ ਵੀ ਬਖਸ਼ ਰਹੇ ਹਾਂ ਅਤੇ ਨਾਮ ਧਨ ਬਖਸ਼ ਰਹੇ ਹਾਂ ਅਗਲੇ ਜਹਾਨ 'ਚ ਮੁੱਖ ਉਜਲਾ ਕਰਨ ਲਈ। ਸੋ ਇਸ ਪ੍ਰਕਾਰ ਸਤਿਗੁਰੂ ਸਿੱਖ ਦਾ ਲੋਕ ਪਰਲੋਕ ਸਵਾਰਦੇ ਹਨ। ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਜੋ ਸੱਚਾ ਗੁਰੂ ਹੈ ਆਪਣੇ ਸੇਵਕ ਨੂੰ ਜੀ ਜਾਨ ਦੇ ਨਾਲ, ਜੀ ਆਤਮਾ ਨਾਲ ਸੰਭਾਲਦਾ ਹੈ। ਭਾਵ ਅੰਦਰੋਂ ਜੀ ਜਾਨ ਤੋਂ ਸੰਭਾਲਦਾ, ਭਾਵ ਦਿਲੋਂ ਹੋ ਕੇ ਸੱਚੇ ਪਾਤਸ਼ਾਹ ਜੀ ਸਿੱਖ ਨੂੰ ਯਾਦ ਰੱਖਦੇ ਨੇ। ਇੱਕ ਵਾਰੀ ਦਸਮ ਪਾਤਸ਼ਾਹ ਖੜ੍ਹੇ ਉਂਗਲਾਂ ਦੇ ਪੋਟਿਆਂ 'ਤੇ ਜਿਵੇਂ ਕੁਛ ਗਿਣੀਦਾ, ਇਸ ਤਰ੍ਹਾਂ ਕੁਛ ਕਰ ਰਹੇ ਸੀ। ਤਾਂ ਸਿੰਘਾਂ ਨੇ ਕਿਹਾ, ਮਹਾਰਾਜ ਅਸੀਂ ਸਾਰੇ ਤੁਹਾਨੂੰ ਯਾਦ ਕਰਦੇ ਹਾਂ, ਸਿੱਖ ਦੂਰ ਦੁਰਾਡੇ ਬੈਠੇ ਵੀ ਯਾਦ ਕਰਦੇ ਨੇ, ਤਾਂ ਤੁਸੀਂ ਇਹ ਉਂਗਲਾਂ ਦੇ ਪੋਟਿਆਂ 'ਤੇ ਕੀ ਗਿਣ ਰਹੇ ਸੀ? ਹਜ਼ੂਰ ਕਹਿੰਦੇ, ਫਿਰ ਜਿਹੜੇ ਸਾਨੂੰ ਯਾਦ ਕਰਦੇ ਅਸੀਂ ਉਹਨਾਂ ਦੀ ਗਿਣਤੀ ਕਰ ਰਹੇ ਹਾਂ, ਕਿੱਥੇ ਕਿੱਥੇ ਪਿਆਰੇ ਬੈਠੇ ਨੇ, ਕਿੰਨੇ ਕੁ ਸਿੱਖ ਹਨ ਸਾਨੂੰ ਭਾਵਨਾ ਨਾਲ ਯਾਦ ਕਰਨ ਵਾਲੇ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਵੀ ਦਿਲੋਂ, ਜਾਨ ਤੋਂ, ਜਿੰਦ ਤੋਂ, ਆਤਮਿਕ ਤੌਰ 'ਤੇ ਸਤਿਗੁਰੂ ਮਹਾਰਾਜ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਸੰਭਾਲਦੇ ਹਨ, ਸਾਂਭ ਕੇ ਰੱਖਦੇ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਜਿਹੜਾ ਸਤਿਗੁਰੂ ਦੇ ਘਰ ਵਿੱਚ, ਸਤਿਗੁਰੂ ਦੇ ਦਰ 'ਤੇ ਆ ਕੇ ਸੇਵਕ ਬਣ ਕੇ ਰਹਿੰਦਾ ਹੈ। ਗੁਰ ਕੀ ਆਗਿਆ ਮਨ ਮਹਿ ਸਹਿ, ਔਰ ਭਾਵਨਾ ਸਹਿਤ ਰਹਿੰਦਾ ਅਤੇ ਸਤਿਗੁਰੂ ਦੀ ਹਰ ਆਗਿਆ ਨੂੰ, ਸਤਿਗੁਰੂ ਦੇ ਹਰ ਹੁਕਮ ਨੂੰ ਮਨ ਦੇ ਅੰਦਰ ਸਹਿ ਮੈਨੇ ਸਹਾਰਦਾ ਹੈ। ਚਾਹੇ ਉਸ ਆਗਿਆ ਮੰਨਣ ਵਿੱਚ ਦੁੱਖ ਵੀ ਕਿਉਂ ਨਾ ਮਿਲੇ, ਤਾਂ ਸਾਰਾ ਦੁੱਖ ਸੁੱਖ ਆਪਣੇ 'ਤੇ ਚੱਲਦਾ। ਜੇ ਸਤਿਗੁਰੂ ਕਹਿਣ ਰਾਤ ਆ ਤਾਂ ਸਿੱਖ ਕਹਿੰਦਾ ਰਾਤ ਆ, ਜੇ ਦਿਨ ਕਹਿਣ ਤਾਂ ਦਿਨ। ਰਾਤ ਵੀ ਅੱਗੋਂ ਪਿੱਛੋਂ ਵੀ ਆਰਾਮ ਨਾ ਕਰਨ ਦੇਣ, ਕੋਈ ਕੰਮ ਬਖਸ਼ਣ,
ਕਾਰ ਸੇਵਾ ਕੋਈ ਬਖਸ਼ ਦੇਣ ਸਤਿਗੁਰੂ ਮਹਾਰਾਜ ਤਾਂ ਸਿੱਖ ਖੁਸ਼ੀ ਨਾਲ ਉਹ ਕੰਮ ਕਰਦਾ। ਇਹਨੂੰ ਕਹਿੰਦੇ ਆਗਿਆ ਨੂੰ ਸਹਾਰਨਾ। ਜਿਵੇਂ ਛੀਆਂ ਉੱਪਲ ਸੀ ਸਤਿਗੁਰਾਂ ਦਾ ਸਿੱਖ ਤੇ ਉਸ ਦੀ ਧੀ ਮੱਥੋ ਦਾ ਪ੍ਰੇਮੇ ਕੋਹੜੀ ਨੂੰ ਤੰਦਰੁਸਤ ਕਰਕੇ ਉਹਦੇ ਨਾਲ ਵਿਆਹ ਰਚਾਤਾ ਸੀ। ਭਾਵੇਂ ਘਰ ਵਾਲੀ ਕੁਛ ਨਾਰਾਜ਼ ਹੋਈ ਸੀ, ਲੰਗਰ 'ਚੋਂ ਭੱਜੀ ਆਈ ਵੀ ਮਹਾਰਾਜ ਇਹਦਾ ਨਾ ਥਾਂ ਨਾ ਥਿੱਤਾ ਨਾ ਜਾਤ ਨਾ ਪਾਤ ਕੋਈ ਜਾਣਦਾ ਹੀ ਨਹੀਂ, ਘਰ ਘਾਟ ਦਾ ਕੋਈ ਨਹੀਂ। ਮਹਾਰਾਜ ਕਹਿੰਦੇ ਨਹੀਂ, ਇਹਦਾ ਨਾਮ ਜਪਿਆ ਕਰਨਗੇ ਲੋਕ, ਮੱਥੋਂ ਮੁਰਾਰੀ ਕਿਹਾ ਕਰਨਗੇ, ਘਰ ਘਾਟ ਵਾਲੇ ਹੋਣਗੇ, ਫਿਕਰ ਨਾ ਕਰੋ, ਇਹ ਤਾਂ ਮੁਰਾਰੀ ਹੈ, ਇਹ ਪ੍ਰੇਮਾ ਕੋਹੜੀ ਨਹੀਂ ਹੈ ਹੁਣ। ਸੋ ਇਸ ਪ੍ਰਕਾਰ ਉਹ ਛੀਆਂ ਸਿੱਖ ਜਿਹੜਾ ਸੀ ਉਹਨੇ ਉਜਰ ਨਹੀਂ ਸੀ ਕੀਤਾ ਜਦੋਂ ਗੁਰੂ ਮਹਾਰਾਜ ਨੇ ਕਿਹਾ ਸੀ ਤੇਰੀ ਧੀ ਇਹਦੇ ਨਾਲ ਵਿਆਹਣੀ। ਆਪ ਧੀ ਪੇਸ਼ ਕੀਤੀ ਸੀ, ਮਹਾਰਾਜ ਤੁਸੀਂ ਕਿਹਾ ਵੀ ਇਸ ਪ੍ਰੇਮੀ ਕੋਹੜੀ ਨੂੰ ਅਸੀਂ ਮੁਰਾਰੀ ਬਣਾਉਣਤਾ, ਇਹਦੇ ਨਾਲ ਆਪਣੀ ਕੋਈ ਲੜਕੀ ਵਿਆਹੋ। ਤਾਂ ਉਸ ਭਾਈ ਛੀਏ ਨੇ ਸਤਿਗੁਰੂ ਮਹਾਰਾਜ ਦੇ ਬਚਨ 'ਤੇ ਫੁੱਲ ਚਾੜ੍ਹੇ ਸਨ। ਸੋ ਇਸ ਪ੍ਰਕਾਰ ਗੁਰੂ ਦੀ ਆਗਿਆ ਨੂੰ ਮਨ ਵਿੱਚ ਸਹਾਰਦਾ ਚੱਲਦਾ ਹੈ। ਆਪ ਸਕਉ ਕਰ ਕਛ ਨਾ ਜਨਾਵੈ, ਆਪਣੇ ਆਪ ਨੂੰ ਕੁਛ ਵੀ ਕਰਕੇ ਨਹੀਂ ਜਣਾਉਂਦਾ, ਭਾਵ ਆਪਣਾ ਕੋਈ ਹੰਕਾਰ ਹਉਮੈ ਪ੍ਰਗਟ ਨਹੀਂ ਕਰਦਾ ਹੈ। ਹਰ ਹਰ ਨਾਮ ਹਿਰਦੈ ਸਦ ਧਿਆਵੈ। ਫਿਰ ਸਤਿਗੁਰੂ ਦਾ ਸਿੱਖ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਆਪਣੇ ਹਿਰਦੇ ਦੁਆਰਾ ਸਦਾ ਹੀ ਧਿਆਉਂਦਾ, ਯਾਦ ਕਰਦਾ, ਸਿਮਰਦਾ ਹੈ, ਕਿਉਂਕਿ ਸਤਿਗੁਰੂ ਦੀ ਆਗਿਆ ਹੀ ਹੈ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਮਨ ਵੇਚੈ ਸਤਿਗੁਰ ਕੈ ਪਾਸ, ਉਹ ਆਪਣੇ ਮਨ ਦੇ ਤਾਈਂ ਸਤਿਗੁਰੂ ਦੇ ਪਾਸ ਵੇਚ ਹੀ ਦਿੰਦਾ। ਬੈ ਖਰੀਦ ਹੋਂ ਦਾਸਰੋ ਤੇਰਾ, ਇੰਜ ਦਾ ਦਾਸ ਬਣਦਾ ਵੀ ਮਹਾਰਾਜ ਤੁਸੀਂ ਮੈਨੂੰ ਖਰੀਦ ਲਿਆ ਆ। ਜਿਵੇਂ ਸੀਸ ਮੰਗਿਆ ਸੀ ਕਲਗੀਧਰ ਪਾਤਸ਼ਾਹ ਨੇ ਵੀ ਕੋਈ ਸਿੱਖ ਸੀਸ ਅਰਪਣ ਕਰੇ, ਆਪਣਾ ਸਿਰ ਅਰਪਣ ਕਰੇ। ਦੂਜਾ ਬਚਨ ਫਿਰ ਤੀਜੇ ਬਚਨ 'ਤੇ ਭਾਈ ਦਇਆ ਰਾਮ ਲਾਹੌਰੀਏ ਉੱਠੇ ਸਨ ਤਾਂ ਕਿਹਾ ਮਹਾਰਾਜ ਖਿਮਾ ਕਰ ਦਿਓ, ਜਿਸ ਦਿਨ ਤੁਹਾਡੇ ਮੁਬਾਰਕ ਚਰਨਾਂ 'ਤੇ ਕਦਮਾਂ 'ਤੇ ਮੱਥਾ ਟੇਕਿਆ ਸੀ, ਸੀਸ ਤਾਂ ਉਦਣ ਹੀ ਆਪ ਜੀ ਨੂੰ ਅਰਪਣ ਕਰ ਦਿੱਤਾ ਸੀ, ਅਤੇ ਹੁਣ ਇਸ ਵੇਲੇ ਭੁਲੇਖੇ 'ਚ ਪੈ ਗਿਆ ਸੀਸ ਨੂੰ ਆਪਣਾ ਮੰਨ ਕੇ ਮੈਂ ਬੈਠਾ ਰਿਹਾ, ਤੀਜੇ ਬਚਨ ਨਾਲ ਉੱਠਿਆ ਹਾਂ, ਪਹਿਲੇ ਬਚਨ ਨਾਲ ਉੱਠਣਾ ਚਾਹੀਦਾ ਸੀ। ਮਹਾਰਾਜ ਸੀਸ ਹਾਜ਼ਰ ਹੈ ਪਰ ਖਿਮਾ ਵੀ ਕਰ ਦਿਓ। ਇਸ ਪ੍ਰਕਾਰ ਮਨ ਵੇਚਿਆ ਸਤਿਗੁਰ ਕੈ ਪਾਸ, ਅਸੀਂ ਮਨ ਨਹੀਂ ਵੇਚਦੇ, ਜਿਹੜਾ ਸਿੱਖ ਮਨ ਵੇਚ ਦਿੰਦਾ ਸਤਿਗੁਰਾਂ ਦੇ ਪਾਸ। ਤੇ ਸੇਵਕ ਕੇ ਕਾਰਜ ਰਾਸ, ਉਸ ਸੇਵਕ ਦੇ ਸਾਰੇ ਕਾਜ ਰਾਸ ਆ ਗਏ, ਸਾਰੇ ਕੰਮ ਰਾਸ ਆ ਗਏ, ਸਿਰੇ ਚੜ੍ਹ ਗਏ ਸਮਝੋ। ਲੋਕ ਪ੍ਰਲੋਕ ਦੇ ਦੁਨੀਆ ਦੇ ਵਿਵਹਾਰਕ ਕਾਰਜ ਵੀ ਅਤੇ ਜਿਹੜੇ ਪਰਮਾਰਥਕ ਕਾਰਜ ਹੈ, ਜਿਸ ਵੱਖਰ ਕੋ ਲੈਣ ਤੂੰ ਆਇਆ, ਉਹ ਜਿਹੜਾ ਕਾਰਜ ਹੈ ਉਹ ਵੀ ਸਿਰੇ ਚੜ੍ਹ ਜਾਂਦਾ। ਸੇਵਾ ਕਰਤ ਹੋਏ ਨਿਹਕਾਮੀ, ਸਤਿਗੁਰੂ ਦੇ ਦਰ 'ਤੇ ਰਹਿ ਕੇ ਸੇਵਾ ਕਰਦਾ ਕਰਦਾ ਉਹ ਨਿਸ਼ਕਾਮੀ ਹੋ ਜਾਂਦਾ। ਪਹਿਲਾਂ ਤਾਂ ਕਾਮਨਾ ਸਹਿਤ ਹੀ ਗੁਰੂ ਮਹਾਰਾਜ ਦੇ ਚਰਨਾਂ 'ਚ ਸਿੱਖ ਆਉਂਦੇ ਨੇ, ਪਰ ਸਤਿਗੁਰੂ ਦੇ ਉਪਦੇਸ਼ ਦੀਆਂ ਸੱਟਾਂ ਵੱਜ ਵੱਜ ਕੇ ਫਿਰ ਨਿਸ਼ਕਾਮੀ ਸਿੱਖ ਹੋ ਜਾਂਦਾ, ਕਾਮਨਾ ਹੀ ਕੋਈ ਨਹੀਂ ਰਹਿੰਦੀ। ਤਿਸ ਕਉ ਹੋਤ ਪ੍ਰਾਪਤ ਸੁਆਮੀ, ਪਹਿਲਾਂ ਦਾਤਾਂ ਮਿਲਦੀਆਂ, ਇੱਛਾ ਪੂਰੀਆਂ ਹੁੰਦੀਆਂ ਨੇ। ਜਦੋਂ ਸਿੱਖ ਨਿਸ਼ਕਾਮੀ ਹੋ ਜਾਂਦਾ ਕਾਮਨਾ ਤੋਂ ਰਹਿਤ, ਅਤੇ ਫਿਰ ਉਹਨੂੰ ਸੁਆਮੀ ਅਕਾਲ ਪੁਰਖ ਪਰਮਾਤਮਾ ਪ੍ਰਾਪਤ ਹੋ ਜਾਂਦਾ, ਯਾਨੀ ਗਿਆਨ ਪ੍ਰਾਪਤ ਹੋ ਜਾਂਦਾ ਵਾਹਿਗੁਰੂ ਦਾ। ਆਪਣੀ ਕਿਰਪਾ ਜਿਸ ਆਪ ਕਰੇ, ਜਿਸ ਦੇ ਉੱਪਰ ਵਾਹਿਗੁਰੂ ਆਪਣੀ ਕਿਰਪਾ ਕਰ ਦਿੰਦਾ ਹੈ, ਨਾਨਕ ਸੋ ਸੇਵਕ ਗੁਰ ਕੀ ਮਤ ਲੈ। ਹਜ਼ੂਰ ਗੁਰੂ ਅਰਜਨ ਦੇਵ ਫਰਮਾਉਂਦੇ ਕਿ ਉਹ ਸੇਵਕ ਹੀ ਗੁਰਾਂ ਦੀ ਮੱਤ ਲੈਂਦਾ ਹੈ, ਗੁਰਾਂ ਦੀ ਮੱਤ ਨੂੰ ਸੁਣ ਕੇ ਗ੍ਰਹਿਣ ਕਰਦਾ ਹੈ, ਧਾਰਨ ਕਰਦਾ ਹੈ, ਜਿਸ 'ਤੇ ਵਾਹਿਗੁਰੂ ਆਪ ਕਿਰਪਾ ਕਰਦਾ। ਜਾਂ ਸਤਿਗੁਰੂ ਖੁਦ ਜਿਸ 'ਤੇ ਕਿਰਪਾ ਕਰਦੇ, ਇੱਕੋ ਰੂਪ ਹਨ ਸਤਿਗੁਰੂ ਅਤੇ ਵਾਹਿਗੁਰੂ, ਆਪ ਹੀ ਕਿਰਪਾ ਕਰਨ ਤਾਂ ਸੇਵਕ ਸਤਿਗੁਰਾਂ ਦੀ ਮੱਤ ਨੂੰ ਅੰਗੀਕਾਰ ਕਰਦਾ। 20 ਵਿਸਵੇ ਗੁਰ ਕਾ ਮਨ ਮਾਨੈ, 20 ਵਿਸਵੇ, ਜਿਵੇਂ ਧਰਤੀ ਜ਼ਮੀਨ ਮਿਲਣ ਵੇਲੇ 20 ਵਿਸਿਆਂ ਦਾ ਸ਼ਾਇਦ ਇੱਕ ਮਰਲਾ ਹੁੰਦਾ ਹੈ ਕਿ ਗਿਣਤੀ ਮਿਣਤੀ ਹੈ। 20 ਵਿਸਵੇ ਦਾ ਮਤਲਬ ਪੂਰਨ ਤੌਰ 'ਤੇ, 20 ਵਿਸਵੇ ਮੁਕੰਮਲ ਤੌਰ 'ਤੇ ਗੁਰੂ ਦਾ ਮਨ ਮੰਨ ਜਾਂਦਾ, ਅਤੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਂਦਾ, ਭਾਵ ਪੂਰਨ ਤੌਰ 'ਤੇ ਸਤਿਗੁਰੂ ਮਹਾਰਾਜ ਜਿਸ ਸਿੱਖ 'ਤੇ ਰੀਝ ਪੈਂਦੇ, ਉਹ ਸੇਵਕ ਜੋ ਹੈ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਦੀ ਗਤ ਪ੍ਰਾਪਤੀ ਨੂੰ ਜਾਣ ਲੈਂਦਾ। ਗਤ ਵਾਹਿਗੁਰੂ ਦੀ ਮਨਸ਼ਾ, ਜਾਂ ਇਸੇ ਤਰ੍ਹਾਂ ਵੀ ਅੰਦਰਲੀ ਜਿਹੜੀ ਆਤਮਿਕ ਅਵਸਥਾ ਹੈ ਉਹ ਗਤ ਨੂੰ ਜਾਣ ਲੈਂਦਾ ਹੈ। ਸੋ ਸਤਿਗੁਰ ਜਿਸ ਹਿਰਦੈ ਹਰਿਨਾਉ, ਉਹੀ ਪੂਰਾ ਸਤਿਗੁਰੂ ਹੈ। ਸੱਚਾ ਗੁਰੂ ਉਹੀ ਹੈ ਜਿਸ ਦੇ ਹਿਰਦੇ 'ਚ ਹਰੀ ਦਾ ਨਾਮ ਟਿਕਿਆ ਹੋਇਆ, ਵਾਸ਼ਨਾਵਾਂ ਨਹੀਂ, ਕੋਈ ਵਿਕਾਰ ਨਹੀਂ, ਉਹ ਸਤਿਗੁਰੂ ਹੈ।
ਅਨਕ ਬਾਰ ਗੁਰ ਕੋ ਬਲ ਜਾਓ। ਅਨੇਕਾਂ ਵਾਰੀ, ਇੱਕ ਵਾਰੀ ਨਹੀਂ, ਹਜ਼ਾਰਾਂ ਵਾਰੀ, ਲੱਖਾਂ ਕਰੋੜਾਂ ਵਾਰੀ ਆਪਣੇ ਸਤਿਗੁਰੂ ਤੋਂ ਮੈਂ ਬਲਿਹਾਰ ਜਾਵਾਂ, ਜਾਂ ਸਾਨੂੰ ਸਿੱਖਿਆ ਦੇ ਰਹੇ ਨੇ ਬਲਿਹਾਰ ਜਾਓ। ਸਰਬ ਨਿਧਾਨ ਜੀ ਕਾ ਦਾਤਾ, ਸਾਰੇ ਖਜ਼ਾਨਿਆਂ ਦਾ ਤੇ ਆਤਮਦਾਨ ਦਾ, ਆਤਮ ਗਿਆਨ ਦਾ ਦਾਤਾ ਹੈ ਸਤਿਗੁਰੂ। ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਅੱਠੇ ਪਹਿਰ ਪਾਰ ਬ੍ਰਹਮ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ, ਆਨੰਦ ਵਿੱਚ ਰਤਿਆ ਹੋਇਆ ਹੁੰਦਾ ਗੁਰੂ। ਬ੍ਰਹਮ ਮੈਂ ਜਨ ਜਨਮੈ ਪਾਰ ਬ੍ਰਹਮ, ਕਿਉਂਕਿ ਬ੍ਰਹਮ ਦੇ ਵਿੱਚ ਜਨ ਸਮਾਇਆ ਹੋਇਆ ਸੇਵਕ, ਤੇ ਉਸ ਜਨ ਦੇ ਅੰਦਰ ਪਾਰ ਬ੍ਰਹਮ ਵਸਿਆ ਹੋਇਆ। ਦੋਵੇਂ ਓਤ ਪੋਤ ਹਨ। ਇੱਕ ਹੈ ਆਪ ਨਹੀਂ ਕਛ ਭਰਮ, ਸੋ ਉਹ ਸਤਿਗੁਰੂ ਤੇ ਉਹ ਅਕਾਲ ਪੁਰਖ ਇੱਕੋ ਹੀ ਹਨ। ਦੋਵੇਂ ਆਪ ਇੱਕ ਹੀ ਹੈ ਪਰਮਾਤਮਾ, ਤੇ ਸਤਿਗੁਰੂ ਇੱਕੋ ਰੂਪ ਹੋਏ ਨੇ। ਇਸ ਗੱਲ ਵਿੱਚ ਕੋਈ ਭਰਮ ਨਹੀਂ ਹੈ। ਸਹਿਸ ਸਿਆਣਪ ਲਿਆ ਨਾ ਜਾਈਐ, ਹਜ਼ਾਰਾਂ ਸਿਆਣਪਾਂ ਦੁਆਰਾ ਐਸੇ ਸਤਿਗੁਰੂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਆਪਣ ਲੀਆ ਜੇ ਮਿਲੈ ਤਾਂ ਸਭ ਕੋ ਭਾਗਠ ਹੋਏ, ਆਪਣੇ ਯਤਨਾਂ ਦੇ ਨਾਲ ਨਹੀਂ ਪ੍ਰਾਪਤ ਕੀਤਾ ਜਾਂਦਾ। ਨਾਨਕ ਐਸਾ ਗੁਰ ਵੱਡ ਭਾਗੀ ਪਾਈਐ। ਹਜ਼ੂਰ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਜੀ ਕਿ ਐਸਾ ਪੂਰਾ ਸਤਿਗੁਰੂ, ਅਸਲੀ ਸਤਿਗੁਰੂ ਵੱਡਿਆਂ ਭਾਗਾਂ ਕਰਕੇ ਪਾਈਦਾ ਹੈ। ਸਫਲ ਦਰਸ਼ਨ ਪੇਖਤ ਪੁਨੀਤ, ਐਸੇ ਸਤਿਗੁਰੂ ਦਾ ਜੋ ਦਰਸ਼ਨ ਹੈ ਉਹ ਸਫਲਾ ਹੈ, ਅਨੇਕਾਂ ਫਲਾਂ ਨੂੰ ਦੇਣ ਵਾਲਾ। ਨਿਸਫਲ ਨਹੀਂ ਪੇ ਦਰਸ਼ਨ ਕਰੀਏ ਤੇ ਫਲ ਕੋਈ ਨਾ ਮਿਲੇ ਚੰਗਾ, ਨਹੀਂ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਵੀ ਹੋਵਨਹਾਰਾ, ਜਿਵੇਂ ਕਿਹਾ ਹੈ। ਸਤਿਗੁਰੂ ਦਾ ਦਰਸ਼ਨ ਸਫਲ ਹੈ। ਔਰ ਪੇਖਤ ਪੁਨੀਤ, ਭਾਵਨਾ ਅੰਦਰ ਹੋਵੇ ਤੇ ਭਾਵਨਾ ਦੀਆਂ ਅੱਖਾਂ ਨਾਲ ਵੇਖੀਏ ਸਤਿਗੁਰੂ ਮਹਾਰਾਜ ਨੂੰ, ਤੇ ਵੇਖਦਿਆਂ ਹੀ ਪੁਨੀਤ ਹੋ ਜਾਈਦਾ, ਪਵਿੱਤਰ ਹੋ ਜਾਈਦਾ। ਦਰਸ਼ਨ ਪਰਸਤ ਚਰਨ ਗਤ ਨਿਰਮਲ ਰੀਤ, ਸਤਿਗੁਰੂ ਦੇ ਚਰਨ ਪਰਸਦਿਆਂ ਛੂੰਹਦਿਆਂ ਹੀ ਗਤ ਮੁਕਤੀ ਹੋ ਜਾਂਦੀ ਹੈ, ਗਤ ਉੱਚੀ ਅਵਸਥਾ ਪ੍ਰਾਪਤ ਹੁੰਦੀ ਹੈ। ਤੇ ਜੀਵਨ ਦੀ ਜਿਹੜੀ ਰੀਤ ਮਰਿਆਦਾ ਹੈ, ਜੀਵਨ ਜਾਚ ਹੈ, ਜੀਵਨ ਦੀ ਜੋ ਜੁਗਤੀ ਹੈ, ਜੋ ਢੰਗ ਤਰੀਕਾ ਜਿਉਣ ਦਾ, ਉਹ ਵੀ ਨਿਰਮਲ ਉਜਲ ਤੇ ਪਵਿੱਤਰ ਹੋ ਜਾਂਦਾ ਹੈ। ਭੇਟਤ ਸੰਗ ਰਾਮ ਗੁਣ ਰਵੇ, ਸਤਿਗੁਰੂ ਦੇ ਮਿਲਾਪ ਦੁਆਰਾ ਰਾਮ ਪਰਮਾਤਮਾ ਅਕਾਲ ਪੁਰਖ ਦੇ ਗੁਣਾਂ ਨੂੰ ਰਵੇ ਉਚਾਰਨ ਕਰਨ ਲੱਗ ਪਈਦਾ ਹੈ। ਪਾਰ ਬ੍ਰਹਮ ਕੀ ਦਰਗਹ ਗਵੇ, ਤੇ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੀ ਦਰਗਾਹ ਵਿੱਚ ਵੀ ਗਮਨ ਹੋ ਜਾਂਦਾ ਹੈ। ਭਾਵ ਉੱਥੋਂ ਤੱਕ ਪਹੁੰਚ ਹੋ ਜਾਂਦੀ ਹੈ, ਰਸੀਦ ਹੋ ਜਾਂਦੀ ਹੈ ਵਾਹਿਗੁਰੂ ਦੇ ਦਰਬਾਰ ਤੱਕ। ਸੁਨ ਕਰ ਬਚਨ ਕਰਨ ਆਗਾਨੇ, ਐਸੇ ਸਤਿਗੁਰੂ ਮਹਾਰਾਜ ਦੇ ਪਵਿੱਤਰ ਮੁਬਾਰਕ ਬਚਨ ਸੁਣ ਕੇ ਜਿਹੜੇ ਕੰਨ ਹਨ, ਉਹ ਦੁਨੀਆ ਦੀਆਂ ਹੋਰ ਗੱਲਾਂ ਵੱਲੋਂ ਰੱਜ ਜਾਂਦੇ। ਭਾਵ ਹੋਰ ਗੱਲਾਂ, ਨਿੰਦਿਆ ਚੁਗਲੀ ਗੰਧਣ ਵੈਣ ਹੋਰ ਗੀਤ ਸੁਣਨ ਵਾਸਤੇ ਫਿਰ ਕੰਨ ਜਿਹੜੇ ਉਹ ਤਿਆਰ ਨਹੀਂ ਹੁੰਦੇ। ਵਾਸ਼ਨਾ ਤ੍ਰਿਸ਼ਨਾ ਬੁੱਝ ਜਾਂਦੀਆਂ ਹਨ, ਮਨੋਂ ਕੰਨ ਰੱਜ ਹੀ ਜਾਂਦੇ ਨੇ। ਸਤਿਗੁਰੂ ਦੇ ਬਚਨਾਂ ਦਾ ਐਸਾ ਪ੍ਰਭਾਵ ਹੈ, ਜੋ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਦਾ, ਉਹਦੇ ਕੰਨ ਰੱਜ ਜਾਂਦੇ ਨੇ। ਮਨ ਸੰਤੋਖ ਆਤਮ ਪਤੀਆਨੇ, ਮਨ ਵਿੱਚ ਸੰਤੋਖ ਆ ਜਾਂਦਾ ਗੁਰੂ ਦੇ ਬਚਨਾਂ ਦੁਆਰਾ। ਤੇ ਆਤਮ ਪਤੀਆਨੇ, ਮਨ ਪਤੀਜ ਜਾਂਦਾ ਸਤਿਗੁਰੂ ਤੇ, ਆਤਮਿਕ ਤੌਰ ਤੇ ਪਤੀਆਨਾ ਪਤੀਜ ਜਾਂਦਾ ਹੈ ਸੇਵਕ। ਪੂਰਾ ਗੁਰ ਅਖਿਆਉ ਜਾ ਕਾ ਮੰਤਰ, ਸਤਿਗੁਰੂ ਪੂਰਾ ਹੈ ਤੇ ਜਿਸ ਦਾ ਮੰਤਰ ਉਪਦੇਸ਼ ਅਖਿਆਉ ਅਟਲ ਹੈ, ਨਾਸ ਤੋਂ ਰਹਿਤ, ਭਾਵ ਸਦਾ ਹੀ ਕਲਿਆਣ ਕਰਨ ਵਾਲਾ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਉਹ ਪੂਰੇ ਸਤਿਗੁਰੂ ਦੀ ਦ੍ਰਿਸ਼ਟੀ ਵਿੱਚ ਹੈ ਅੰਮ੍ਰਿਤ। ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਕਾਲਖ ਖਨ ਤਾਰ, ਤਿਮਰ ਗਿਆਨ ਜਾਹੇ ਦਰਸ ਦੁਆਰ। ਬਹੁਤ ਮਿੱਠੀ ਤੱਕਣੀ ਹੈ ਸਤਿਗੁਰੂ ਦੀ, ਉਹਨਾਂ ਦੀ ਦ੍ਰਿਸ਼ਟੀ, ਉਹਨਾਂ ਦੀ ਨਜ਼ਰ ਵਿੱਚ ਅੰਮ੍ਰਿਤ ਹੈ। ਆਤਮਿਕ ਮੌਤ ਨੂੰ ਮਾਰ ਦੇਣ ਵਾਲੀ ਦ੍ਰਿਸ਼ਟੀ ਹੈ ਸਤਿਗੁਰੂ ਜੀ ਦੀ। ਤੇ ਉਹ ਦ੍ਰਿਸ਼ਟੀ ਪਾ ਕੇ ਜਿੱਧਰ ਸਤਿਗੁਰੂ ਜੀ ਵੇਖਦੇ ਹਨ, ਉਸ ਜੀਵ ਤੇ ਵੇਖ ਕੇ ਦ੍ਰਿਸ਼ਟੀ ਪਾ ਕੇ ਉਹਨੂੰ ਸੰਤ ਬਣਾ ਦੇਣਾ। ਜਿਹਦੇ ਵੱਲ ਅੰਮ੍ਰਿਤ ਦ੍ਰਿਸ਼ਟੀ ਨਾਲ ਵੇਖਦਾ ਪੂਰਾ ਸਤਿਗੁਰੂ, ਉਹ ਹੋ ਜਾਂਦਾ ਸੰਤ। ਜਿਵੇਂ ਬਾਬਾ ਬੁੱਢਾ ਜੀ ਵਰਗੇ ਨੇਕਾਂ ਗੁਰਸਿੱਖ ਸਤਿਗੁਰਾਂ ਨੇ ਸੰਤ ਬਣਾਏ। ਗੁਣ ਬੇਅੰਤ ਕੀਮਤ ਨਹੀਂ ਪਾਏ, ਬੇਅੰਤ ਗੁਣ ਹਨ ਸੱਚੇ ਪਾਤਸ਼ਾਹ ਦੇ, ਤੇ ਉਹਨਾਂ ਗੁਣਾਂ ਦੀ ਕੀਮਤ ਨਹੀਂ ਪਾਈ ਜਾਂਦੀ, ਮੁੱਲ ਨਹੀਂ ਪਾਇਆ ਜਾ ਸਕਦਾ। ਨਾਨਕ ਜਿਸ ਭਾਵ ਹੈ ਤਿਸ ਲਏ ਮਿਲਾਏ। ਹਜ਼ੂਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜਿਹੜਾ ਜੀਵ ਸਤਿਗੁਰੂ ਨੂੰ ਪਾਉਂਦਾ ਹੈ, ਉਹਨੂੰ ਸੱਚੇ ਪਾਤਸ਼ਾਹ ਮਿਲਾ ਲੈਂਦੇ ਹਨ, ਜਿਹੜਾ ਚੰਗਾ ਲੱਗਦਾ।
ਜਿਸ ਦੀ ਭਾਵਨਾ ਹੋਵੇ, ਜਿਹਨੂੰ ਮਿਲਾਉਣਾ ਭਾਉਂਦਾ ਹੈ ਸਤਿਗੁਰੂ ਨੂੰ, ਵਾਹਿਗੁਰੂ ਨੂੰ, ਉਹਨੂੰ ਆਰੇ ਮਿਲਾ ਹੀ ਲੈਂਦੇ ਆ। ਇਹ ਟੇਕ ਬਖਸ਼ਿਸ਼ ਤੇ ਹੈ ਕਿ ਆਪ ਬਖਸ਼ਿਸ਼ ਕਰਕੇ ਮਿਲਾਉਣਗੇ, ਆਪਣੇ ਕਰਮ ਤੇ ਟੇਕ ਨਹੀਂ ਹੈ। ਜਿਹਵਾ ਏਕ ਉਸਤਤ ਅਨੇਕ, ਕਹਿੰਦੇ ਜੀਵ ਸਾਡੀ ਇੱਕ ਹੈ ਤੇ ਉਸਤਤੀ ਵਡਿਆਈ ਸਿਫਤ ਪਰਮਾਤਮਾ ਦੀ ਅਨੇਕਾਂ ਤਰ੍ਹਾਂ ਦੀ ਹੈ। ਗੁਣ ਬੇਅੰਤ ਹਨ, ਉਸਤਤਾਂ ਅਨੇਕਾਂ ਹਨ। ਇੱਕ ਜੀਵ ਦੇ ਨਾਲ ਕਿੰਨੀ ਕੁ ਉਸਤਤ ਕਰੀਏ, ਵਾਹਿਗੁਰੂ ਦੀ ਬੇਅੰਤ ਉਸਤਤ ਹੈ। ਸਤਿਪੁਰਖ ਪੂਰਨ ਵਿਵੇਕ, ਸਤਿਗੁਰੂ ਜੀ ਸਤਿਪੁਰਖ ਪਰਮੇਸ਼ਰ ਸਰੂਪ ਨੇ। ਜਿਵੇਂ ਰਹਿ ਰਾਸ ਸਾਹਿਬ ਵਿੱਚ ਚੌਥੇ ਪਾਤਸ਼ਾਹ ਦਾ ਬਚਨ ਹੈ ਗੂਜਰੀ ਰਾਗ ਵਿੱਚ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ। ਹਰੀ ਦੇ ਜਨ ਹਨ, ਮੁਖ ਤੋਂ ਭਗਤੀ ਵਾਲੇ ਬਚਨ ਉਚਾਰੇ ਹਨ। ਸਤਿਪੁਰਖ ਅਕਾਲ ਪੁਰਖ ਦਾ ਰੂਪ ਹਨ, ਔਰ ਸਤਿਗੁਰੂ ਸਤ ਉਪਦੇਸ਼ਟਾ ਹਨ, ਕਿਉਂਕਿ ਸਰੀਰ ਧਾਰ ਕੇ ਸੱਚ ਦਾ ਉਪਦੇਸ਼ ਦੇ ਰਹੇ ਨੇ। ਸਤਿਪੁਰਖ ਪਰਮਾਤਮਾ 'ਚ ਭੇਦ ਹਨ, ਉਸੇ ਦਾ ਸਰੂਪ ਨੇ ਸਰਗੁਣ। ਇਸ ਪ੍ਰਕਾਰ ਸਤਿਗੁਰਾਂ ਵਾਸਤੇ ਵੀ ਬਚਨ ਹੈ ਸਤਿਪੁਰਖ ਪੂਰਨ ਵਿਵੇਕ। ਪੂਰਨ ਹਨ ਸਾਰੀਆਂ ਕਲਾ ਸ਼ਕਤੀਆਂ ਬਰਕਤਾਂ ਗੁਣਾਂ ਕਰਕੇ, ਕੋਈ ਉਣਤਾ ਹੀ ਨਹੀਂ। ਵਿਵੇਕ ਜਿਹੜਾ ਗਿਆਨ ਹੈ ਉਹ ਪੂਰਨ ਹੈ, ਸੱਚੇ ਪਾਤਸ਼ਾਹ ਦਾ ਪੂਰਨ ਗਿਆਨ ਸਰੂਪ ਹਨ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਵਿਵੇਕ ਨਾਮ ਵਿਚਾਰ ਦਾ ਵੀ ਹੈ, ਉਹਨਾਂ ਦੀ ਵਿਚਾਰ ਪੂਰਨ ਹੈ। ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਜਿਹੜਾ ਪ੍ਰਾਣਾਧਾਰੀ ਜੀਵ ਹੈ ਨਾ, ਸਵਾਸਾਂ ਦਾ ਪੁਤਲਾ ਹੈ ਜੀਵ, ਕਿਸੇ ਬੋਲ ਨਾਲ ਬੋਲ ਕੇ ਉਹਨਾਂ ਤੱਕ ਪਹੁੰਚ ਨਹੀਂ ਸਕਦਾ। ਭਾਵ ਪਰਮਾਤਮਾ ਅਗੰਮ ਹੈ, ਸਤਿਗੁਰੂ ਅਗੰਮ ਹਨ, ਕਿਸੇ ਬੋਲ ਵਚਨ ਨਾਲ ਵੀ ਨਹੀਂ ਪਹੁੰਚ ਸਕਦਾ ਇਹ ਜੀਵ, ਪਾਵੰਤ ਨਹੀਂ ਪਾ ਸਕਦਾ। ਅਗਮਾ ਗੋਚਰ ਪ੍ਰਭ ਨਿਰਬਾਨੀ, ਉਹ ਮਨ ਦੀ ਗਮਤਾ ਤੋਂ ਪਹੁੰਚ ਤੋਂ ਪਰੇ ਹੈ, ਅਗੋਚਰ ਇੰਦਰੀਆਂ ਤੋਂ ਅਵਿਸ਼ੇ ਹੈ, ਤੇ ਪ੍ਰਭੂ ਨਿਰਵਾਣੀ ਨਿਰਬੰਧ ਸਰੂਪ ਹੈ, ਵਾਸ਼ਨਾ ਰਹਿਤ ਹੈ। ਨਿਰਾਹਾਰ ਨਿਰਵੈਰ ਸੁਖਦਾਈ, ਨਿਰਆਹਾਰ, ਉਸ ਨੂੰ ਕਿਸੇ ਭੋਜਨ ਦੀ ਜ਼ਰੂਰਤ ਨਹੀਂ ਹੈ। ਜਿਵੇਂ ਸਾਖੀਆਂ 'ਚ ਵੀ ਬੜੇ ਬਚਨ ਲਿਖੇ ਨੇ ਕਿ ਸਤਿਗੁਰੂ ਮਹਾਰਾਜ ਬਹੁਤ ਭੋਜਨ ਘੱਟ ਛਕਦੇ ਸੀ, ਕਈ ਦਿਨ ਭੋਜਨ ਸਤਿਗੁਰੂ ਨਾਨਕ ਦੇਵ ਜੀ ਕੁਛ ਵੀ ਅੰਗੀਕਾਰ ਨਹੀਂ ਸੀ ਕਰਦੇ। ਮਤਲਬ ਹੈ ਉਹਨਾਂ ਦੀ ਅਵਸਥਾ ਨੂੰ ਤਾਂ ਨਹੀਂ ਬਿਆਨ ਕੀਤਾ ਜਾ ਸਕਦਾ, ਪਰ ਹਜ਼ੂਰ ਦੇ ਮੁੱਖ ਵਾਕ ਵਚਨ ਨੇ ਸੰਤਾਂ ਭਗਤਾਂ ਬਾਰੇ। ਗੁਰਮੁਖ ਅੰਤਰ ਸਹਿਜ ਹੈ ਮਨ ਚੜ੍ਹਿਆ ਦਸਵੇਂ ਆਕਾਸ, ਤਿੱਥੈ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿਥੈ ਆਤਮ ਰਾਮ ਪ੍ਰਗਾਸ। ਨਿਰਾਹਾਰ, ਆਹਾਰ ਭੋਜਨ ਤੋਂ ਬਿਨਾਂ ਹਨ, ਉਹਨਾਂ ਨੂੰ ਕਿਸੇ ਭੋਜਨ ਦੀ ਲੋੜ ਨਹੀਂ, ਵਾਹਿਗੁਰੂ ਨੂੰ ਤੇ ਸਤਿਗੁਰੂ। ਨਿਰਵੈਰ, ਕਿਸੇ ਨਾਲ ਕੋਈ ਵੈਰ ਨਹੀਂ ਹੈ। ਸੁਖਦਾਈ, ਸਾਰਿਆਂ ਵਾਸਤੇ ਸੁਖ ਦਾਤੇ ਹਨ, ਤਾਂ ਕਿ ਕੀਮਤ ਕਿਨੈ ਨਾ ਪਾਈ, ਔਰ ਉਹਨਾਂ ਦੀ ਕੀਮਤ ਨੂੰ, ਉਹਨਾਂ ਦੇ ਮੁੱਲ ਨੂੰ ਕਿਸੇ ਨੇ ਨਹੀਂ ਪਾਇਆ। ਭਾਵ ਕੋਈ ਉਹਨਾਂ ਦਾ ਮੁੱਲ ਨਹੀਂ ਜਾਣਦਾ, ਕੋਈ ਕੀਮਤ ਨਹੀਂ ਜਾਣਦਾ ਕਿ ਕਿੰਨੀ ਕੁ ਸੇਵਾ ਕਰਨ ਨਾਲ ਮਹਾਰਾਜ ਰੀਝਦੇ ਆ, ਕਿੰਨੀ ਭੇਟਾ ਕਰਨ ਨਾਲ ਰੀਝ ਪੈਣਗੇ, ਕਿੰਨੀ ਤਪੱਸਿਆ ਕਰਨ ਨਾਲ ਰੀਝ ਪੈਣਗੇ, ਕਿੰਨਾ ਨਾਮ ਜਪਣ ਨਾਲ ਪਾ ਲਵਾਂਗੇ ਆਪਾਂ, ਕੀਮਤ ਨਹੀਂ ਪਾਈ ਜਾਂਦੀ। ਸੋ ਅਨਕ ਭਗਤ ਬੰਦਨ ਨਿਤ ਕਰੈ, ਅਨੇਕਾਂ ਭਗਤ ਉਹਨਾਂ ਦੇ ਨਿਤ ਹੀ ਵਾਹਿਗੁਰੂ ਜੀ ਨੂੰ ਬੰਦਨਾ ਕਰਦੇ, ਸਤਿਗੁਰਾਂ ਨੂੰ ਨਮਸਕਾਰਾਂ ਕਰਦੇ ਨੇ। ਚਰਨ ਕਮਲ ਹਿਰਦੈ ਸਿਮਰਹਿ, ਤੇ ਸਤਿਗੁਰੂ ਦੇ ਜਿਹੜੇ ਕਮਲ ਵਰਗੇ ਸੋਹਣੇ ਸੁੰਦਰ ਚਰਨ ਹਨ, ਉਹਨਾਂ ਨੂੰ ਆਪਣੇ ਹਿਰਦਿਆਂ ਅੰਦਰ ਸਿਮਰਦੇ ਹਨ ਗੁਰਮੁਖ ਪਿਆਰੇ ਸੇਵਕ ਉਹਨਾਂ ਦੇ। ਸਦ ਬਲਿਹਾਰੀ ਸਤਿਗੁਰੇ ਆਪਣੇ, ਆਪਣੇ ਸੱਚੇ ਗੁਰੂ ਤੋਂ ਸਦਾ ਵਾਸਤੇ ਬਲਿਹਾਰ ਕੁਰਬਾਨ ਜਾਈਏ। ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਜਿਨ੍ਹਾਂ ਸਤਿਗੁਰਾਂ ਦੀ ਕਿਰਪਾ ਨਾਲ ਐਸੇ ਪ੍ਰਭੂ ਨੂੰ ਜਪਣਾ ਸਾਨੂੰ ਪ੍ਰਾਪਤ ਹੋਇਆ। ਜਿਨ੍ਹਾਂ ਸਤਿਗੁਰਾਂ ਦੀ ਕਿਰਪਾ ਨਾਲ ਐਸਾ ਪ੍ਰਭੂ ਅਸੀਂ ਜਪ ਰਹੇ ਹਾਂ। ਇਹੋ ਹਰ ਰਸ ਪਾਵੈ ਜਨ ਕੋਏ, ਇਹ ਜਿਹੜਾ ਹਰੀ ਪਰਮੇਸ਼ਰ ਦੇ ਨਾਮ ਦਾ ਰਸ ਹੈ, ਇਹਨੂੰ ਕੋਈ ਵਿਰਲਾ ਜਨ ਪ੍ਰਾਪਤ ਕਰਦਾ ਹੈ, ਕਿਉਂਕਿ ਅਧਿਕਾਰੀ ਨਹੀਂ ਹਾਂ ਅਸੀਂ। ਹੋਰ ਚੀਜ਼ਾਂ ਦੀ ਅਹਿਮੀਅਤ ਸਮਝਦੇ ਹਾਂ ਵੀ ਇਹ ਚੀਜ਼ਾਂ ਅਹਿਮ ਹਨ, ਪਰ ਵਾਹਿਗੁਰੂ ਦੇ ਨਾਮ ਦੇ ਹੀਰੇ ਦੀ ਕੀਮਤ ਨੂੰ, ਕਦਰ ਨੂੰ, ਅਹਿਮੀਅਤ ਨੂੰ ਅਸੀਂ ਜਾਣਦੇ ਹੀ ਨਹੀਂ। ਅਤੇ ਜਦੋਂ ਕੋਈ ਪਿਆਸ ਹੀ ਨਹੀਂ ਰੱਖਦਾ ਅਤੇ ਉਹ ਤਲਾਸ਼ ਵੀ ਨਹੀਂ ਕਰਦਾ, ਤਲਾਸ਼ ਨਹੀਂ ਕਰਦਾ ਅਤੇ ਉਹ ਦਾਤ ਨਹੀਂ ਪ੍ਰਾਪਤ ਹੁੰਦੀ। ਪਹਿਲਾਂ ਪਿਆਸ ਪੈਦਾ ਹੋਏ ਅਤੇ ਫਿਰ ਉਹਦੀ ਤਲਾਸ਼ ਕਰੀਏ, ਤਲਾਸ਼ ਅੰਦਰੋਂ ਹੀ ਕਰਨੀ ਹੈ ਸਤਿਗੁਰੂ ਦੇ ਬਚਨ ਦੁਆਰਾ, ਅਤੇ ਫਿਰ ਹੀ ਆਸ ਪੂਰੀ ਹੁੰਦੀ ਹੈ। ਇਹੋ ਹਰ ਰਸ ਪਾਵੈ ਜਨ ਕੋਏ, ਕੋਈ ਜਨ ਵਿਰਲਾ ਇਹ ਹਰੀ ਦੇ ਨਾਮ ਰਸ ਨੂੰ ਪ੍ਰਾਪਤ ਕਰਦਾ। ਅੰਮ੍ਰਿਤ ਪੀਵੈ ਅਮਰਸ ਹੋਏ, ਉਹ ਫਿਰ ਅੰਮ੍ਰਿਤ ਨਾਮ ਵਾਹਿਗੁਰੂ ਦਾ ਜਦੋਂ ਪੀਂਦਾ ਹੈ ਅਤੇ ਉਹ ਅਮਰ ਹੋ ਜਾਂਦਾ ਹੈ।
ਆਤਮਿਕ ਮੌਤ ਤੋਂ ਬਿਨਾਂ ਹੋ ਜਾਂਦਾ, ਆਤਮਿਕ ਜੀਵਨ ਵਾਲਾ ਬਣ ਜਾਂਦਾ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਉਸ ਪੁਰਖ ਉਸ ਵਿਅਕਤੀ ਦਾ ਕਦੇ ਵਿਨਾਸ਼ ਨਹੀਂ ਹੁੰਦਾ ਆਤਮਿਕ ਤੌਰ 'ਤੇ। ਜਾ ਕੇ ਮਨ ਪ੍ਰਗਟੇ ਗੁਣਤਾਸ, ਜਿਸ ਦੇ ਮਨ ਅੰਦਰ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ। ਆਠ ਪਹਿਰ ਹਰ ਕਾ ਨਾਮ ਲੈ, ਉਹ ਫਿਰ ਅੱਠੇ ਪਹਿਰ ਵਾਹਿਗੁਰੂ ਪਰਮਾਤਮਾ ਦਾ ਨਾਮ ਹੀ ਲੈਂਦਾ ਹੈ। ਜ਼ਬਾਨ ਨਾਲ ਵੀ ਉਚਾਰਨ ਕਰਦਾ, ਹਿਰਦਾ ਵੀ ਨਾਮ ਵਿੱਚ ਪਰੋਇਆ ਰਹਿੰਦਾ। ਸੱਚ ਉਪਦੇਸ਼ ਸੇਵਕ ਕੋ ਦੇ, ਆਪਣੇ ਸੇਵਕ ਨੂੰ ਵੀ ਸੱਚ ਸਰੂਪ ਪਰਮੇਸ਼ਰ ਦੇ ਨਾਮ ਦਾ ਹੀ ਉਪਦੇਸ਼ ਦਿੰਦਾ ਹੈ। ਮੋਹ ਮਾਇਆ ਕਾ ਸੰਗ ਨ ਲੇਪ, ਜਿਹੜਾ ਮਾਇਆ ਦਾ ਮੋਹ ਹੈ ਇਹਦੇ ਸੰਗ ਸਾਥ ਰਹਿੰਦਾ ਹੋਇਆ ਵੀ ਇਹਦੇ ਲੇਪੇ ਤੋਂ ਬਿਨਾਂ ਹੁੰਦਾ। ਜਿਵੇਂ ਕਿਸੇ ਚੀਜ਼ ਦੇ ਨਾਲ ਰਹੀਏ ਪਰ ਲਿਬੜੀਏ ਨਾ, ਜਿਵੇਂ ਕਮਲ ਫੁੱਲ ਪਾਣੀ 'ਚ ਰਹਿੰਦਾ ਹੈ, ਨਿਰਲੇਪ ਹੈ, ਮੁਰਗਾਈ ਦੇ ਖੰਭ ਨਹੀਂ ਜਿਵੇਂ ਭਿੱਜਦੇ। ਇਸੇ ਪ੍ਰਕਾਰ ਜਿਹੜਾ ਮਾਇਆ ਸੰਸਾਰ ਹੈ, ਇਹਦਾ ਜਿਹੜਾ ਮੋਹ ਹੈ, ਇਹਦੇ ਮੋਹ ਵਿੱਚ ਉਹ ਲਿਬੜਦਾ ਨਹੀਂ ਹੈ। ਮਨ ਮਹਿ ਰਾਖਿਆ ਹਰ ਹਰੇ, ਆਪਣੇ ਮਨ ਦੇ ਅੰਦਰ ਪਰੋ ਕੇ ਰੱਖਦਾ ਇੱਕ ਵਾਹਿਗੁਰੂ ਵਾਹਿਗੁਰੂ ਨਾਮ ਨੂੰ। ਅੰਧਕਾਰ ਦੀਪਕ ਪ੍ਰਗਾਸੇ, ਇਹ ਜਿਹੜਾ ਸਾਡਾ ਹਿਰਦਾ ਹੈ ਇੱਥੇ ਅੰਧਕਾਰ ਛਾਇਆ ਹੋਇਆ। ਪਰ ਇੱਕ ਵਿਚਾਰ ਹੈ ਕਿ ਅੰਧਕਾਰ 1000 ਸਾਲ ਤੋਂ ਹੋਵੇ ਕਿਸੇ ਕੋਠੇ ਅੰਦਰ ਹਨੇਰਾ, ਅਤੇ ਹੁਣ ਹਨੇਰੇ ਨੂੰ ਦੂਰ ਕਰਨ ਲੱਗਿਆਂ 1000 ਸਾਲ ਤਾਂ ਨਹੀਂ ਲੱਗੇਗਾ। ਇੱਕ ਦੀਵਾ ਜਗਾਉਣ ਦੀ ਜ਼ਰੂਰਤ ਹੈ। ਜਿਸ ਵੇਲੇ ਦੀਪਕ ਬਲ ਪਿਆ ਅਤੇ ਉਸੇ ਵੇਲੇ ਹਨੇਰਾ ਗਾਇਬ, ਹਨੇਰਾ ਨਹੀਂ ਰਹੇਗਾ, ਕਿਉਂਕਿ ਰੌਸ਼ਨੀ ਅਤੇ ਹਨੇਰੇ ਦਾ ਵਿਰੋਧ ਹੈ ਆਪਸ ਵਿੱਚ। ਦੀਵਾ ਬਲਿਆ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਗੁਵੈ ਸੂਰ ਨਾ ਜਾਪੈ ਚੰਦ, ਜਹ ਗਿਆਨ ਪ੍ਰਗਾਸ ਅਗਿਆਨ ਮਿਟਨ। ਅੰਧਕਾਰ ਵਿੱਚ ਦੀਪਕ ਗਿਆਨ ਦਾ ਪ੍ਰਕਾਸ਼ ਹੋਇਆ। ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ। ਹਜ਼ੂਰ ਫਰਮਾਉਂਦੇ ਨੇ ਕਿ ਉਸ ਹਿਰਦੇ ਵਿੱਚੋਂ ਭਰਮ, 5 ਪ੍ਰਕਾਰ ਦਾ ਭ੍ਰਾਂਤੀ ਭਟਕਣਾ, ਜੋ ਭੁਲੇਵਾ ਹੈ, ਭੁਲੇਖਾ ਹੈ, ਹੋਰ ਦਾ ਹੋਰ ਸਮਝਣਾ ਸੰਸਾਰ ਨੂੰ, ਇਹ ਭਰਮ ਅਤੇ ਮੋਹ, ਸੰਸਾਰ ਦੇ ਸਰੀਰਾਂ ਨੂੰ ਸੱਚੇ ਮੰਨ ਕੇ ਪਦਾਰਥਾਂ ਨਾਲ ਮੋਹ ਹੋਣਾ, ਅਤੇ ਦੁੱਖ ਵਾਹਿਗੁਰੂ ਤੋਂ ਵਿਛੋੜਾ ਜਿਹੜਾ ਪਿਆ, ਅਤੇ ਇਹਦੇ ਕਰਕੇ ਜੰਮਣ ਮਰਨ ਦਾ ਦੁੱਖ। ਇਹ ਭਰਮ ਮੋਹ ਦੁੱਖ ਉਸ ਹਿਰਦੇ 'ਚੋਂ ਨਾਸੇ ਨਾਸ ਹੋ ਗਏ, ਨਸ ਗਏ। ਤਪਤ ਮਾਹੇ ਠਾੜ ਵਰਤਾਈ, ਜਿਹੜਾ ਸੰਸਾਰ ਹੈ ਇਹ ਤਪਦਾ ਹੋਇਆ ਮਾਨੋ ਅੱਗ ਦਾ ਹੀ ਸਮੁੰਦਰ ਹੈ। ਇਸੇ ਤਰ੍ਹਾਂ ਹੰਸ ਏਤ ਲੋਭ ਕੋ ਵਿਚਾਰੇ ਨਦੀਆਂ ਅੱਗ, 4 ਨਦੀਆਂ ਅੱਗ ਦੀਆਂ ਵਗ ਰਹੀਆਂ, ਹੰਸ ਹਿੰਸਾ ਅਤੇ ਮੋਹ। ਸੋ ਇਸੇ ਤਰ੍ਹਾਂ ਕ੍ਰੋਧ, ਗੁੱਸਾ ਅਤੇ ਲੋਭ, ਇਹ 4 ਨਦੀਆਂ ਵਗ ਰਹੀਆਂ। ਕਹਿੰਦੇ ਇਹ ਤਪਸ਼ ਹੈ, ਹਿਰਦਿਆਂ ਦੇ ਅੰਦਰ ਵਿਕਾਰਾਂ ਦੀ ਤਪਸ਼ ਹੈ। ਉਸ ਤਪਸ਼ ਦੇ ਵਿੱਚ ਸਤਿਗੁਰੂ ਨੇ ਕਿਰਪਾ ਕਰਕੇ ਜਦੋਂ ਠੰਡ ਵਰਤਾ ਦਿੱਤੀ, ਕਿਉਂਕਿ ਆਤਸ਼ ਦੁਨੀਆ ਖੁਨਕ ਨਾਮ ਖੁਦਾਇਆ। ਖੁਨਕ ਮੈਨੇ ਠੰਡਾ, ਆਤਸ਼ ਫਾਰਸੀ ਭਾਸ਼ਾ ਦਾ ਸ਼ਬਦ ਹੈ। ਦੁਨੀਆ ਆਤਸ਼ ਰੂਪ ਹੈ, ਅੱਗ ਰੂਪ, ਅਤੇ ਠੰਡ ਪਾਉਣ ਵਾਲਾ ਠੰਡਾ ਹੈ ਪਰਮੇਸ਼ਰ ਖੁਦਾ ਦਾ ਨਾਮ। ਸੋ ਉੱਥੇ ਤਪਸ਼ ਦੇ ਅੰਦਰ ਜਦੋਂ ਠੰਡ ਵਰਤਾਤੀ, ਆਨੰਦ ਭਇਆ ਦੁੱਖ ਨਾਠੇ ਭਾਈ। ਆਨੰਦ ਹੋ ਗਿਆ, ਹੇ ਭਾਈ ਜੀ ਉੱਥੋਂ ਦੁੱਖ ਨੱਠ ਭੱਜ ਗਏ। ਜਨਮ ਮਰਨ ਕੇ ਮਿਟੇ ਅੰਦੇਸੇ, ਜੰਮਣ ਮਰਨ ਦੇ ਅੰਦੇਸ਼ੇ। ਜਾਂ ਕਹਿ ਹਿਰਦਾ ਮੰਤਰ ਗੁਰਦੇਸ ਉਦਾਸ ਅੰਦੇਸਾ ਕਾਹੇ ਕਰ, ਐਸੇ ਬਚਨ ਹਨ। ਅੰਦੇਸੇ ਸ਼ੱਕ ਸ਼ੁਭਾ ਸ਼ੰਕੇ, ਅੰਦੇਸਾ ਨਾਮ ਸਹਿਮ ਦਾ, ਡਰਦਾ ਵੀ। ਜੰਮਣ ਮਰਨ ਦੇ ਜਿਹੜੇ ਅੰਦੇਸੇ ਸੀ, ਜਿਹੜਾ ਸਹਿਮ ਸੀ ਅੰਦਰ, ਉਹ ਮਿਟ ਗਿਆ, ਚਿੰਤਾ ਮਿਟ ਗਈ ਜੰਮਣ ਮਰਨ ਦੀ। ਸਾਧੂ ਕੇ ਪੂਰਨ ਉਪਦੇਸੇ, ਸਾਧੂ ਦਾ ਉਪਦੇਸ਼ ਜੋ ਪੂਰਨ ਹੈ, ਕਲਿਆਣ ਕਰਨ ਵਾਲਾ, ਜੇ ਮੰਨ ਲਈਏ ਕਮਾ ਲਈਏ ਤਾਂ। ਭਉ ਚੁੱਕਾ ਨਿਰਭਉ ਹੋਏ ਬਸੇ, ਸਾਧੂ ਸਤਿਗੁਰੂ ਮਹਾਰਾਜ ਦੇ ਪੂਰਨ ਉਪਦੇਸ਼ ਦੁਆਰਾ ਜੰਮਣ ਮਰਨ ਦੇ ਅੰਦੇਸੇ ਮਿਟ ਗਏ। ਭਉ ਡਰ ਦੂਰ ਹੋ ਗਿਆ, ਭਉ ਚੁੱਕਾ, ਜਦੋਂ ਡਰ ਨਾ ਰਿਹਾ ਅਤੇ ਨਿਰਭਉ ਹੋਏ ਬਸੇ। ਨਿਰਭਉ ਹੋ ਕੇ ਵਸੇ ਰੱਬ ਦੇ ਪਿਆਰੇ। ਸਗਲ ਵਿਆਧ ਮਨ ਤੇ ਖੈ ਨਸੇ, ਹਰ ਤਰ੍ਹਾਂ ਦੇ ਵਿਆਧ ਰੋਗ, ਆਦਿ ਵਿਆਧੀ ਉਪਾਧੀ ਹੁੰਦੇ ਨੇ। ਆਦ ਮਨ ਦੇ ਚਿੰਤਾ ਝੋਰੇ ਸੋਗ ਫਿਕਰ ਆਦਿ ਵਿਆਧੀ ਜਿਹੜੇ ਸਰੀਰ ਨੂੰ ਰੋਗ ਚੰਬੜ ਜਾਂਦੇ ਨੇ, ਅਤੇ ਉਪਾਧੀ ਹੁੰਦੀ ਹੈ ਜੋ ਇੱਕਦਮ ਉੱਪਰੋਂ ਆ ਕੇ ਸਿਰ ਸੱਟ ਵਜੇ, ਕੋਈ ਐਕਸੀਡੈਂਟ, ਕੋਈ ਕਿਸੇ ਪੁਰਾਣੀ ਸਰੀਰਾਂ ਦਾ ਵਿਨਾਸ਼ ਹੋ ਜਾਏ, ਕੋਈ ਮੁਕੱਦਮਾ ਗਲ ਪੈ ਜਾਏ ਇੱਕਦਮ, ਉਹਨੂੰ ਕਹਿੰਦੇ ਨੇ ਉਪਾਧੀ। ਸੋ ਇਸ ਪ੍ਰਕਾਰ ਸਾਰੀਆਂ ਵਿਆਧੀਆਂ, ਰੋਗ ਅਤੇ ਮਨ ਤੋਂ ਖੈ, ਜਿਹੜੀ ਚੀਜ਼ ਨਾਸ਼ ਕਰਨ ਵਾਲੀ ਸੀ,
ਖੈ ਜਿਹੜਾ ਸੀ ਨਾ ਉਹ ਨਸ ਗਿਆ। ਜਿਸ ਕਾ ਸਾਥ ਤਿਨ ਕਿਰਪਾ ਧਾਰੀ, ਜਾਂ ਇਸੇ ਤਰ੍ਹਾਂ ਸਾਰੇ ਵਿਆਦ ਮਨ ਤੋਂ ਖੈ ਹੋ ਗਏ, ਨਾਸ ਹੋ ਗਏ ਤੇ ਨਸ ਗਏ, ਚੰਗੀ ਤਰ੍ਹਾਂ ਖਤਮ ਹੋ ਗਏ, ਦੂਰ ਹੀ ਹੋ ਗਏ, ਮਿਟ ਗਏ, ਨਾਸ ਹੋ ਗਏ। ਤੇ ਜਿਸ ਕਾ ਸਾਥ ਤਿਨ ਕਿਰਪਾ ਧਾਰੀ, ਜਿਸ ਦਾ ਉਹ ਸੇਵਕ ਬਣਿਆ, ਜਿਸ ਦਾ ਪੈਦਾ ਕੀਤਾ ਹੋਇਆ ਸੀ, ਉਸੇ ਨੇ ਕਿਰਪਾ ਕੀਤੀ ਹੈ। ਸਾਧ ਸੰਗ ਜਪ ਨਾਮ ਮੁਰਾਰੀ, ਹੁਣ ਸਾਧ ਸੰਗ 'ਚ ਮਿਲ ਕੇ ਮੁਰਾਰੀ ਜਿਹੜਾ ਸੰਤਾਪ ਹਰਤਾ ਵਾਹਿਗੁਰੂ, ਉਸ ਦਾ ਨਾਮ ਜਪਦੇ ਨੇ। ਥਿਤ ਪਾਈ ਚੁੱਕੇ ਭਰਮ ਗਵਨ, ਉਸਨੇ ਸਥਿਤੀ ਪ੍ਰਾਪਤ ਕਰ ਲਈ, ਟਿਕਾ ਪ੍ਰਾਪਤ ਕੀਤਾ। ਜਿਹੜੇ ਭਰਮਣਾ ਸੀ, ਭਟਕਣਾ ਸੀ ਤੇ ਗਵਨ ਆਉਣ ਜਾਣ ਦੇ ਚੱਕਰ ਸੀ, ਕਦੇ ਜਾਣਾ ਕਦੇ ਆਉਣਾ, ਇਹ ਚੁੱਕੇ ਦੂਰ ਹੋ ਗਏ। ਕਿਵੇਂ ਜੀ? ਸੁਨ ਨਾਨਕ ਹਰ ਹਰ ਜਸ ਸ਼ਰਵਨ, ਹਰੀ ਅਕਾਲ ਪੁਰਖ ਦਾ ਹਰੀ ਹਰੀ ਨਾਮ, ਵਾਹਿਗੁਰੂ ਦਾ ਜਸ ਕੰਨਾਂ ਦੇ ਨਾਲ ਸੁਣ ਕੇ ਇਹ ਦਾਤ ਮਿਟੀ। ਵਾਹਿਗੁਰੂ ਇਹ ਦਾਤ ਮਿਲੀ, ਸੁਣ ਕੇ ਕੰਨਾਂ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਸ ਨੂੰ ਥਿਤੀ ਪਾਈ, ਟਿਕਾ ਪ੍ਰਾਪਤ ਕੀਤਾ। ਭਰਮ ਤੇ ਆਵਾ ਗਾਉਣ ਮਿਟ ਗਿਆ। ਨਿਰਗੁਣ ਆਪ ਸਰਗੁਣ ਪੀਓ ਹੀ, ਪ੍ਰਮਾਤਮਾ ਖੁਦ ਆਪ ਮਾਇਆ ਦੇ ਤਿੰਨਾਂ ਸੁਭਾਵਾਂ ਤੋਂ, ਰਜੋ ਤਮੋ ਸਤੋ ਗੁਣ ਤੋਂ ਉੱਪਰ ਹੈ। ਤੇ ਇਹ ਜਿਹੜੀ ਸ੍ਰਿਸ਼ਟੀ ਤਿੰਨਾਂ ਗੁਣਾਂ ਦੇ ਸਹਿਤ ਹੈ, ਇਹ ਰੂਪ ਵੀ ਪਰਮੇਸ਼ਰ ਦਾ ਹੀ ਸਰਗੁਣ ਰੂਪ ਹੈ। ਇਸੇ ਤਰ੍ਹਾਂ ਨਿਰਗੁਣ ਆਪ ਪਰਮੇਸ਼ਰ ਨਿਰਗੁਣ ਸਰੂਪ ਹੈ, ਤੇ ਸਤਿਗੁਰੂ ਦੇ ਸਰੂਪ ਵਿੱਚ ਸਰਗੁਣ ਰੂਪ ਵੀ ਆਪ ਧਾਰਿਆ ਹੈ। ਤਾਂ ਸਾਰੀ ਕੁਦਰਤ ਵਾਹਿਗੁਰੂ ਦਾ ਸਰਗੁਣ ਰੂਪ, ਮਾਇਆ ਰਚ ਕੇ ਵਿੱਚ ਆਪ ਬੈਠਾ ਹੋਇਆ। ਤੇ ਇਸ ਪ੍ਰਕਾਰ ਸਰਗੁਣ ਰੂਪ ਪਰਮਾਤਮਾ ਦਾ ਸਤਿਗੁਰੂ ਨੂੰ ਮੰਨਿਆ ਗਿਆ, ਜੋ ਮੁਕੰਮਲ ਪੂਰਨ ਹਸਤੀ ਹਨ। ਸਿਰਫ ਸਰੀਰ ਹੋਣ ਕਰਕੇ ਸਰਗੁਣ ਰੂਪ ਨੇ, ਮਾਇਆ ਦਾ ਸਰੂਪ ਨਾਲ ਲਾਇਆ ਹੋਇਆ। ਸਰੀਰ ਮਾਇਆ ਦਾ ਰੂਪ ਹੈ ਨਾ, ਇਸ ਕਰਕੇ ਸਰੀਰ ਤੌਰ 'ਤੇ ਸਤਿਗੁਰੂ ਮਹਾਰਾਜ ਮਨੁੱਖ ਨਾਟ ਕਰਦੇ ਨੇ, ਪਰ ਹੈਨ ਪਰਮੇਸ਼ਰ ਸਰੂਪ। ਅਸੀਂ ਜੀਵ ਕੋਟੀ 'ਚ ਹਾਂ, ਸਤਿਗੁਰੂ ਜੀ ਈਸ਼ ਕੋਟੀ ਵਿੱਚ ਨੇ। ਉਂਝ ਇਹ ਸਾਰਾ ਜਿਹੜਾ ਸੰਸਾਰ ਹੈ, ਇਹਨੂੰ ਵਾਹਿਗੁਰੂ ਦਾ ਸਰਗੁਣ ਰੂਪ ਸਾਰੀ ਕੁਦਰਤ ਨੂੰ ਮੰਨਿਆ ਗਿਆ। ਕਲਾ ਧਾਰ ਜਿਨ ਸਗਲੀ ਮੋਹੀ, ਆਪਣੀ ਕਲਾ ਸ਼ਕਤੀ ਧਾਰਨ ਕਰਕੇ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਤੇ ਮੋਹਿਤ ਕੀਤਾ ਹੋਇਆ। ਆਪਣੇ ਚਰਿਤ ਪ੍ਰਭ ਆਪ ਬਣਾਏ, ਸਾਰੇ ਹੀ ਇਹ ਕੌਤਕ ਪਰਮਾਤਮਾ ਨੇ ਆਪਣੇ ਜਿਹਨ ਆਪ ਬਣਾਏ ਹੋਏ ਨੇ। ਆਪਣੀ ਕੀਮਤ ਆਪੇ ਪਾਏ, ਆਪਣੀ ਕੀਮਤ ਆਪ ਹੀ ਪਾਉਣ ਵਾਲਾ ਹੈ। ਹਰ ਬਿਨ ਦੂਜਾ ਨਾ ਹੀ ਕੋਈ, ਹਰੀ ਅਕਾਲ ਪੁਰਖ ਤੋਂ ਬਗੈਰ ਦੂਜਾ ਕੋਈ ਹੋਰ ਸਮਰੱਥਾਵਾਨ ਵਾਹਿਗੁਰੂ ਦਾ ਸ਼ਰੀਕ, ਉਹਦੇ ਬਰਾਬਰ ਦੀ ਹਸਤੀ ਨਹੀਂ ਹੈ। ਸਰਬ ਨਿਰੰਤਰੇ ਕੋ ਸੋਏ, ਸਰਬ ਸਾਰਿਆਂ ਦੇ ਅੰਦਰ ਨਿਰੰਤਰ ਇੱਕ ਰਸ ਉਹੀ ਵਾਹਿਗੁਰੂ ਹੈ, ਜਿਹਨੇ ਸ੍ਰਿਸ਼ਟੀ ਸਾਜੀ ਸੀ। ਜਦੋਂ ਸ੍ਰਿਸ਼ਟੀ ਨਹੀਂ ਸੀ ਸਾਜੀ, ਉਦੋਂ ਸੀ ਜਿਹੜਾ। ਹੁਣ ਉਹੀ ਪਰਮਾਤਮਾ ਸਭਨਾਂ ਦੇ ਅੰਦਰ ਬਾਹਰ ਵਸਿਆ ਹੋਇਆ ਇੱਕ ਰਸ। ਓਤ ਪੋਤ ਰਵਿਆ ਰੂਪ ਰੰਗ, ਜਿੰਨੇ ਰੂਪ ਤੇ ਰੂਪ ਨੇ, ਆਕਾਰ ਤੇ ਰੰਗ ਹਨ ਅਨੇਕਾਂ ਤਰ੍ਹਾਂ ਦੇ, ਇਹਨਾਂ ਸਾਰਿਆਂ ਰੂਪਾਂ ਰੰਗਾਂ ਦੇ ਵਿੱਚ ਰਵਿਆ ਵਸ ਰਿਹਾ, ਵਿਆਪਕ ਹੋ ਰਿਹਾ ਹੈ ਓਤ ਪੋਤ। ਓਤ ਪੋਤ ਦਾ ਅਰਥ ਹੈ ਤਾਣਾ ਪੇਟਾ। ਜਿਵੇਂ ਪਹਿਲਾਂ ਤਾਣਾ ਬੁਣਿਆ ਜਾਂਦਾ, ਫਿਰ ਉਹਦੇ ਵਿੱਚ ਦੀ ਫਿਰ ਸੂਤ ਲੰਘਾਇਆ ਜਾਂਦਾ, ਅਤੇ ਤਾਣਾ ਪੇਟਾ ਇਕੱਠੇ ਹੋ ਕੇ ਫਿਰ ਇੱਕ ਦਰੀ ਗਲੀਚਾ ਖੇਸ ਜਾਂ ਕੋਈ ਕੱਪੜਾ ਬਣਦਾ। ਇਸ ਤਰ੍ਹਾਂ ਜਿਵੇਂ ਤਾਣੇ ਪੇਟ ਦਾ ਸੰਬੰਧ ਹੈ, ਇਉਂ ਹੀ ਫਰੀਦਾ ਖਾਲਕ ਖਲਕ ਮੈਂ ਖਲਕ ਵਸਾ ਰਬ ਮਾਹੇ। ਖਾਲਕ ਪਰਮਾਤਮਾ ਖਲਕਤ ਅੰਦਰ ਵਸਦਾ, ਅਤੇ ਖਲਕਤ ਪਰਮਾਤਮਾ ਅੰਦਰ ਵਸ ਰਹੀ ਹੈ। ਭਏ ਪ੍ਰਗਾਸ ਸਾਧ ਕੈ ਸੰਗ, ਇਹ ਜਿਹੜਾ ਵਾਹਿਗੁਰੂ ਦਾ ਗਿਆਨ ਹੈ ਨਾ, ਇਹ ਜਿਹੜਾ ਪ੍ਰਕਾਸ਼ ਚਾਨਣ ਹੈ, ਸਾਧੂ ਸਤਿਗੁਰਾਂ ਦੇ ਸੰਗ ਸਾਥ ਵਸ ਕੇ ਪ੍ਰਾਪਤ ਹੁੰਦਾ ਹੈ। ਸਾਧੂ ਜਿਨ੍ਹਾਂ ਨੇ ਮਨ ਸਾਧਿਆ ਹੋਇਆ, ਉਹਨਾਂ ਨੂੰ ਗਿਆਨ ਹੈ, ਅਤੇ ਉਹਨਾਂ ਦੀ ਸੰਗਤ ਕਰਕੇ ਫਿਰ ਆਪਣੇ ਹਿਰਦੇ ਵਿੱਚ ਵੀ ਪ੍ਰਗਾਸ਼ ਚਾਨਣ ਹੋ ਜਾਂਦਾ ਵਾਹਿਗੁਰੂ ਜੀ ਦਾ। ਰਚ ਰਚਨਾ ਆਪਣੀ ਕਲ ਧਾਰੀ, ਇਹ ਜਿਹੜੀ ਰਚਨਾ ਸੰਸਾਰ ਦੀ, ਸੰਸਾਰ ਰਚਨਾ ਹੈ ਨਾ, ਇਸ ਨੂੰ ਰਚ ਕੇ ਬਣਾ ਕੇ ਪ੍ਰਮਾਤਮਾ ਨੇ ਆਪਣੀ ਕਲ ਸ਼ਕਤੀ ਵੀ ਧਾਰੀ, ਟਿਕਾਈ ਹੋਈ ਹੈ ਇਹਦੇ ਅੰਦਰ। ਉਸ ਕਲਾ ਦੇ ਆਸਰੇ ਹੀ ਸਾਰੇ ਸੰਸਾਰ ਦੀ ਕਿਰਿਆ ਹੋ ਰਹੀ ਹੈ। ਅਨਕ ਬਾਰ ਨਾਨਕ ਬਲਿਹਾਰੀ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਐਸੇ ਵਾਹਿਗੁਰੂ ਪਰਮਾਤਮਾ ਤੋਂ ਅਨੇਕਾਂ ਵਾਰ ਅਸੀਂ ਬਲਿਹਾਰ ਕੁਰਬਾਨ ਜਾਈਏ। ਸ਼ਲੋਕ ਸਾਥ ਨਾ ਚਾਲੈ ਬਿਨ ਭਜਨ, ਜਦੋਂ ਅਸੀਂ ਇਸ ਸੰਸਾਰ ਤੋਂ ਜਾਣਾ ਤੇ ਸਾਡੇ ਨਾਲ ਹੋਰ ਕੁਝ ਵੀ ਸਾਥ ਨਹੀਂ ਜਾਂਦਾ ਹੈ। ਜਦੋਂ ਜੀਵ ਜਾਂਦਾ ਇਸ ਸੰਸਾਰ ਤੋਂ, ਇਹਦੇ ਸੰਗ ਸਾਥ ਹੋਰ ਕੁਛ ਨਹੀਂ ਜਾਂਦਾ ਭਜਨ ਤੋਂ ਬਗੈਰ। ਕਿਉਂਕਿ ਹਜ਼ੂਰ ਨੇ ਕਿਹਾ, ਕਰਮ ਧਰਮ ਪਾਖੰਡ ਜੋ ਦੀਸਾ ਹੈ, ਤਿਨ ਜਮ ਜਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਗਸ, ਨਿਮਕ ਸਿਮਰਤ ਜੇ ਛੂਟੈ। ਹਜ਼ੂਰ ਨੇ ਵੀ ਕਿਹਾ ਹੈ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ, ਕਿ ਇਹ ਜੀਵ
चेत रे चेत अचेत महापस अंत की बार अकेलो ही जय है। सो इस प्रकार वाहिगुरु ਦਾ ਨਾਮ ਜਸ ਗਾਇਆ ਹੋਇਆ ਇਹਦਾ ਸਾਥ ਦਿੰਦਾ। ਹੋਰ ਕੁਛ ਵੀ ਭਜਨ ਤੋਂ ਬਗੈਰ ਇਹਦੇ ਸੰਗ ਸਾਥ ਨਹੀਂ ਚੱਲਦਾ। ਤੁਰਨ ਲੱਗਿਆਂ ਚੱਲਣ ਲੱਗਿਆਂ ਕੁਛ ਨਹੀਂ ਸਾਥ ਹੁੰਦਾ। ਵਿਖਿਆ ਸਗਲੀ ਸ਼ਾਰ, ਸਾਰੀ ਜਿਹੜੀ ਦੁਆਲੇ ਆ ਨਾ ਰਚੀ ਹੋਈ ਪਰਮੇਸ਼ਰ ਦੀ ਮਾਇਆ, ਵਿਖਿਆ ਜ਼ਹਿਰ ਰੂਪ ਮਾਇਆ ਜਿਹੜੀ ਸੰਸਾਰ ਦੁਆਲੇ ਵਿਕਾਰ ਆਦਿਕਾਂ ਸੰਬੰਧੀ ਅਨਮੋਹ ਜੋ ਵੀ ਕੁਝ ਹੈ, ਇਹ ਵਿਖਿਆ ਮਾਇਆ ਸਗਲੀ ਸਾਰੀ ਸ਼ਾਰ ਸਵਾਹ ਰੂਪ ਹੀ ਹੈ, ਖਾਕ ਰੂਪ ਹੀ ਹੈ। ਇਹਦਾ ਸਾਡੇ ਨਾਲ ਸੰਬੰਧ ਜੂ ਨਹੀਂ ਰਹਿਣਾ, ਇਹਨੇ ਸਾਡਾ ਸਾਥ ਜੂ ਨਹੀਂ ਦੇਣਾ। ਇਸ ਕਰਕੇ ਸਾਡੇ ਵਾਸਤੇ ਤਾਂ ਮਿੱਟੀ ਹੈ ਨਾ। ਹਰ ਹਰ ਨਾਮ ਕਮਾਵਨਾ, ਚਾਹੀਦਾ ਹੈ ਕਿ ਆਪਣੇ ਜੀਵਨ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਦੀ ਕਮਾਈ ਕਰੀਏ। ਜਿਨ੍ਹਾਂ ਨੇ ਇਹ ਕਮਾਈ ਕੀਤੀ ਹੈ, ਨਾਨਕ ਇਹੋ ਧਨ ਸਾਰ, ਜਿਹੜਾ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਕਮਾਉਣਾ ਹੈ, ਇਹੋ ਹੀ ਸਾਰ ਸ੍ਰੇਸ਼ਟ ਧਨ ਹੈ। ਸਾਥ ਨਿਭਣ ਵਾਲਾ ਧਨ ਹੈ, ਸਾਥ ਦੇਣ ਵਾਲਾ ਧਨ ਹੈ। ਅਸ਼ਟਪਦੀ ਸਤਿਗੁਰੂ ਵਿਆਖਿਆ ਕਰਦੇ ਨੇ, ਸੰਤ ਜਨਾਂ ਮਿਲ ਕਰੋ ਵਿਚਾਰ। ਭਾਈ ਜਿਹੜੇ ਸੰਤ ਜਨ ਹਨ ਨਾ, ਸ਼ਾਂਤ ਆਤਮਾ ਗੁਰਮੁਖ ਪਿਆਰੇ, ਜਿਨ੍ਹਾਂ ਨੂੰ ਪ੍ਰਮਾਤਮਾ ਨਹੀਂ ਭੁੱਲਦਾ, ਉਹਨਾਂ ਸੰਤ ਜਨਾਂ ਦੀ ਸੰਗਤ 'ਚ ਮਿਲ ਕੇ ਵਾਹਿਗੁਰੂ ਦੇ ਬਾਰੇ ਵਿਚਾਰ ਕਰਿਆ ਕਰੋ। ਵਿਚਾਰ ਬੜੀ ਜ਼ਰੂਰੀ ਹੈ। ਸਤ ਦੀ ਵਿਚਾਰ, ਕੀ ਨਾਲ ਜਾਂਦਾ ਕੀ ਨਹੀਂ ਜਾਂਦਾ, ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਖਾਸ ਕਰਕੇ ਵਾਹਿਗੁਰੂ ਬਾਰੇ ਵਿਚਾਰ ਕਰਨੀ। ਏਕ ਸਿਮਰ ਨਾਮ ਆਧਾਰ, ਇੱਕੋ ਪਰਮਾਤਮਾ ਦਾ ਸਿਮਰਨ ਕਰੋ ਅਤੇ ਹਿਰਦੇ ਵਿੱਚ ਆਧਾਰ ਆਸਰਾ ਵੀ ਪਰਮੇਸ਼ਰ ਦੇ ਨਾਮ ਦਾ ਹੀ ਰੱਖੋ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਅਵਰ ਉਪਾਵ ਸਭ ਮੀਤ ਵਿਸਾਰੋ। ਹੇ ਮਿੱਤਰੋ, ਹੋਰ ਜਿੰਨੇ ਉਪਾਅ ਯਤਨ ਕੋਸ਼ਿਸ਼ਾਂ ਹਨ, ਉਹ ਸਾਰੀਆਂ ਵਿਸਾਰ ਦਿਓ। ਚਰਨ ਕਮਲ ਹਿਰਦਮੈ ਔਰ ਧਾਰੋ, ਵਾਹਿਗੁਰੂ ਦੇ ਕਮਲ ਵਰਗੇ ਸੋਹਣੇ ਚਰਨਾਂ ਨੂੰ, ਨਾਮ ਰੂਪੀ ਚਰਨਾਂ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰੋ, ਟਿਕਾਓ, ਵਸਾਓ। ਕਰਨ ਕਾਰਨ ਸੋ ਪ੍ਰਭ ਸਮਰੱਥ, ਸਾਰੀ ਸ੍ਰਿਸ਼ਟੀ ਦਾ ਕਾਰਨ ਰੂਪ ਪਰਮਾਤਮਾ ਹੈ ਅਤੇ ਸਭ ਕੁਝ ਕਰਨ ਵਾਲਾ ਹੈ। ਉਹ ਪ੍ਰਭੂ ਹੀ ਸਮਰੱਥ ਹੈ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਦ੍ਰਿੜ ਕਰ ਗਹੋ ਨਾਮ ਹਰ ਵਥ, ਜੋ ਹਰੀ ਪਰਮੇਸ਼ਰ ਦੇ ਨਾਮ ਦੀ ਮਹਾਨ ਵਸਤੂ ਹੈ ਨਾ, ਮਹਾਨ ਪਦਾਰਥ, ਇਸ ਨੂੰ ਦ੍ਰਿੜ ਕਰਕੇ ਪਕੜੋ। ਭਾਵ ਹਿਰਦੇ 'ਚੋਂ ਦ੍ਰਿੜਤਾ ਨਾਲ ਇਸ ਨਾਮ ਨੂੰ ਗ੍ਰਹਿਣ ਕਰੋ। ਇਹ ਧਨ ਸੰਚੋ ਹੋਵੋ ਭਗਵੰਤ, ਇਹ ਰੱਬ ਦੇ ਨਾਮ ਦਾ ਧਨ ਸੰਚੋ ਇਕੱਠਾ ਕਰੋ ਆਪਣੇ ਹਿਰਦੇ ਰੂਪੀ ਖਜ਼ਾਨੇ ਵਿੱਚ, ਅਤੇ ਤੁਸੀਂ ਭਾਗਵੰਤ ਬਣ ਜਾਓਗੇ। ਇਹ ਅਰਥ ਕੀਤਾ ਭਗਵੰਤ ਦਾ, ਵੀ ਭਾਗਾਂ ਵਾਲੇ ਬਣ ਜਾਓਗੇ, ਭਾਗਵਾਨ ਬਣ ਜਾਓਗੇ। ਅਤੇ ਭਗਵੰਤ ਦਾ ਅਰਥ ਹੈ ਭਗਵੰਤ ਪਰਮੇਸ਼ਰ ਅਕਾਲ ਪੁਰਖ ਦਾ ਸਰੂਪ ਹੀ ਬਣ ਜਾਓਗੇ। ਸੰਤ ਜਨਾਂ ਕਾ ਨਿਰਮਲ ਮੰਤ, ਜਿਹੜੇ ਰੱਬ ਦੇ ਸੰਤ ਨੇ, ਉਹਨਾਂ ਦਾ ਨਿਰਮਲ ਉਜਲ ਅਤੇ ਪਵਿੱਤਰ ਮੰਤ ਉਪਦੇਸ਼ ਇਹੋ ਹੀ ਹੈ। ਏਕ ਆਸ ਰੱਖੋ ਮਨ ਮਾਹੇ, ਇੱਕ ਵਾਹਿਗੁਰੂ ਪਰਮੇਸ਼ਰ ਦੀ ਆਸ ਹੀ ਆਪਣੇ ਮਨ ਅੰਦਰ ਰੱਖੋ। ਨਾਮ ਦੀ ਹੀ ਇੱਛਾ ਰੱਖੋ, ਪਰਮਾਤਮਾ ਨੂੰ ਮਿਲਣ ਦੀ ਹੀ ਤਾਂਘ ਪੈਦਾ ਕਰੋ। ਇੱਕੋ ਹੀ ਆਸ ਮਨ 'ਚ ਟਿਕਾਓ। ਆਸਾ ਸਭੈ ਲਾਇਕ ਹੈ, ਇੱਕਾ ਆਸ ਕਮਾਓ, ਹਜ਼ੂਰ ਨੇ ਕਿਹਾ। ਸਰਬ ਰੋਗ ਨਾਨਕ ਮਿਟ ਜਾਏ, ਜੇ ਇੰਝ ਕਰੋਗੇ ਤਾਂ ਹਜ਼ੂਰ ਕਹਿੰਦੇ ਸਾਰੇ ਹੀ ਤੁਹਾਡੇ ਰੋਗ ਮਿਟ ਜਾਣਗੇ, ਕੋਈ ਰੋਗ ਨਹੀਂ ਰਹਿ ਜਾਏਗਾ। ਹਉਮੈ ਰੋਗ ਮਨੁੱਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ, ਇਹ ਜਿਹੜੇ ਵਿਕਾਰਾਂ ਰੂਪੀ ਰੋਗ ਨੇ ਸਾਰੇ ਮਿਟ ਜਾਣਗੇ। ਜਿਸ ਧਨ ਕੋ ਚਾਰ ਕੁੰਟ ਉਠ ਧਾਵਹਿ, ਸੰਬੋਧਨ ਵਾਚਕ ਬਚਨ ਹੈ। ਹਜ਼ੂਰ ਕਹਿੰਦੇ ਨੇ, ਜਿਸ ਦੁਨਿਆਵੀ ਧਨ ਰੋਕੜੀ ਲਈ ਹੇ ਮਨੁੱਖ ਤੂੰ 4 ਕੁੰਟਾਂ ਵਾਲੀ ਉੱਠ ਕੇ ਧੌਣਾ, ਦੌੜਦਾ ਵੀ ਸ਼ਾਇਦ ਉੱਤਰ ਵਾਲੇ ਪਾਸਿਓਂ ਆ ਜੇ, ਦੱਖਣ ਵਾਲੇ ਪਾਸਿਓਂ ਆ ਜੇ, ਪੂਰਬ ਤੋਂ ਜਾਂ ਪੱਛਮ ਤੋਂ ਆ ਜੇ, ਜਿੱਧਰੋਂ ਵੀ ਕਿਧਰੋਂ ਆਸ ਬਣੇ ਉੱਧਰ ਨੂੰ ਦੌੜ ਭੱਜ ਕਰਦਾ। ਜਿਵੇਂ ਇੱਕ ਤ੍ਰਿਸ਼ਨਾਲੂ ਬ੍ਰਾਹਮਣ ਦੀ ਸਾਖੀ ਉਦਾਹਰਣ ਲਿਖੀ ਹੋਈ ਹੈ ਪੁਰਾਤਨ ਗ੍ਰੰਥਾਂ 'ਚ, ਵੀ ਉਹਨੇ ਸ਼ਿਵ ਦੇ ਨਾਂ ਦੀ ਤਪੱਸਿਆ ਕੀਤੀ। ਮੰਨਿਆ ਗਿਆ ਵੀ ਜਿਹੜਾ ਸ਼ਿਵ ਹੈ, ਇਹ ਸੰਪਤੀ ਜਾਇਦਾਦ ਵਾਸਤੇ ਇਹਦਾ ਆਰਾਧਨ ਕਰਨਾ ਚਾਹੀਦਾ, ਸਨਾਤਨ ਮਤ 'ਚ ਇਹ ਮੰਨਿਆ ਗਿਆ। ਜਿਵੇਂ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਸੰਪੈ ਕਉ ਈਸਰ ਧਿਆਈਐ, ਪਰ ਸੰਪੈ ਪ੍ਰਭ ਲਿਖੇ ਕੀ ਪਾਈਐ। ਸੰਪਤੀ ਜਾਇਦਾਦ ਵਾਸਤੇ ਲੋਕ ਈਸ਼ਰ ਸ਼ਿਵ ਨੂੰ ਧਿਆਉਂਦੇ ਆ, ਮਹਾਦੇਵ ਨੂੰ। ਅਤੇ ਉਹਨੇ ਆਰਾਧਿਆ ਅਤੇ ਸ਼ਿਵ ਪ੍ਰਗਟ ਹੋਏ, ਕਹਿਣ ਲੱਗੇ ਬ੍ਰਹਮਭੂ ਵਰ ਮੰਗ। ਕਹਿਣ ਲੱਗਾ ਜੀ ਮੈਨੂੰ ਮਾਇਆ ਖੁੱਲ੍ਹੀ ਬਖਸ਼ੋ, ਤੋਟ ਨਾ ਆਵੇ, ਖੁੱਲ੍ਹੀ ਮਾਇਆ ਬਖਸ਼। ਤਾਂ ਕਹਿੰਦੇ ਸ਼ਿਵ ਨੇ 4 ਬੱਤੀਆਂ ਫੜਾਈਆਂ,
ਵੀ ਆਹ ਇੱਕ ਬੱਤੀ ਜਗਾ ਕੇ ਉੱਤਰ ਵਾਲੇ ਪਾਸੇ ਜਾਈਂ, ਜਿੱਥੇ ਬੱਤੀ ਬੁੱਝ ਜਾਏ ਉੱਥੋਂ ਧਰਤੀ ਪੱਟੀ, ਥੱਲੋਂ ਦਰਵਾਜ਼ਾ ਨਿਕਲੇਗਾ, ਖੋਲ ਲਵੀਂ, ਅੰਦਰ ਵੜੀ ਤੇ ਬੇਅੰਤ ਮਾਇਆ ਮਿਲੇਗੀ। ਅਗਰ ਨਾ ਮਨ ਰਜਿਆ ਤੇ ਦੂਜੀ ਬੱਤੀ ਜਗਾ ਕੇ ਦੱਖਣ ਵੱਲ ਨੂੰ ਚਲਾ ਜਾਈਂ, ਉੱਥੇ ਵੀ ਇੰਜ ਕੁਛ ਮਿਲੇਗਾ। ਨਾ ਮਨ ਰਜਿਆ ਫਿਰ ਪੂਰਬ ਵਾਲੇ ਪਾਸੇ ਚਲਾ ਜਾਈਂ, ਉੱਥੋਂ ਵੀ ਕੁਛ ਮਿਲ ਜਾਏਗਾ ਤੇ ਉੱਥੇ ਹੀ ਰੁਕ ਜਾਈਂ। ਚੌਥੀ ਬੱਤੀ ਜਗਾ ਕੇ ਪੱਛਮ ਵਾਲੇ ਪਾਸੇ ਨਾ ਜਾਈਂ, ਜੇ ਗਿਆ ਤੇ ਫਸ ਜਾਏਗਾ। ਹੁਣ ਮਨ 'ਚ ਸੀ ਤ੍ਰਿਸ਼ਨਾ, ਪਹਿਲੀ ਬੱਤੀ ਜਗਾ ਕੇ ਗਿਆ ਉੱਤਰ ਨੂੰ, ਧਰਤੀ ਪੁੱਟੀ, ਖਜ਼ਾਨਾ ਲੱਭਿਆ ਤੇ ਮਾਇਆ ਸੀ, ਪੈਸਾ ਧੇਲਾ। ਕਹਿਣ ਲੱਗਾ ਇਹ ਤਾਂ ਵੇਖ ਲਈ ਆ ਮਾਇਆ, ਇਹ ਇੱਥੇ ਰਹਿਣ ਦਿੰਦੇ ਆ। ਤੇ ਹੁਣ ਦੂਜੀ ਬੱਤੀ ਜਗਾ ਕੇ ਫਿਰ ਦੂਜੀ ਤਰਫ ਗਿਆ ਤੇ ਉੱਥੇ ਬੱਤੀ ਬੁੱਝੀ, ਧਰਤੀ ਪੁੱਟੀ, ਦਰਵਾਜ਼ਾ ਖੋਲ੍ਹਿਆ ਤੇ ਉੱਥੋਂ ਚਾਂਦੀ ਮਿਲੀ, ਚਾਂਦੀ ਸੋਨਾ ਮਿਲ ਗਿਆ। ਫਿਰ ਤੀਜੀ ਬੱਤੀ ਜਗਾ ਕੇ ਤੀਜੀ ਤਰਫ ਗਿਆ ਤੇ ਉੱਥੇ ਵੀ ਬੱਤੀ ਬੁੱਝੀ, ਧਰਤੀ ਪੁੱਟੀ ਤੇ ਉੱਥੋਂ ਹੀਰਿਆਂ ਦਾ ਖਜ਼ਾਨਾ ਵੇਖਿਆ। ਕਹਿਣ ਲੱਗਾ ਸ਼ਿਵ ਬੜਾ ਚਲਾਕ ਆ, ਜੇ ਇੰਜ ਪਹਿਲੀ ਬੱਤੀ ਤੋਂ ਮਾਇਆ ਮਿਲੀ, ਦੂਜੀ ਤੋਂ ਸੋਨਾ ਚਾਂਦੀ, ਤੀਜੀ ਤੋਂ ਹੀਰੇ ਜਵਾਹਰਾਤ, ਤੇ ਇਹਦੋਂ ਵੀ ਉੱਪਰ ਕੋਈ ਚੀਜ਼ ਹੋਵੇਗੀ ਚੌਥੇ ਪਾਸੇ, ਉਧਰ ਵੀ ਜਾ ਕੇ ਵੇਖ ਲਈ। ਅਸੀਂ ਬੜੇ ਚਲਾਕ ਆ, ਮੈਂ ਕਿਹੜਾ ਫਸ ਚੱਲਿਆ, ਵੇਖੀਏ ਤਾਂ ਸਹੀ। ਹੁਣ ਤ੍ਰਿਸ਼ਨਾਲੂ ਮਨ ਜਿਹੜਾ ਸੀ ਉਸਨੂੰ ਲੈ ਗਿਆ, ਉਹਨੇ ਬੱਤੀ ਜਗਾ ਕੇ ਤੁਰਿਆ ਗਿਆ ਜਿੱਥੇ ਬੱਤੀ ਬੁੱਝੀ, ਧਰਤੀ ਪੁੱਟੀ, ਥੱਲਿਓਂ ਦਰਵਾਜ਼ਾ ਖੋਲ੍ਹਣ ਤੋਂ ਹੋਰ ਕੁਛ ਨਹੀਂ ਦਿਸਦਾ। ਇੱਕ ਛੱਤ ਹੈ ਤੇ ਛੱਤ ਦੇ ਸ਼ਤੀਰ ਦੇ ਥੱਲੇ ਇੱਕ ਬੰਦੇ ਦਾ ਸਿਰ ਹੈ। ਇਹ ਉਹਨੂੰ ਇਸ਼ਾਰੇ ਕਰਕੇ ਪੁੱਛਦਾ ਵੀ ਦੱਸ ਇੱਥੇ ਕਿੱਥੇ ਮਾਇਆ, ਕੋਈ ਹੀਰੇ ਜਵਾਹਰਾਤ ਹੈ ਨਾ? ਉਹ ਕਹਿੰਦਾ ਵੀ ਮੇਰੇ ਸਿਰ 'ਤੇ ਭਾਰ ਹੈ, ਮੈਥੋਂ ਬੋਲਿਆ ਨਹੀਂ ਜਾਂਦਾ, ਆਹ ਸ਼ਤੀਰ ਦੇ ਥੱਲੇ ਤੂੰ ਸਿਰ ਦੇ ਤੇ ਫਿਰ ਮੈਂ ਤੈਨੂੰ ਦੱਸਦਾ ਇੱਥੇ ਬੜਾ ਕੁਛ ਹੈ। ਐਂ ਹੱਥਾਂ ਨਾਲ ਇਸ਼ਾਰੇ ਕਰੇ ਵੀ ਬਹੁਤ ਕੁਝ ਹੈ। ਜਦੋਂ ਇਸਨੇ ਸ਼ਤੀਰ ਦੇ ਥੱਲੇ ਸਿਰ ਦਿੱਤਾ ਤੇ ਉਹ ਜਿਹੜਾ ਬੰਦਾ ਸ਼ਤੀਰ ਥੱਲੇ ਨਿਕਲਿਆ ਬਾਹਰ ਨੂੰ ਹੋ ਤੁਰਿਆ। ਇਹ ਗੂੰਗਿਆਂ ਵਾਂਗੂ ਬੋਲਦਾ ਉੱਚੀ ਉੱਚੀ ਵੀ ਦੱਸ ਤੂੰ ਤਾਂ ਬਾਹਰ ਨਿਕਲ ਚੱਲਿਆ। ਫਿਰ ਉਸਨੇ ਕਿਹਾ ਵੀ ਜ਼ਿਕਰ ਲੋਭੀ ਦਾਸ ਨੂੰ ਤੁਸੀਂ ਛਡਾਇਆ ਆਣ, ਇਕਰ ਤੁਹਾਨੂੰ ਮਿਸਰ ਜੂ ਕੋਈ ਔਰ ਛਡਾਇਆ। ਵੀ ਜਿਵੇਂ ਤੂੰ ਫਸਿਆ ਨਾ, ਇਸੇ ਤਰ੍ਹਾਂ ਮੈਂ ਫਸਿਆ ਸੀ, ਲਾਲਚ ਬਹੁਤਾ ਹੋਣ ਕਰਕੇ। ਬਹੁਤੀ ਤ੍ਰਿਸ਼ਨਾ ਨੇ ਮੈਨੂੰ ਫਸਾਤਾ ਸੀ ਤੇ ਹੁਣ ਤੂੰ ਮੇਰੇ ਨਾਲੋਂ ਵੱਡਾ ਤ੍ਰਿਸ਼ਨਾਲੂ ਆ ਗਿਆ, ਤੂੰ ਫਸ ਗਿਆ। ਤੇਰੇ ਨਾਲੋਂ ਵੱਡਾ ਤ੍ਰਿਸ਼ਨਾਲੂ ਕਦੇ ਕੋ ਆਇਆ ਤੇ ਫਿਰ ਤੈਨੂੰ ਇੱਥੋਂ ਕੱਢੇਗਾ। ਇਸ ਪ੍ਰਕਾਰ ਹੀ ਇਹ ਮਨੁੱਖ ਮਾਇਆ ਪਦਾਰਥਾਂ ਦੀ ਖਾਤਰ ਦਸਾਂ ਦਿਸ਼ਾਂ 'ਚ ਹੀ ਦੌੜਾ ਭੱਜਾ, ਫਿਰ ਚੌਂ ਕੁੰਟਾਂ ਵਾਲੀ ਦੌੜ ਭੱਜ ਕਰਦਾ। ਤਾਂ ਮਹਾਰਾਜ ਕਹਿੰਦੇ ਜੀਵ ਤੈਨੂੰ ਸਿੱਖਿਆ ਦਈਏ, ਜਿਸ ਧਨ ਦੀ ਪ੍ਰਾਪਤੀ ਵਾਸਤੇ ਚੌਂ ਕੁੰਟਾਂ 'ਚ ਹੀ ਉੱਠ ਕੇ ਦੌੜ ਭੱਜ ਕਰਦਾ ਹੈ, ਸੋ ਧਨ ਹਰ ਸੇਵਾ ਤੇ ਪਾਵੇ। ਉਹ ਜਿਹੜਾ ਧਨ ਹੈ ਵਾਹਿਗੁਰੂ ਦੇ ਸਿਮਰਨ ਪਰਮਾਤਮਾ ਦੀ ਟਹਿਲ ਦੁਆਰਾ ਹੀ ਤੂੰ ਪ੍ਰਾਪਤ ਕਰ ਲਵੇਂਗਾ। ਜੇ ਤੂੰ ਮਨ ਟਿਕਾ ਕੇ ਬੈਠੇ ਤੇ ਬੜਾ ਕੁਛ ਮਿਲ ਜਾਏਗਾ। ਹਜ਼ੂਰ ਦਸਮ ਪਾਤਸ਼ਾਹ ਨੂੰ ਪੰਡਤਾਂ ਨੇ, ਬ੍ਰਾਹਮਣਾਂ ਨੇ ਆ ਕੇ ਕਿਹਾ ਵੀ ਅਸੀਂ ਚੌਂ ਯੁੱਗਾਂ ਤੋਂ ਗੁਰੂ ਕਹਾਉਂਦੇ ਆ ਰਹੇ, ਸਾਡੀ ਪੂਜਾ ਹੁੰਦੀ ਸੀ ਤੇ ਤੁਸੀਂ ਮਹਾਰਾਜ ਸਭ ਕੁਝ ਆਪਣੇ ਖਾਲਸੇ ਦੀ ਝੋਲੀ ਪਾ ਦਿੱਤਾ, ਸਾਡਾ ਰੁਝੀਨਾ ਹੀ ਬੰਦ ਹੋ ਗਿਆ, ਸਾਨੂੰ ਪੁੱਛਦਾ ਕਿਸ ਦਾ ਕੋਈ ਨਹੀਂ। ਤੇ ਮਹਾਰਾਜ ਕਹਿਣਗੇ ਤੁਸੀਂ ਖਾਲਸੇ ਵਾਲਾ ਕੰਮ ਕਰ ਲਓ ਤੇ ਅਸੀਂ ਤੁਹਾਨੂੰ 5-5 ਮੋਹਰਾਂ ਸ਼ਾਮਾਂ ਨੂੰ ਦੇ ਦਿਆ ਕਰਾਂਗੇ, 8 ਘੰਟੇ ਰੋਜ਼ ਨਾਮ ਜਪਣਾ। ਕਹਿਣ ਲੱਗੇ ਵੀ ਰਾਮ ਰਾਮ ਹੀ ਕਰਨਾ, ਅਸੀਂ ਕਰ ਲੈਂਦੇ। ਮਹਾਰਾਜ ਕਹਿੰਦੇ ਹਾਂ, ਜੇ ਤੁਹਾਨੂੰ ਕਿਰਿਆ ਵਗੈਰਾ ਆਏ ਤਾਂ ਉੱਠ ਕੇ ਜਾ ਸਕਦੇ ਹੋ, ਭੁੱਖ ਲੱਗੇ ਕੋਈ ਛਕ ਸਕਦੇ ਹੋ, ਪਰ 8 ਘੰਟੇ ਪੂਰੇ ਕਰਨੇ ਆ, ਸਵੇਰ ਤੋਂ ਸ਼ਾਮਾਂ ਤੱਕ। 5-5 ਮੋਹਰਾਂ ਸੋਨੇ ਦੀਆਂ ਦੇ ਦਿਆ ਕਰਾਂਗੇ, ਖੁੱਲ੍ਹੀ ਮਾਇਆ ਤੋੜ ਨਹੀਂ ਆਵੇਗੀ। ਤੇ ਇੰਝ ਉਹਨਾਂ ਪਹਿਲੇ ਦਿਨ ਥੋੜ੍ਹਾ ਸਮਾਂ ਲੰਘਾਇਆ। ਹਜ਼ੂਰ ਨੇ ਭਾਈ ਆਲਮ ਸਿੰਘ ਨੂੰ ਹੋਰਾਂ ਨੂੰ ਇਹਦੇ ਪਹਿਰੇ 'ਤੇ ਲਾਤਾ ਸੀ, ਪੰਡਤਾਂ ਦੇ ਪਹਿਰੇ 'ਤੇ ਵੀ ਉੱਠ ਕੇ ਜਾਣ ਨਾ ਕਿਸੇ ਪਾਸੇ, ਤੇ ਸੌਣ ਨਹੀਂ ਦੇਣਾ, ਲੰਮੇ ਨਹੀਂ ਪੈਣ ਦੇਣਾ। ਹੁਣ 8 ਘੰਟੇ ਬੜੀ ਮੁਸ਼ਕਿਲ ਪੂਰੇ ਕੀਤੇ ਸ਼ਾਮਾਂ ਨੂੰ। ਅਗਲੇ ਦਿਨ ਫਿਰ ਆਈ ਨਹੀਂ, ਕਹਿਣ ਲੱਗੇ ਗਿੱਲਾ ਪੀਣ ਸਾਥੋਂ ਨਹੀਂ ਪੀਸਿਆ ਜਾਂਦਾ, ਰੱਬ ਦਾ ਨਾਮ ਜਪਣਾ ਬਹੁਤ ਕਠਿਨ ਹੈ। ਮਸਕੀਨ ਜੀ ਨੇ ਕਿਹਾ ਬਚਨ ਵੀ ਗੱਲਾਂ ਕਰਨੀਆਂ ਸੌਖੀਆਂ ਹਨ, ਕੀਰਤਨ ਵੀ ਕਰ ਲਈਦਾ, ਕਥਾ ਵੀ ਸੰਗਤ ਨੂੰ ਸੁਣਾ ਦਈਦੀ ਆ, ਪਰ ਨਾਮ ਜਪਣਾ ਬੜਾ ਕਠਿਨ ਕੰਮ ਹੈ। ਨਾਮ ਜਪਣ ਦਾ ਮਨੋਰਥ ਹੈ, ਮਤਲਬ ਹੈ ਵੀ ਜੋ ਰਸਨਾ ਤੋਂ ਬੋਲ ਰਹੇ ਹਾਂ ਵਾਹਿਗੁਰੂ ਦਾ ਨਾਮ, ਤੇ ਐਨ ਸਾਵਧਾਨ ਹੋ ਕੇ ਕੰਨਾਂ ਦੁਆਰਾ ਸੁਣਦੇ ਵੀ ਹੋਈਏ। ਤੇ ਇਹ ਤੇ 5 ਮਿੰਟ ਕਰਨਾ ਵੀ ਔਖਾ ਹੈ। ਮਨ ਮੰਨਦਾ ਹੀ ਨਹੀਂ, ਝੱਟ ਥੱਕ ਜਾਂਦਾ ਮਨ, ਕਿਉਂਕਿ ਮਨ ਦੀ ਰੁਚੀ ਨਹੀਂ ਹੈ। ਪਹਿਲਾਂ ਪਹਿਲ ਅਲੂਣੀ ਸਿਲ ਚਟਣ ਵਾਂਗ, ਪੱਥਰ ਨੂੰ ਕੌਣ ਚੱਕ ਮਾਰੇ ਜਿੱਥੋਂ ਰਸ ਕੋਈ ਨਹੀਂ ਆਉਂਦਾ। ਪਰ ਜੇ ਕੋਈ ਲੱਗਾ ਰਹੇ ਤਾਂ ਫਿਰ ਬਹੁਤ ਉੱਚਾ ਮਹਾਨ ਰਸ ਵੀ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਜੇ ਧਨ ਚਾਹੁੰਨਾ ਤਾਂ ਪ੍ਰਮਾਤਮਾ ਦੀ ਸੇਵਾ 'ਚ ਲੱਗ, ਹਰੀ ਨਾਮ ਜਪਣ ਵਿੱਚ ਲੱਗ, ਟਹਿਲ ਵਿੱਚ ਲੱਗ, ਇਹ ਧਨ ਵੀ ਪ੍ਰਾਪਤ ਹੋ ਜਾਂਦਾ ਹੈ। ਤੇ ਕੋਈ ਛੋਟੀ ਮੋਟੀ ਚੀਜ਼ ਆ, ਵੱਡੀ ਚੀਜ਼ ਹੈ ਹੀ ਨਹੀਂ।
ਜਿਸ ਸੁਖ ਉਨਿਤ ਬਾਸ਼ਹ ਹਮੀਦ ਹੈ ਮਿੱਤਰ ਜੀ, ਜਿਸ ਸੁਖ ਨੂੰ ਤੂੰ ਨਿਤ ਹੀ ਬਾਂਸ਼ਦਾ ਲੋਚਦਾ ਚਾਹੁੰਦਾ ਵੀ ਪ੍ਰਾਪਤ ਹੋਵੇ ਦੁਨਿਆਵੀ ਸੁਖ, ਸੋ ਸੁਖ ਸਾਧੂ ਸੰਗ ਪ੍ਰੀਤ। ਉਹ ਜਿਹੜਾ ਸੁਖ ਹੈ ਨਾ, ਸਾਧੂ ਸਤਿਗੁਰਾਂ ਦੀ ਸੰਗਤ ਵਿੱਚ ਪ੍ਰੀਤ ਕਰਨ ਨਾਲ ਮਿਲਦਾ। ਸਾਧੂ ਸੁਧਰੇ ਹੋਏ ਮਨ ਵਾਲੇ, ਸਾਧੇ ਹੋਏ ਮਨ ਵਾਲੇ ਸਾਧੂ ਜਨਾਂ ਦੀ ਸੰਗਤ ਵਿੱਚ ਪ੍ਰੀਤ ਪੈ ਜੇ ਤੇ ਇਸ ਪ੍ਰਕਾਰ ਰਹਿ ਨਾ ਸਕੋ। ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੈ ਕੋਏ, ਪਾਛੈ ਪਾਓ ਨ ਦੀਜੀ ਆਗਿਆ ਹੋਏ ਸੋਏ। ਇਸ ਪ੍ਰਕਾਰ ਦੀ ਭਾਵਨਾ ਅੰਦਰ ਲੈ ਕੇ ਜਾ, ਸਾਧੂਆਂ ਦੀ ਸੰਗਤ ਵਿੱਚ ਵਸ ਤੇ ਪ੍ਰੀਤ ਧਾਰਨ ਕਰ, ਉਹ ਸੁਖ ਉੱਥੋਂ ਪ੍ਰਾਪਤ ਹੋਵੇਗਾ। ਜਿਸ ਸੋਭਾ ਕੋ ਕਰਹਿ ਭਲੀ ਕਰਨੀ, ਤੇ ਚੰਗੇ ਚੰਗੇ ਆਚਾਰ ਕਰਤੱਵ ਕਰ ਕਰ ਦੁਨੀਆ ਨੂੰ ਵਿਖਾਉਣਾ, ਨੇਕੀ ਕਰ ਕਰਕੇ ਭਲੀ ਕਰਨੀ, ਚੰਗੀ ਕਰਨੀ, ਵੀ ਲੋਕ ਮੇਰੀ ਸੋਭਾ ਕਰਨ। ਜੇ ਸੋਭਾ ਦੀ ਇੱਛਾ ਹੈ ਤਾਂ ਸਾ ਸੋਭਾ ਭਜ ਹਰ ਕੀ ਸ਼ਰਨੀ, ਉਹ ਸੋਭਾ ਪ੍ਰਾਪਤ ਹੋਵੇਗੀ। ਭੱਜ ਕੇ ਹਰੀ ਦੀ ਸ਼ਰਨ ਪੈ ਜਾ। ਤੇ ਇਸੇ ਤਰ੍ਹਾਂ ਭਜ ਦਾ ਅਰਥ ਕੀਤਾ ਭਜਨ, ਭਜਣਾ, ਪ੍ਰਮਾਤਮਾ ਦਾ ਭਜਨ ਕਰਨਾ, ਹਰੀ ਦੀ ਸ਼ਰਨ ਗ੍ਰਹਿਣ ਕਰ ਤੇ ਭਜਨ ਕਰ ਵਾਹਿਗੁਰੂ ਦਾ, ਉਹ ਸੋਭਾ ਵੀ ਪ੍ਰਾਪਤ ਹੋ ਜਾਏਗੀ। ਅਨਕ ਉਪਾਵੀ ਰੋਗ ਨਾ ਜਾਏ, ਹੋਰ ਅਨੇਕਾਂ ਉਪਾਵਾਂ ਯਤਨਾਂ ਦੇ ਨਾਲ ਜਿਹੜਾ ਅੰਦਰ ਰੋਗ ਵਸਿਆ ਹੋਇਆ ਨਾ, ਹਉਮੈ ਹੰਕਾਰ ਦਾ ਕੰਡਾ, ਇਹ ਰੋਗ ਨਹੀਂ ਦੂਰ ਹੁੰਦਾ। ਰੋਗ ਮਿਟੈ ਹਰ ਅਵਖਦ ਲਾਏ, ਜਿਵੇਂ ਬਚਨਾ ਹੈ, ਹਉਮੈ ਦੀਰਘ ਰੋਗ ਹੈ ਦਾਰੂ ਪੀ, ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਸੋ ਇਸ ਪ੍ਰਕਾਰ ਹਰੀ ਅਕਾਲ ਪੁਰਖ ਦਾ ਨਾਮ ਹੀ ਔਖਦੀ ਹੈ, ਔਸ਼ਧੀ ਦਵਾਈ ਹੈ। ਜੇ ਆਪਣੇ ਆਪ ਨੂੰ ਤੂੰ ਲਾ ਲਵੇਂ, ਜਿਵੇਂ ਕਹਿੰਦੇ ਨਾ ਫਲਾਣੇ ਨੂੰ ਦਵਾਈ ਪੱਕੀ ਲੱਗੀ ਹੋਈ ਹੈ, ਉਹਨੂੰ ਰੋਗ ਹੈ ਤੇ ਉਸ ਰੋਗ ਤੋਂ ਬਚਾਅ ਕਰਨ ਲਈ ਦਵਾਈ ਲੱਗੀ ਹੋਈ ਹੈ। ਜੇ ਆਪਣੇ ਆਪ ਨੂੰ ਇਹ ਔਸ਼ਧੀ ਲਾ ਲਵੇਂ ਵਾਹਿਗੁਰੂ ਦੇ ਨਾਮ ਦੀ, ਤਾਂ ਰੋਗ ਮਿਟ ਜਾਂਦਾ। ਫਿਰ ਸਰਵ ਨਿਧਾਨ ਮਹਿ ਹਰ ਨਾਮ ਨਿਧਾਨ, ਸਾਰੇ ਹੀ ਲੋਕ ਪ੍ਰਲੋਕ ਦੇ ਵੱਡੇ ਵੱਡੇ ਖਜ਼ਾਨਿਆਂ ਵਿੱਚੋਂ ਸ਼੍ਰੋਮਣੀ ਖਜ਼ਾਨਾ ਵਾਹਿਗੁਰੂ ਦੇ ਨਾਮ ਦਾ ਹੈ। ਸਾਰਿਆਂ ਖਜ਼ਾਨਿਆਂ ਵਿੱਚੋਂ ਹਰੀ ਦੇ ਨਾਮ ਦਾ ਨਿਧਾਨ ਖਜ਼ਾਨਾ ਹੀ ਵੱਡਾ ਹੈ, ਸ਼੍ਰੋਮਣੀ ਹੈ, ਅਸਲੀ ਹੈ, ਨਾਲ ਨਿਭਣ ਵਾਲਾ ਹੈ। ਜਪ ਨਾਨਕ ਦਰਗਹਿ ਪ੍ਰਵਾਨ, ਜਿਹੜਾ ਜਪਦਾ ਨਾ ਇਸ ਨਾਮ ਨੂੰ, ਉਹ ਜਪ ਜਪ ਕੇ ਹਜ਼ੂਰ ਕਹਿੰਦੇ ਵਾਹਿਗੁਰੂ ਦੇ ਦਰਬਾਰ ਵਿੱਚ, ਦਰਗਾਹ ਦੇ ਅੰਦਰ ਪ੍ਰਵਾਨ ਈਕ ਹੋ ਜਾਂਦਾ, ਯਾਨੀ ਉਹਦਾ ਇਸ ਦੁਨੀਆ 'ਤੇ ਆਇਆ ਸਫਲਾ ਹੋ ਜਾਂਦਾ। ਉਹ ਪ੍ਰਮਾਤਮਾ ਦੇ ਦਰ 'ਤੇ ਕਬੂਲ ਪੈਂਦਾ ਹੈ। ਮਨ ਪ੍ਰਬੁੱਧ ਹੋ ਹਰਿ ਕੈ ਨਾਏ, ਜਿਹੜਾ ਮਨ ਹੈ ਇਸ ਨੂੰ ਹਰੀ ਪਰਮਾਤਮਾ ਦੇ ਨਾਮ ਵਿੱਚ ਲਾ ਲਓ। ਪ੍ਰਬੋਧਣਾ ਸਮਝਾਉਣਾ, ਹਰੀ ਦੇ ਨਾਮ ਨੂੰ ਜਪ ਜਪ ਕੇ ਇਸ ਮਨ ਨੂੰ ਪ੍ਰਬੋਧ ਲਓ, ਸੁਸਿੱਖਿਅਤ ਕਰ ਲਓ, ਸਮਝਾ ਲਵੋ। ਦਹਿ ਦਿਸ ਧਾਵਤ ਆਵੈ ਠਾਏ, ਇਹ ਦਸਾਂ ਦਿਸ਼ਾ 'ਚ ਧਾਉਣ ਵਾਲਾ ਮਨ, ਦੌੜ ਭੱਜ ਕਰਨ ਵਾਲਾ, ਫਿਰ ਠਾਏ ਟਿਕਾਣੇ ਆ ਜਾਂਦਾ। ਅਸਲ ਟਿਕਾਣੇ ਜਿਹੜਾ ਪਹਿਲਾਂ ਬਾਹਰ ਨੂੰ ਭੱਜਦਾ ਸੀ, ਫਿਰ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਅਸਲ ਟਿਕਾਣੇ 'ਤੇ ਆ ਟਿਕਦਾ ਤਾਂ ਕੋ ਵਿਘਨ ਨਾ ਲਾਗੈ ਕੋਏ। ਉਸ ਵਿਅਕਤੀ ਨੂੰ ਲੋਕ ਪ੍ਰਲੋਕ ਦੇ ਕਾਰਜਾਂ 'ਚ ਕੋਈ ਵਿਘਨ ਨਹੀਂ ਲੱਗਦਾ ਹੈ। ਜਾ ਕੇ ਹਿਰਦੈ ਬਸੈ ਹਰਿ ਸੋਇ, ਜਿਸ ਦੇ ਹਿਰਦੇ ਅੰਦਰ ਉਹ ਹਰੀ ਅਕਾਲ ਪੁਰਖ ਪਰਮਾਤਮਾ ਵਸ ਪੈਂਦਾ, ਜਿਹਨੇ ਸ੍ਰਿਸ਼ਟੀ ਸਾਜੀ ਹੈ। ਕਲ ਤਾਤੀ ਠੰਡਾ ਹਰਿ ਨਾਉ, ਹਜ਼ੂਰ ਕਹਿੰਦੇ ਨੇ ਕਲਯੁਗ ਦਾ ਸਮਾਂ ਬਹੁਤ ਤੱਤਾ ਹੈ। ਜਿਹੜੀ ਕਲ ਆਈ ਹੋਈ ਨਾ ਕਲਯੁਗ, ਇਹ ਜਿਹੜਾ ਇਹ ਯੁੱਗ ਆ ਕਲ ਦਾ ਯੁੱਗ, ਜਿੱਥੇ ਕਲਾ ਕਲੇਸ਼ ਹੀ ਹੈ। ਇਹ ਕਲ ਕਲੇਸ਼ ਜਿਹੜਾ ਹੈ, ਕਲਪਨਾ ਜਿਹੜੀ ਹੈ ਬੜੀ ਤੱਤੀ ਹੈ, ਤੇ ਠੰਡਾ ਤਾਂ ਹਰੀ ਦਾ ਨਾਮ ਹੀ ਹੈ। ਠੰਡ ਪਾਉਣ ਵਾਲਾ ਵਾਹਿਗੁਰੂ ਦਾ ਨਾਮ ਹੈ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕ ਅੱਜ ਪੰਦੜੋ ਹਰਨ। ਸਿਮਰ ਸਿਮਰ ਸਦਾ ਸੁਖ ਪਾਓ, ਇਸ ਨਾਮ ਦਾ ਸਿਮਰਨ ਕਰ ਕਰਕੇ, ਮਨ ਬਾਣੀ ਕਰਕੇ ਸਿਮਰ ਕੇ ਸਦਾ ਦਾ ਸੁਖ ਪ੍ਰਾਪਤ ਕਰ ਲਵੋ। ਭਉ ਬਿਨਸੈ ਪੂਰਨ ਹੋਏ ਆਸ, ਸਾਰਾ ਡਰ ਖਤਮ ਹੋ ਜਾਂਦਾ ਵਾਹਿਗੁਰੂ ਦੇ ਨਾਮ ਦੁਆਰਾ। ਨਿਰਭਉ ਜਪੈ ਸਗਲ ਭਉ ਮਿਟੈ, ਤੇ ਪੂਰਨ ਹੋਏ ਆਸ, ਜਿਹੜੀ ਪੁਰਾਣੇ ਸਮੇਂ ਤੋਂ ਆਸਾ ਲੱਗੀ ਹੋਈ ਹੈ, ਆਸਾ ਸਭ ਪੂਰਨ ਹੋ ਜਾਂਦੀਆਂ ਨੇ। ਪਹਿਲਾਂ ਆਸਾਂ ਪੂਰੀਆਂ ਹੁੰਦੀਆਂ, ਫਿਰ ਆਸਾਂ ਮਿਟ ਹੀ ਜਾਂਦੀਆਂ ਨੇ। ਇਹ ਆਸ ਦਾ ਪੂਰਨ ਹੋਣਾ। ਭਗਤ ਭਾਏ ਆਤਮ ਪ੍ਰਗਾਸ, ਭਗਤੀ ਨਾਲ ਸ਼ਰਧਾ ਹੋਣ ਕਰਕੇ, ਭਗਤੀ ਨਾਲ ਪ੍ਰੇਮ ਪੈਦਾ ਹੋਣ ਕਰਕੇ ਫਿਰ ਆਤਮ ਮਨ ਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ। ਅਥਵਾ ਭਗਤੀ ਭਾਵਨਾ ਕਰਕੇ ਆਤਮਾ ਦਾ ਗਿਆਨ ਹੋ ਜਾਂਦਾ ਹੈ। ਆਤਮਾ ਹੀ ਪਰਮੇਸ਼ਰ ਦੀ ਅੰਸ਼ ਹੈ। ਤਿਤ ਘਰ ਜਾਏ ਬਸੈ ਅਬਿਨਾਸੀ, ਉਸ ਘਰ ਹਿਰਦੇ ਅੰਦਰ ਜਾ ਵਸਦਾ ਅਬਿਨਾਸੀ ਪਰਮਾਤਮਾ। ਅਥਵਾ
ਜਿੱਥੇ ਅਬਿਨਾਸੀ ਪ੍ਰਮਾਤਮਾ ਦਾ ਵਾਸਾ ਹੈ, ਇਹ ਜੀਵ ਉਸ ਘਰ ਵਿੱਚ ਜਾ ਵਸਦਾ ਹੈ। ਕਹੋ ਨਾਨਕ ਕਾਟੀ ਜਮ ਫਾਸੀ। ਹਜ਼ੂਰ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਜਿਸ ਘਰ 'ਚ ਅਬਿਨਾਸੀ ਦਾ ਵਾਸਾ, ਉੱਥੇ ਜਮਾਂ ਦੀ ਫਾਹੀ ਕੱਟੀ ਗਈ। ਉੱਥੇ ਜਮਾਂ ਦੀ ਜਿਹੜੀ ਫਾਹੀ ਹੈ, ਜਿਹੜਾ ਫੰਦਾ ਜਮਾਂ ਦਾ, ਉਹ ਨਹੀਂ ਰਹਿ ਜਾਂਦਾ। ਭਾਵ ਜਮ ਦਾ ਪ੍ਰਭਾਵ ਕੋਈ ਨਹੀਂ ਪੈ ਸਕਦਾ, ਜਮ ਦੇ ਅਧੀਨ ਉਹ ਜੀਵ ਨਹੀਂ ਰਹਿ ਸਕਦਾ। ਤਤ ਵਿਚਾਰ ਕਹਿ ਜਨ ਸਾਚਾ। ਜਿਹੜਾ ਤਤ ਸਰੂਪ ਹੈ ਵਾਹਿਗੁਰੂ ਪਰਮਾਤਮਾ, ਉਸ ਦੀ ਵਿਚਾਰ ਨੂੰ ਜੋ ਕਥਨ ਕਰਦਾ, ਬੋਲਦਾ ਹਿਰਦੇ ਅੰਦਰੋਂ ਹੋ ਕੇ ਜੋ ਤਤ ਸਰੂਪ ਪਰਮਾਤਮਾ ਦੀ ਵਿਚਾਰ ਕਰਦਾ ਹੈ, ਉਹ ਸੱਚਾ ਜਨ ਸੇਵਕ ਹੈ ਵਾਹਿਗੁਰੂ ਦਾ। ਜਨਮ ਮਰੈ ਸੋ ਕਾਚੋ ਕਾਚਾ। ਜਿਹੜਾ ਇਹ ਨਹੀਂ ਕਰਦਾ, ਉਹ ਫਿਰ ਜਨਮਦਾ ਹੈ, ਮਰਦਾ ਹੈ, ਮਰਦਾ ਹੈ, ਜੰਮਦਾ ਹੈ, ਜਨਮ ਲੈ ਲੈ ਕੇ ਮਰਦਾ ਹੈ। ਅਤੇ ਜਿਹੜਾ ਕੇਵਲ ਜਨਮ ਲੈਂਦਾ ਅਤੇ ਮਰ ਜਾਂਦਾ ਅਤੇ ਵਾਹਿਗੁਰੂ ਬਾਰੇ ਵਿਚਾਰ ਹੀ ਨਹੀਂ ਕਰਦਾ, ਉਹ ਕੱਚਿਆਂ ਤੋਂ ਕੱਚਾ ਹੈ। ਕਾਚੋ ਕਾਚਾ ਮਤਲਬ ਚੰਗੀ ਤਰ੍ਹਾਂ ਕੱਚਾ, ਕੱਚੇ ਤੋਂ ਕੱਚਾ ਹੈ। ਆਵਾ ਗਮਨ ਮਿਟੈ ਪ੍ਰਭ ਸੇਵ। ਪ੍ਰਭੂ ਪਰਮਾਤਮਾ ਦੀ ਬੰਦਗੀ, ਟਹਿਲ, ਸੇਵਾ, ਸਿਮਰਨ ਦੁਆਰਾ ਹੀ ਆਵਾਗਾਉਣ, ਆਉਣਾ ਜਾਣਾ ਮਿਟਦਾ ਜੀਵ ਦਾ, ਜੰਮਣ ਮਰਨਾ। ਆਪ ਤਿਆਗ ਸਰਨ ਗੁਰਦੇਵ। ਇਸ ਕਰਕੇ ਆਪਾ ਭਾਵ ਹੰਕਾਰ ਅੰਦਰੋਂ ਤਿਆਗ ਕੇ ਗੁਰਦੇਵ ਪੂਜਨੀਕ ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕਰਨੀ ਚਾਹੀਦੀ ਹੈ। ਜੇ ਇੰਜ ਕਰੀਏ ਤੇ ਇਉਂ ਰਤਨ ਜਨਮ ਕਾ ਹੋਏ ਉਧਾਰ। ਜਿਹੜਾ ਮਨੁੱਖਾ ਜਨਮ ਹੈ ਸਾਨੂੰ ਪ੍ਰਾਪਤ ਹੋਇਆ, ਇਹ ਰਤਨ ਵਰਗਾ ਅਮੋਲਕ ਹੈ, ਬਹੁਤ ਹੀ ਕੀਮਤੀ, ਬੇਸ਼ਕੀਮਤੀ ਹੈ। ਇਸ ਰਤਨ ਵਰਗੇ ਅਮੋਲਕ ਮਨੁੱਖਾ ਜਨਮ ਦਾ ਉਧਾਰ ਹੋ ਜਾਏਗਾ। ਇਹ ਮਨੁੱਖਾ ਜਨਮ ਸਫਲਾ ਹੋ ਜਾਏਗਾ। ਇਸ ਜਨਮ ਵਿੱਚ ਅਸੀਂ ਵਿਕਾਰਾਂ ਵਿੱਚ ਗਲਤਾਨ ਨਹੀਂ ਹੋਵਾਂਗੇ। ਹਰ ਹਰ ਸਿਮਰ ਪ੍ਰਾਨ ਆਧਾਰ। ਜਿਹੜਾ ਸਾਡੇ ਸਵਾਸਾਂ ਦਾ ਆਸਰਾ ਰੂਪ ਹੈ, ਉਸ ਹਰੀ ਅਕਾਲ ਪੁਰਖ ਦੇ ਦੁੱਖਾਂ ਨੂੰ ਹਰਨ ਵਾਲੇ ਨਾਮ ਦਾ ਸਿਮਰਨ ਕਰੋ। ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਉਹਨੂੰ ਪ੍ਰਾਣਾਂ ਦਾ ਆਸਰਾ ਹੀ ਬਣਾ ਲਓ। ਅਨਕ ਉਪਾਵ ਨਾ ਛੂਟਣ ਹਾਰੇ। ਜਿਹੜੇ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਹੋਰ ਅਨੇਕਾਂ ਯਤਨ ਕਰਦੇ ਨੇ, ਉਹ ਛੁੱਟਣ ਵਾਲੇ ਨਹੀਂ ਹਨ। ਸਿਮਰਤ ਸਾਸਤ ਵੇਦ ਵਿਚਾਰੇ। ਜਿਹੜੇ ਸਿਮਰਤੀਆਂ ਸ਼ਾਸਤਰਾਂ ਵੇਦਾਂ ਨੂੰ ਤਾਂ ਵਿਚਾਰਦੇ ਨੇ, ਇਹ ਉਪਾਵ ਯਤਨ ਤਾਂ ਕਰਦੇ ਨੇ। ਵਿੱਦਿਆ ਪੜ੍ਹ ਲਈ, ਲੋਕਾਂ ਨੂੰ ਸੁਣਾਤੀ, ਆਪਣਾ ਪ੍ਰਭਾਵ ਪਾਇਆ ਵੀ ਅਸੀਂ ਵਿਦਵਾਨ ਹੁੰਦੇ। ਅਨੇਕਾਂ ਯਤਨਾਂ ਨਾਲ ਜੀਵ ਛੁੱਟ ਨਹੀਂ ਸਕਦੇ, ਅਥਵਾ ਹੋਰ ਅਨੇਕਾਂ ਯਤਨਾਂ ਨਾਲ ਜੀਵ ਛੁੱਟ ਨਹੀਂ ਸਕਦੇ। ਇਹ ਸਿਮਰਤੀਆਂ ਸ਼ਾਸਤਰ ਅਤੇ ਵੇਦਾਂ ਨੂੰ ਵੀ ਵਿਚਾਰ ਕੇ ਵੇਖ ਲਿਆ, ਉਹਨਾਂ ਵਿੱਚੋਂ ਵੀ ਅਸਲੀ ਤੱਤ ਸਿਧਾਂਤ ਪਰਮੇਸ਼ਰ ਦਾ ਨਾਮ ਹੀ ਨਿਕਲਦਾ। ਉਹਨਾਂ ਨੂੰ ਮੱਥੀਏ ਰਿੜਕੀਏ ਤਾਂ ਉਹ ਕਰਮਾਂ ਦਾ ਹਿਸਾਬ ਕਿਤਾਬ ਦੱਸਦੇ ਨੇ, ਅਤੇ ਕਰਮਾਂ ਦੁਆਰਾ ਤਾਂ ਕੋਈ ਛੁੱਟ ਨਹੀਂ ਸਕਦਾ। ਹਰ ਕੀ ਭਗਤ ਕਰੋ ਮਨ ਲਾਏ। ਹਜ਼ੂਰ ਕਹਿੰਦੇ ਨਿਚੋੜ ਇਹ ਹੈ ਕਿ ਮਨ ਲਾ ਕੇ ਵਾਹਿਗੁਰੂ ਜੀ ਦੀ ਭਗਤੀ ਕਰੋ। ਮਨ ਲਾ ਕੇ ਪ੍ਰਭ ਕੀ ਉਸਤਤ ਕਰੋ, ਸੰਤ ਮੀਤ ਸਾਵਧਾਨ ਇਕਾਗਰ ਚੀਤ। ਸਤਿਗੁਰੂ ਨਾਨਕ ਦੇਵ ਜੀ ਜਿਸ ਵੇਲੇ ਵੇਈ ਨਦੀ 'ਚ ਪ੍ਰਵੇਸ਼ ਕਰਨ ਤੋਂ ਬਾਅਦ ਤੀਜੇ ਦਿਨ ਪ੍ਰਗਟ ਹੋਏ, ਤਾਂ ਉਸ ਵੇਲੇ ਜਿਹੜਾ ਸੀ ਦੌਲਤ ਖਾਨ ਪਠਾਨ, ਉਹ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ, ਕਿਉਂਕਿ ਉਹਦਾ ਮੋਦੀ ਖਾਨੇ ਦੀ ਕਾਰ ਸਤਿਗੁਰਾਂ ਛੱਡਤੀ ਸੀ। ਤਾਂ ਵਿਚਾਰ ਸੁਣੇ ਸਨ ਹਜ਼ੂਰ ਦੇ ਕਿ ਕੋਈ ਮੁਸਲਮਾਨ ਕੋਈ ਹਿੰਦੂ ਨਹੀਂ, ਸਭ ਇੱਕ ਪਰਮਾਤਮਾ ਦੀ ਅੰਸ਼ ਹਨ। ਕਹਿਣ ਲੱਗਾ ਜੇ ਤੁਸੀਂ ਵਿਤਕਰਾ ਨਹੀਂ ਕਰਦੇ, ਫਿਰ ਅਸੀਂ ਵੀ ਖੁਦਾ ਦੀ ਨਮਾਜ਼ ਅਦਾ ਕਰਦੇ ਹਾਂ, ਸਾਡੇ ਨਾਲ ਚੱਲੋਗੇ ਮਸਜਿਦ ਵਿੱਚ। ਜਿਹੜੇ ਰੱਬ ਨੂੰ ਤੁਸੀਂ ਮੰਨਦੇ ਹੋ, ਉਸੇ ਰੱਬ ਨੂੰ ਅਸੀਂ ਖੁਦਾ ਕਹਿੰਦੇ, ਉਹਦੀ ਨਮਾਜ਼ ਅਦਾ ਕਰਦੇ ਹਾਂ, ਸਾਡੇ ਨਾਲ ਨਮਾਜ਼ ਅਦਾ ਕਰੋ। ਹਜ਼ੂਰ ਕਹਿਣ ਲੱਗੇ ਚੱਲ ਪਵਾਂਗੇ, ਪਰ ਇੱਕ ਸ਼ਰਤ ਹੈ ਸਾਡੀ, ਜੇ ਸੱਚੀ ਨਮਾਜ਼ ਤੁਸੀਂ ਅਦਾ ਕੀਤੀ, ਫਿਰ ਨਮਾਜ਼ ਵਿੱਚ ਅਸੀਂ ਸ਼ਾਮਲ ਹੋਵਾਂਗੇ। ਜੇ ਤੁਸੀਂ ਸੱਚੀ ਨਮਾਜ਼ ਅਦਾ ਨਾ ਕੀਤੀ, ਝੂਠੀ ਨਮਾਜ਼ ਹੋਈ, ਤਾਂ ਫਿਰ ਅਸੀਂ ਸ਼ਾਮਲ ਨਹੀਂ ਹੋਣਾ। ਕਹਿਣ ਲੱਗੇ ਸੱਚੀ ਹੀ ਨਮਾਜ਼ ਕਰਾਂਗੇ, ਪਰ ਕਹਿੰਦੇ ਅਸੀਂ ਸ਼ਾਮਲ ਹੋਵਾਂਗੇ। ਚਲੇ ਗਏ। ਭਾਵੇਂ ਰੌਲਾ ਪਿਆ ਭਈ ਗੁਰੂ ਨਾਨਕ ਸਾਹਿਬ ਮੁਸਲਮਾਨ ਬਣ ਚੱਲੇ ਨੇ। ਹੋਰਨਾਂ ਦੇ ਹਿਰਦੇ ਡੋਲੇ ਸਨ, ਪਰ ਬੇਬੇ ਨਾਨਕੀ ਦਾ ਹਿਰਦਾ ਸਥਿਰ ਰਿਹਾ। ਕਹਿੰਦੇ ਕਿਸੇ ਦਾ ਭਰਮ ਦੂਰ ਕਰਨ ਗਏ ਹੋਣਗੇ। ਹਜ਼ੂਰ ਗਏ ਅਤੇ ਕਾਜ਼ੀ ਸਾਹਿਬ ਵੀ ਨਮਾਜ਼ ਅਦਾ ਕਰ ਰਹੇ ਸੀ, ਅਤੇ ਦੌਲਤ ਖਾਂ ਪਠਾਨ ਵੀ। ਇਸ ਤਰ੍ਹਾਂ ਮਸੱਲੇ 'ਤੇ ਬੈਠ ਕੇ ਕਦੇ ਉਹ ਹੱਥ ਅੱਡਦੇ ਸੀ, ਇਸ ਤਰ੍ਹਾਂ ਕਦੇ ਸਿਰ ਝੁਕਾਉਂਦੇ ਸਨ। ਇਸ ਪ੍ਰਕਾਰ ਉਹ ਆਪਣੀ ਨਮਾਜ਼ ਅਦਾ ਕਰਦੇ ਰਹੇ। ਹਜ਼ੂਰ ਇੱਕ ਪਾਸੇ ਖੜ੍ਹੇ ਰਹੇ। ਜਦੋਂ ਨਮਾਜ਼ ਅਦਾ ਕਰ ਹਟੇ ਅਤੇ ਦੌਲਤ ਖਾਨ ਕਹਿਣ ਲੱਗਾ ਤੁਸੀਂ ਸਾਡੀ ਨਮਾਜ਼ ਵਿੱਚ ਸ਼ਾਮਲ ਕਿਉਂ ਨਹੀਂ ਹੋਏ? ਮਹਾਰਾਜ ਕਹਿੰਦੇ ਤੁਸੀਂ ਵੀ ਨਮਾਜ਼ ਨਹੀਂ ਸੀ ਅਦਾ ਕਰ ਰਹੇ, ਹੋਰ ਕੁਝ ਕਰ ਰਹੇ ਸੀ। ਕਹਿੰਦੇ ਹੋਰ ਕੀ? ਤਾਂ ਜਨਮ ਸਾਖੀ 'ਚ ਬਚਨ ਲਿਖੇ ਆ, ਹਜ਼ੂਰ ਨੇ ਕਿਹਾ ਮੱਥਾ ਠੋਕੇ ਜਿਮੀ ਪਰ ਮਨ ਉੱਡੇ ਅਸਮਾਨ, ਘੋੜੇ ਕੰਧਾਰ ਖਰੀਦਦਾ ਦੌਲਤ ਖਾਨ ਪਠਾਨ। ਭਈ ਮੱਥਾ ਹੀ ਟੇਕਦਾ ਸੀ ਜ਼ਮੀਨ 'ਤੇ,
ਖੁਦਾ ਚੇਤੇ ਨਹੀਂ ਸੀ ਤੇ ਤੂੰ ਤਾਂ ਘਧਾਰ ਜਾ ਕੇ ਘੋੜੇ ਖਰੀਦਦਾ ਪਿਆ ਸੀ। ਤੇਰਾ ਮਨ ਵੀ ਉੱਥੋਂ ਘੋੜੇ ਖਰੀਦ ਕੇ ਲਿਆਈਏ ਅਬਲਕ ਕਿਸਮ ਦੇ ਮਹਿੰਗੇ, ਤੇ ਇੱਥੇ ਲਿਆ ਕੇ ਹੋਰ ਮਹਿੰਗੇ ਭਾਅ ਵੇਚਾਂਗੇ ਤੇ ਕਾਫੀ ਮਾਇਆ ਕਮਾਵਾਂਗੇ। ਤੂੰ ਤਾਂ ਵਪਾਰ ਵਿੱਚ ਲੱਗਾ ਹੋਇਆ ਸੀ। ਕਹਿਣ ਲੱਗਾ ਇਹ ਸੱਚ ਆ ਵੀ ਮੇਰਾ ਮਨ ਇਸ ਫੁਰਨੇ ਵਿੱਚ ਸੀ, ਪਰ ਕਾਜੀ ਸਾਹਿਬ ਨੇ ਤਾਂ ਨਮਾਜ਼ ਸੱਚੀ ਅਦਾ ਕੀਤੀ ਹੋਵੇਗੀ। ਤਾਂ ਹਜ਼ੂਰ ਨੇ ਕਿਹਾ ਨਹੀਂ, ਕਾਜੀ ਨੇ ਇੱਕ ਘੋੜੀ ਰੱਖੀ ਹੋਈ ਹੈ ਤੇ ਘੋੜੀ ਸੂਈ ਸੀ, ਉਹਨੇ ਵਛੇਰਾ ਦਿੱਤਾ ਤੇ ਜਿੱਥੇ ਘੋੜੀ ਬੱਧੀ ਉਹਦੇ ਪਿਛਲੇ ਪਾਸੇ ਇੱਕ ਟੋਆ ਪਾਣੀ ਨਾਲ ਭਰਿਆ ਆ ਤੇ ਕਾਜੀ ਦਾ ਮਨ ਉੱਥੇ ਸੀ ਕਿ ਕਿਧਰੇ ਵਛੇਰਾ ਖੁੱਲ੍ਹ ਕੇ ਤੇ ਉਸ ਡੂੰਘੀ ਖੱਡ 'ਚ ਟੋਏ 'ਚ ਡਿੱਗ ਕੇ ਮਰਨਾ ਜਾਏ ਡੁੱਬ ਕੇ। ਇਹ ਤਾਂ ਵਛੇਰਾ ਸੰਭਾਲਦਾ ਪਿਆ ਸੀ, ਇਹਦਾ ਮਨ ਵੀ ਨਮਾਜ਼ ਵਿੱਚ ਨਹੀਂ ਸੀ। ਸੋ ਇਹ ਕੇਵਲ ਮੁਸਲਮਾਨਾਂ ਲਈ ਸਿੱਖਿਆ ਨਹੀਂ ਹੈ, ਸਾਡੇ ਸਿੱਖਾਂ ਵਾਸਤੇ, ਸਾਡੇ ਲਈ ਵੀ ਤਾਂ ਸਿੱਖਿਆ, ਸਭ ਵਾਸਤੇ। ਤੇ ਜਦੋਂ ਪਰਮਾਤਮਾ ਨੂੰ ਯਾਦ ਕਰਨਾ, ਨਿਤਨੇਮ ਭਜਨ ਪਾਠ ਜਾਂ ਕੀਰਤਨ ਸੁਣਨ ਵਿੱਚ ਬੈਠਣਾ ਹੈ ਤੇ ਉਹਦੇ ਵੇਲੇ ਮਨ ਹਾਜ਼ਰ ਚਾਹੀਦਾ, ਕਿਉਂਕਿ ਸਰੋਤਾ ਉਸ ਨੂੰ ਕਹਿੰਦੇ ਨੇ ਜੋ ਸੁਰਤ ਲਾ ਕੇ ਧਿਆਨ ਦੇ ਕੇ ਬਚਨ ਨੂੰ ਸੁਣੇ, ਸਮਝੇ ਤੇ ਕਮਾਏ, ਉਹ ਹੈ ਸਰੋਤਾ ਜਾਂ ਸੁਰਤਾ। ਸੋ ਇਸ ਪ੍ਰਕਾਰ ਧਿਆਨ ਦੇ ਕੇ ਨਾ ਸੁਣਿਆ ਤੇ ਕੁਛ ਵੀ ਨਹੀਂ ਪਤਾ ਲੱਗਣਾ, ਸਮਝ ਵੀ ਨਹੀਂ ਪੈਣੀ, ਤੇ ਫਿਰ ਕਮਾਉਣਾ ਕੀ ਹੋਇਆ? ਜਦੋਂ ਸਮਝ ਹੀ ਨਹੀਂ ਪਈ, ਸੁਣਿਆ ਹੀ ਨਹੀਂ ਧਿਆਨ ਨਾਲ, ਤੇ ਕਮਾਉਣਾ ਤਾਂ ਦੂਰ ਦੀ ਬਾਤ ਹੈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਅਕਾਲ ਪੁਰਖ ਦੇ ਨਾਮ ਨਾਲ ਸੱਚੇ ਦਿਲੋਂ ਜੁੜਨਾ ਚਾਹੀਦਾ ਹੈ, ਕਿਉਂਕਿ ਭਗਤ ਭਾਏ ਆਤਮ ਪ੍ਰਗਾਸ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਆਵਾ ਗਮਨ ਮਿਟੈ ਪ੍ਰਭ ਸੇਵ। ਪ੍ਰਭੂ ਪਰਮਾਤਮਾ ਦੀ ਸੇਵਾ ਭਗਤੀ ਕਰਨ ਨਾਲ ਆਉਣਾ ਜਾਣਾ ਮਿਟਦਾ ਹੈ। ਹਰ ਕੀ ਭਗਤ ਕਰੋ ਮਨ ਲਾਏ, ਮਨ ਨੂੰ ਜੋੜ ਕੇ ਹਰੀ ਅਕਾਲ ਪੁਰਖ ਦੀ ਭਗਤੀ ਕਰੋ, ਮਨ ਬੰਛਤ ਨਾਨਕ ਫਲ ਪਾਏ। ਭਰੋਸਾ ਹੀ ਨਹੀਂ ਹੈ ਪਰਮਾਤਮਾ 'ਤੇ, ਮਨ ਨੂੰ ਯਕੀਨ ਹੀ ਨਹੀਂ, ਵਿਸ਼ਵਾਸ ਹੀ ਨਹੀਂ ਕਿ ਪਰਮਾਤਮਾ ਹੈ ਤੇ ਹਰ ਥਾਂ ਹੈ। ਜੇ ਇਹ ਆ ਜਾਏ ਤੇ ਫਿਰ ਮਨ ਜੁੜੇ, ਮਨ ਲਾ ਕੇ ਭਗਤੀ ਕਰੇ ਤਾਂ ਹਜ਼ੂਰ ਕਹਿੰਦੇ ਨੇ ਮਨ ਬੰਛਤ, ਜਿਨ੍ਹਾਂ ਫਲਾਂ ਨੂੰ ਮਨ ਬਾਂਛਦਾ ਸੀ, ਲੋਚਦਾ ਸੀ, ਮਨ ਇੱਛੇ ਫਲ ਪ੍ਰਾਪਤ ਕਰ ਲਵੇਂਗਾ। ਸੰਗ ਨ ਚਾਲਸ ਤੇਰਾ ਧਨਾ, ਹੇ ਜੀਵ ਧਨ ਜੋੜਿਆ ਹੋਇਆ ਤੇਰੇ ਸੰਗ ਨਹੀਂ ਚੱਲਦਾ ਹੈ। ਜਦੋਂ ਪਰਲੋਕ ਨੂੰ ਤੂੰ ਜਾਣਾ, ਕੁਛ ਵੀ ਨਾਲ ਨਹੀਂ ਜਾਏਗਾ। ਤੂੰ ਕਿਆ ਲਪਟਾ ਵਹਿ ਮੂਰਖ ਮਨਾ, ਹੇ ਮਨਾ ਤੂੰ ਕੀ ਲਪਟਾ ਰਿਹਾ, ਚੰਬੜ ਰਿਹਾ ਹੈ ਮੂਰਖ। ਇਸ ਧਨ ਦੇ ਨਾਲ ਹੀ ਦਿਨੇ ਰਾਤ ਚੰਬੜਿਆ ਹੋਇਆ ਵੀ ਇਹੋ ਹੀ ਹੈ ਸਭ ਕੁਛ। ਸੁਤ ਮੀਤ ਕੁਟੰਬ ਅਰ ਬਨਤਾ, ਪੁੱਤਰ ਮਿੱਤਰ ਕੁਟੰਬ ਪਰਿਵਾਰ, ਇਸਤਰੀ ਪਤਨੀ ਤੋਂ ਵਧਿਆ ਹੋਇਆ ਪਰਿਵਾਰ, ਬੱਚੇ, ਔਰ ਅਰਬੌੜੋ ਅਤੇ ਬਨਤਾ ਇਸਤਰੀ ਧਰਮ ਪਤਨੀ। ਇਨ ਤੇ ਕਹੋ ਤੁਮ ਕਵਨ ਸਨਾਥਾ। ਭਾਈ ਦੱਸੋ ਖਾਂ ਕਿ ਇਹਨਾਂ ਦੁਆਰਾ ਕੌਣ ਸਨਾਥ ਕਿਰਤਾਰਥ ਹੋਇਆ, ਇਹਨਾਂ ਦੇ ਮੋਹ 'ਚ ਲੱਗ ਕੇ ਕੌਣ ਕੌਣ ਛੁੱਟਾ, ਕਿਹੜਾ ਕਿਹੜਾ ਕਿਰਦਾਰਥ ਹੋਇਆ, ਕਿਹੜਾ ਕਿਹੜੇ ਦਾ ਜੀਵਨ ਸਫਲਾ ਹੋਇਆ, ਕਿਹੜਾ ਕਿਹੜਾ ਨਾਥ ਮਾਲਕ ਵਾਲਾ ਬਣਿਆ, ਖਸਮ ਵਾਲਾ ਕੌਣ ਬਣਿਆ। ਭਾਵ ਇਹਨਾਂ ਦੇ ਮੋਹ 'ਚ ਲੱਗ ਕੇ ਕਿਹੜਾ ਤਰਿਆ ਸੰਸਾਰ ਤੋਂ, ਕਿਹਦੇ ਨਾਲ ਇਹ ਗਏ ਹਨ, ਕਿਹਦੀ ਇਹਨਾਂ ਨੇ ਸਹਾਇਤਾ ਕੀਤੀ। ਰਾਜ ਰੰਗ ਮਾਇਆ ਵਿਸਥਾਰ, ਰਾਜ ਭਾਗ ਦੀਆਂ ਮੌਜਾਂ ਮਾਨਣੀਆਂ, ਮਾਇਆ ਦਾ ਵਿਸਥਾਰ ਜਿਹੜਾ ਫੈਲਾਓ ਹੈ, ਅਡੰਬਰ ਹੈ। ਇਨ ਤੇ ਕਹੋ ਕਵਨ ਛੁਟਕਾਰ, ਦੱਸੋ ਖਾਂ ਵਿਚਾਰ ਕੇ ਚੰਗੀ ਤਰ੍ਹਾਂ ਮਨ ਨਾਲ ਭਾਈ, ਕਵਨ ਕਿਸ ਦਾ ਛੁਟਕਾਰਾ ਹੋਇਆ, ਕਿਸ ਦੀ ਛੋਟ ਹੋਈ, ਕੌਣ ਬਚਿਆ ਹੈ ਇਹਨਾਂ ਨਾਲ ਮੋਹ ਕਰਕੇ, ਇਹਦੇ ਵਿੱਚ ਫਸ ਕੇ ਕਿਹੜਾ ਕਿਹੜਾ ਜੀਵ ਤਰਿਆ। ਆਸ ਹਸਤੀ ਰਥ ਸਵਾਰੀ, ਆਸ ਘੋੜੇ ਹਸਤੀ ਹਾਥੀ ਤੇ ਰਥਾਂ ਦੀਆਂ ਅਸਵਾਰੀਆਂ ਪ੍ਰਾਪਤ ਹੋਣੀਆਂ। ਝੂਠਾ ਡੰਫ ਝੂਠ ਪਾਸਾਰੀ, ਇਹ ਝੂਠਾ ਹੀ ਅਡੰਬਰ ਹੈ, ਕੂੜਾ ਹੀ ਅਡੰਬਰ ਹੈ, ਤੇ ਝੂਠ ਹੀ ਇਸ ਪਸਾਰੇ ਵਿੱਚ ਫਸਿਆ ਹੋਇਆ। ਪਸਾਰੀ ਜਿਹੜਾ ਨਾ ਇਸ ਪਸਾਰੇ 'ਚ ਅਡੰਬਰ 'ਚ ਫਸਿਆ ਹੋਇਆ, ਉਹ ਵੀ ਝੂਠਾ ਹੀ ਆ। ਜਿਨ ਦੀਏ ਤਿਸ ਬੁਝੈ ਨਾ ਬੇਗਾਨਾ, ਜਿਸ ਪਰਮਾਤਮਾ ਨੇ ਇਹ ਦਿੱਤੇ ਹਨ ਉਸ ਪਰਮਾਤਮਾ ਵੱਲੋਂ ਬੇਗਾਨਾ ਬਣ ਰਿਹਾ ਜੀਵ, ਤੇ ਉਸ ਪਰਮਾਤਮਾ ਨੂੰ ਬੁਝਦਾ ਸਮਝਦਾ ਹੀ ਨਹੀਂ, ਉਹਨੂੰ ਬੇਗਾਨਾ ਸਮਝਿਆ ਉਪਰਾ, ਆਪ ਉਹਦੇ ਤੋਂ ਬੇਗਾਨਾ ਹੋ ਰਿਹਾ ਹੈ, ਤੇ ਉਸ ਵਾਹਿਗੁਰੂ ਨੂੰ ਇਹ ਜੀਵ ਬੁਝਦਾ ਨਹੀਂ ਹੈ। ਨਾਮ ਵਿਸਾਰ ਨਾਨਕ ਪਛਤਾਨਾ, ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਭੁਲਾ ਕੇ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਪਛਤਾਵਾ ਹੀ ਪੱਲੇ ਪੈਂਦਾ। ਇਸ ਜੀਵ ਨੂੰ ਪਛਤਾਉਣਾ ਹੀ ਹੋਵੇਗਾ, ਪਛਚਾਤਾਪ ਹੀ ਪ੍ਰਾਪਤ ਹੋਏਗਾ। ਗੁਰ ਕੀ ਮਤ ਤੂੰ ਲੇਹ ਆਨੇ,
ਹੁਣ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ, ਕਹਿੰਦੇ ਇਆਣਿਆ ਮੂਰਖਾ ਬੇਸਮਝਾ ਨਿਦਾਨ, ਗੁਰੂ ਦੀ ਮੱਤ ਵੀ ਲੈ ਲਾ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਸਤਿਗੁਰੂ ਦੀ ਮੱਤ ਸਿੱਖਿਆ ਅਕਲ ਇਹ ਹੈ ਕਿ ਵਾਹਿਗੁਰੂ ਦੀ ਭਗਤੀ ਤੋਂ ਬਗੈਰ ਬੜੇ ਬੜੇ ਅਕਲਾਂ ਵਾਲੇ ਬੜੇ ਬੜੇ ਸਿਆਣੇ ਲੋਕ ਸੰਸਾਰ ਸਮੁੰਦਰ 'ਚ ਡੁੱਬ ਕੇ ਮਰ ਗਏ। ਬੜੇ ਬੜੇ ਵਿਦਵਾਨ, ਬੜੇ ਬੜੇ ਸਿਆਣੇ, ਬੜੀ ਬੜੀ ਸੂਝ ਵਾਲੇ ਜੇ ਰੱਬ ਦੀ ਭਗਤੀ ਨਹੀਂ ਕੀਤੀ ਤੇ ਡੁੱਬ ਗਏ। ਹਰ ਕੀ ਭਗਤ ਕਰੋ ਮਨ ਮੀਤ, ਹੇ ਮਿੱਤਰਾ ਮਨਾ ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰ। ਨਿਰਮਲ ਹੋਏ ਤੁਮਾਰੋ ਚੀਤ, ਜੇ ਭਗਤੀ ਕਰੇ ਤੇ ਤੇਰਾ ਚਿੱਤ ਨਿਰਮਲ ਹੋ ਜਾਏਗਾ। ਮਨੁੱਖੀ ਮਨ ਨੂੰ ਸਾਨੂੰ ਸਮਝਾ ਰਹੇ ਨੇ ਸਤਿਗੁਰੂ ਕੇ ਹੇ ਮਨ ਮਿੱਤਰਾ, ਹੇ ਜੀਵ ਮਿੱਤਰ, ਰੱਬ ਦੀ ਭਗਤੀ ਕਰੋ, ਇਹਦੇ ਨਾਲ ਹੀ ਚਿੱਤ ਨਿਰਮਲ ਹੁੰਦਾ ਹੈ, ਚਿੱਤ ਦੀ ਮੈਲ ਦੂਰ ਹੁੰਦੀ ਹੈ। ਚਰਨ ਕਮਲ ਰਾਖੋ ਮਨ ਮਾਹੇ, ਵਾਹਿਗੁਰੂ ਦੇ ਨਾਮ ਰੂਪ ਸ਼ਬਦ ਰੂਪ ਚਰਨਾਂ ਨੂੰ ਮਨ ਵਿੱਚ ਟਿਕਾਓ। ਇਹ ਬੜੇ ਸੋਹਣੇ ਚਰਨ ਹਨ, ਜਨਮ ਜਨਮ ਕੇ ਕਿਲ ਵਿਖ ਜਾਹੇ। ਇਸ ਤਰ੍ਹਾਂ ਫਿਰ ਜਨਮਾਂ ਜਨਮਾਂਤਰਾਂ ਦੇ ਇਕੱਠੇ ਕੀਤੇ ਹੋਏ ਕਿਲ ਵਿਖ ਬੱਜਰ ਪਾਪ ਲੱਥ ਜਾਣਗੇ, ਮਿਟ ਜਾਣਗੇ, ਚਲੇ ਜਾਣਗੇ ਤੇਰੇ ਤੋਂ ਦੂਰ। ਫਿਰ ਪਾਪਾਂ ਦਾ ਫਲ ਨਹੀਂ ਭੋਗਣਾ ਪਵੇਗਾ, ਤੇਰਾ ਮਨ ਸ਼ੁੱਧ ਹੋ ਜਾਏਗਾ। ਆਪ ਜਪੋ, ਭਾਵ ਕਿ ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀ ਸੰਸਕਾਰਾਂ ਰੂਪ ਮੈਲ ਮਨ ਨੂੰ ਚੰਬੜੀ, ਇਹ ਲੱਥ ਜਾਏਗੀ। ਆਪ ਜਪੋ ਅਵਰਾ ਨਾਮ ਜਪਾਓ, ਆਪ ਜਪੋ ਤੇ ਅਵਰਾ ਹੋਰਨਾਂ ਦੇ ਤਾਈਂ ਵੀ ਪਰਮੇਸ਼ਰ ਦਾ ਨਾਮ ਜਪਾਓ। ਸੁਨਤ ਕਹਿਤ ਰਹਿਤ ਗਤ ਪਾਓ, ਵਾਹਿਗੁਰੂ ਦੇ ਨਾਮ ਨੂੰ ਸੁਣਦਿਆਂ ਹੋਇਆਂ, ਮੁਖ ਤੋਂ ਕਹਿੰਦਿਆਂ ਹੋਇਆਂ ਤੇ ਨਾਮ ਜਪਣ ਵਾਲੀ ਜਿਹੜੀ ਰਹਿਣੀ ਹੈ ਉਸ ਰਹਿਤ ਰਹਿਣੀ ਵਿੱਚ ਰਹਿੰਦਿਆਂ ਹੋਇਆਂ ਗਤ ਪ੍ਰਾਪਤੀ ਕਰ ਲਵੋ। ਗਤ ਮੁਕਤੀ, ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਵੋਗੇ। ਸਾਰ ਭੂਤ ਸਤ ਹਰਿ ਕੋ ਨਾਮ, ਜਿਹੜਾ ਹਰੀ ਦਾ ਸਤ ਨਾਮ ਹੈ, ਹਰੀ ਦਾ ਨਾਮ ਜੋ ਕਿ ਸਤ ਹੈ, ਨਾਸ ਤੋਂ ਰਹਿਤ ਭਾਵ ਸੱਚਾ ਹੈ, ਇਹ ਸਾਰ ਭੂਤ ਹੈ, ਸ੍ਰੇਸ਼ਟ ਵਸਤੂ ਹੈ, ਸ੍ਰੇਸ਼ਟ ਪਦਾਰਥ ਹੈ। ਸਹਿਜ ਸੁਭਾਏ ਨਾਨਕ ਗੁਣ ਗਾਓ, ਸਹਿਜ ਸੁਭਾਵਕ ਹੀ ਵਾਹਿਗੁਰੂ ਦੇ ਗੁਣ ਗਾਉਂਦੇ ਰਿਹਾ ਕਰੋ। ਸਹਿਜ ਮਾਨਸਿਕ ਅਡੋਲਤਾ ਤੇ ਸੁਭਾਏ ਪ੍ਰੇਮ, ਸ੍ਰੇਸ਼ਟ ਪ੍ਰੇਮ ਦੇ ਸਹਿਤ ਹੋ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਓ। ਗੁਣ ਗਾਵਤ ਤੇਰੀ ਉਤਰ ਸਮੈਲ, ਜੇ ਗੁਣ ਗਾਉਂਦਾ ਰਹੇ ਤੇ ਗੁਣ ਗਾਉਂਦਿਆਂ ਗਾਉਂਦਿਆਂ ਤੇਰੀ ਮੈਲ ਉਤਰ ਜਾਏਗੀ। ਬਿਨਸ ਜਾਏ ਹਉਮੈ ਬਿਖ ਫੈਲ, ਜਿਹੜੀ ਹੰਗਤਾ ਮਮਤਾ ਬਿਖ ਜ਼ਹਿਰਵਤ, ਇਹਦਾ ਜਿਹੜਾ ਫੈਲਾਓ ਹੈ ਨਾ ਅੰਦਰ ਪਸਰੀ ਹੋਈ ਹੈ, ਇਹ ਬਿਨਸ ਜਾਏਗੀ। ਹੋਏ ਅਚਿੰਤ ਬਸੈ ਸੁਖ ਨਾਲ, ਅਚਿੰਤ ਅਵਸਥਾ ਪ੍ਰਾਪਤ ਕਰ ਲਵੇਂਗਾ। ਚਿੰਤ ਅਚਿੰਤਾ ਸਗਲੀ ਗਈ। ਸੋ ਇਸ ਪ੍ਰਕਾਰ ਉੱਥੇ ਤੈ ਜਨਮ ਨਾ ਮਰਨਾ ਸੋਗ ਨਾ ਹਰਖਾ, ਉੱਥੇ ਸੋਗ ਹਰਖ ਚਿੰਤਾ ਆਦਿਕ ਨਹੀਂ ਰਹਿੰਦੀ। ਅਚਿੰਤ ਹੋ ਕੇ ਸੁਖ ਦੇ ਨਾਲ ਫਿਰ ਵਸੇਗਾ। ਸਾਸ ਗਰਾਸਰ ਨਾਮ ਸਮਾਲ, ਹਰ ਇੱਕ ਸਾਹ ਨਾਲ, ਹਰ ਇੱਕ ਬੁਰਕੀ ਨਾਲ, ਆਉਂਦੇ ਜਾਂਦੇ ਸਵਾਸ ਨਾਲ, ਭੋਜਨ ਖਾਂਦਿਆਂ ਪੀਂਦਿਆਂ ਵਾਹਿਗੁਰੂ ਦੇ ਨਾਮ ਨੂੰ ਸੰਭਾਲ ਯਾਦ ਕਰ। ਛਾੜ ਸਿਆਣਪ ਸਗਲੀ ਮਨਾ, ਉਹ ਮਨਾ ਸਾਰੀਆਂ ਸਿਆਣਪਾਂ ਛੱਡ ਦੇ, ਚਤੁਰਾਈਆਂ ਛੱਡ ਦੇ। ਸਾਧ ਸੰਗ ਪਾਵ ਹੈ ਸੱਚ ਧਨਾ, ਸਾਧੂਆਂ ਦੀ ਸੰਗਤ 'ਚ ਮਿਲ ਕੇ, ਗੁਰੂ ਕੀ ਸਾਧ ਸੰਗਤ 'ਚ ਮਿਲ ਕੇ ਪ੍ਰਾਪਤ ਕਰ ਲਵੇਂਗਾ ਸੱਚੇ ਧਨ ਨੂੰ, ਵਾਹਿਗੁਰੂ ਦੇ ਸੱਚੇ ਨਾਮ ਦੇ ਧਨ ਨੂੰ। ਹਰ ਪੂੰਜੀ ਸੰਚ ਕਰੋ ਵਿਵਹਾਰ, ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਪੂੰਜੀ ਆਪਣੇ ਹਿਰਦੇ ਰੂਪੀ ਖਜ਼ਾਨੇ ਵਿੱਚ ਸੰਚ ਜਮ੍ਹਾਂ ਕਰ। ਇਸ ਨਾਮ ਦਾ ਹੀ ਵਿਹਾਰ ਕਰ। ਨਾਮ ਜਪਣਾ, ਆਰਾਧਨਾ, ਸਿਮਰਨਾ, ਇਹ ਵਿਹਾਰ ਆ ਤੇਰਾ। ਇਸ ਵਾਸਤੇ ਮਨੁੱਖਾ ਜਨਮ ਮਿਲਿਆ। ਇਹਾਂ ਸੁਖ ਦਰਗਹਿ ਜੈਕਾਰ, ਇਸ ਨਾਮ ਦਾ ਵਿਹਾਰ ਵਪਾਰ ਕਰੇਗਾ, ਕਾਰੋਬਾਰ ਕਰੇਗਾ ਤੇ ਇਸ ਦੁਨੀਆ 'ਚ ਸੁਖ ਮਿਲੇਗਾ। ਅੰਦਰੋਂ ਸਕੂਨ, ਸ਼ਾਂਤੀ, ਮਾਨਸਿਕ ਆਨੰਦ, ਟਿਕਾ, ਆਤਮਿਕ ਸੁਖ ਮਿਲੇਗਾ। ਤੇ ਦਰਗਾਹ ਵਿੱਚ ਵੀ ਜੈ ਜੈਕਾਰ ਹੋਵੇਗੀ। ਰੇ ਰੇ ਦਰਗਾਹ ਕਹੈ ਨਾ ਕੋ, ਆਓ ਬੈਠਾ ਦਰ ਸੁਭ ਦੇਊ। ਉੱਥੇ ਤੇਰੀ ਜੈ ਜੈਕਾਰ ਹੋਵੇਗੀ, ਵਡਿਆਈ ਹੋਵੇਗੀ, ਜਸ ਹੋਵੇਗਾ, ਸ਼ੋਭਾ ਮਿਲੇਗੀ। ਸਰਬ ਨਿਰੰਤਰ ਏਕੋ ਦੇਖ, ਸਰਬ ਸਾਰਿਆਂ ਦੇ ਅੰਦਰ ਇੱਕ ਰਸ ਪਰਮਾਤਮਾ ਨੂੰ ਹੀ ਵੇਖ। ਕਹੋ ਨਾਨਕ ਜਾ ਕੇ ਮਸਤਕ ਲੇਖ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਐਸੀ ਅਵਸਥਾ ਉਹਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਮਸਤਕ ਮੱਥੇ ਤੇ ਪਹਿਲਾਂ ਤੋਂ ਹੀ ਕੀਤੇ ਚੰਗੇ ਨਿਸ਼ਕਾਮ ਕਰਮਾਂ ਦੇ ਫਲ ਵਜੋਂ ਪਰਮਾਤਮਾ ਨੇ ਲੇਖ ਲਿਖਿਆ ਹੋਇਆ। ਏਕੋ ਜਪ ਏਕੋ ਸਲਾਹ ਹੈ। ਹਜ਼ੂਰ ਕਹਿੰਦੇ ਰਸਨਾ ਨਾਲ ਵੀ ਇੱਕ ਪਰਮਾਤਮਾ ਨੂੰ ਜਪ ਤੇ ਇੱਕੋ ਦੀ ਸਿਫਤ ਸਲਾਹ ਕਰ, ਇੱਕੋ ਦੀ ਵਡਿਆਈ ਕਰ, ਉਸਤਤ ਕਰ। ਏਕ ਸਿਮਰ ਏਕੋ ਮਨ ਆਹੇ, ਇੱਕੇ ਪਰਮਾਤਮਾ ਦਾ ਸਿਮਰਨ ਕਰ
ਤੇ ਮਨ ਵਿੱਚ ਇੱਕ ਦੀ ਹੀ ਤਾਂਘ ਰੱਖ। ਏਕਸ ਕੇ ਗੁਣ ਗਾਓ ਅਨੰਤ, ਜੋ ਇੱਕ ਅਨੰਤ ਸਰੂਪ ਅੰਤ ਤੋਂ ਰਹਿਤ ਪ੍ਰਮਾਤਮਾ, ਉਸ ਇੱਕ ਹੀ ਪ੍ਰਮਾਤਮਾ ਦੇ ਗੁਣ ਗਾਓ ਔਰ ਜਿਸ ਦੇ ਗੁਣ ਅਨੰਤ ਹਨ। ਮਨ ਤਨ ਜਾਪ ਏਕ ਭਗਵੰਤ, ਮਨ ਤੇ ਤਨ ਵਿੱਚ ਇੱਕ ਭਗਵੰਤ ਪਰਮਾਤਮਾ ਦਾ ਹੀ ਜਾਪ ਕਰਿਆ ਕਰ। ਮਨ ਤੇ ਤਨ ਵਿੱਚ ਜਾਪ ਜਾਣ ਲੈ, ਇੱਕ ਪਰਮਾਤਮਾ ਹੀ ਸਾਰੇ ਥਾਂ ਸਮਾਇਆ ਹੋਇਆ। ਏਕੋ ਏਕ ਹਰਿ ਆਪ, ਇੱਕੋ ਸੀ ਪਹਿਲਾਂ ਸੰਸਾਰ ਦੀ ਰਚਨਾ ਤੋਂ, ਇੱਕੋ ਹੈ ਹੁਣ ਮੱਧਲੇ ਸਮੇਂ ਵਿੱਚ। ਜਦੋਂ ਸ੍ਰਿਸ਼ਟੀ ਦਾ ਨਾਸ ਕਰੇਗਾ ਉਦੋਂ ਵੀ ਹਰੀ ਇੱਕ ਆਪ ਹੀ ਹੋਵੇਗਾ। ਪੂਰਨ ਪੂਰ ਰਹਿਓ ਪ੍ਰਭ ਵਿਆਪ, ਉਹ ਜੋ ਸਾਰਿਆਂ ਗੁਣਾਂ ਕਰਕੇ ਸ਼ਕਤੀਆਂ ਕਰਕੇ ਪੂਰਨ ਹੈ, ਉਹ ਪੂਰ ਰਿਹਾ ਭਰਪੂਰ ਹੋ ਰਿਹਾ ਹੈ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਉਹ ਪ੍ਰਭੂ ਵਿਆਪ ਰਿਹਾ ਹੈ, ਭਾਵ ਸਮਾਇਆ ਹੋਇਆ ਵਿਆਪਕ ਸਰੂਪ ਹੈ, ਹਰ ਜਗ੍ਹਾ ਹੈ। ਅਨਕ ਵਿਸਥਾਰ ਏਕ ਤੇ ਪਏ, ਇਹ ਜਿਹੜੇ ਅਨੇਕਾਂ ਤਰ੍ਹਾਂ ਦੇ ਵਿਸਥਾਰ ਫੈਲਾਓ ਹਨ, ਪਸਾਰੇ ਹਨ, ਇੱਕ ਪਰਮਾਤਮਾ ਤੋਂ ਹੀ ਹੋਏ ਬਣੇ ਹਨ। ਏਕ ਅਰਾਧ ਪ੍ਰਾਸ਼ਤ ਗਏ, ਇੱਕ ਪਰਮਾਤਮਾ ਦਾ ਆਰਾਧਨ ਕਰਨ ਦੇ ਨਾਲ ਸਾਰੇ ਪਾਪ ਚਲੇ ਜਾਂਦੇ ਹਨ, ਕੋਈ ਪਾਪ ਨਹੀਂ ਰਹਿ ਜਾਂਦਾ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਜਿਹੜਾ ਮਨ ਤੇ ਤਨ ਦੇ ਅੰਦਰੋਂ, ਮਨ ਵਿੱਚ ਵੀ ਤੇ ਤਨ ਅੰਦਰ ਵੀ ਇੱਕ ਪ੍ਰਭੂ ਨਾਲ ਹੀ ਰਤਿਆ ਹੋਇਆ ਹੈ, ਰੰਗਿਆ ਹੋਇਆ ਹੈ। ਗੁਰ ਪ੍ਰਸਾਦ ਨਾਨਕ ਇੱਕ ਜਾਤਾ, ਉਸ ਦੇ ਉੱਪਰ ਹੋਈ ਹੈ ਸਤਿਗੁਰਾਂ ਦੀ ਪ੍ਰਸਾਦ ਕਿਰਪਾ। ਗੁਰਾਂ ਦੀ ਕਿਰਪਾ ਨਾਲ ਉਸ ਨੇ ਇੱਕੋ ਇੱਕ ਪਰਮਾਤਮਾ ਜੋ ਵਾਹਿਗੁਰੂ ਹੈ, ਵਾਹਿਦ ਹਸਤੀ, ਉਸ ਨੂੰ ਜਾਤਾ ਜਾਣ ਲਿਆ ਹੋਇਆ। ਔਰ ਇਸ ਪ੍ਰਕਾਰ ਗੁਰੂ ਦੀ ਕਿਰਪਾ ਨਾਲ ਹੀ ਮਨ ਰੰਗਿਆ ਜਾਂਦਾ, ਗੁਰੂ ਦੀ ਕਿਰਪਾ ਨਾਲ ਹੀ ਵਾਹਿਗੁਰੂ ਨੂੰ ਜਾਣਿਆ ਜਾਂਦਾ ਹੈ। ਇਹ 19 ਅਸ਼ਟਪਦੀਆਂ ਹੁਣ ਤੱਕ ਹੋਈਆਂ ਹਨ, ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।